सिमरत आनंद अनंता। अमृत पीवो सदा चिर जीवो, अमृत पीवो सदा चिर जीवो। रंग तमाशा पूरन आसा, रंग तमाशा पूरन आसा, रंग तमाशा पूरन आसा, रंग कबे न व्यापे, कबे न व्यापे चिंता। अमृत पीवो सदा चिर जीवो, अमृत पीवो सदा चिर जीवो। हर सिमरत आनंद अनंता। अमृत पीवो सदा चिर जीवो, अमृत पीवो सदा चिर जीवो। जिस सिमरत सब किल विखनासे, जिस सिमरत सब किल विखनासे, जिस सिमरत सब किल विखनासे, जिस सिमरत सब किल विखनासे। पितरी होए, हाँ पितरी होए उधारो, सो हर हर तुम सद ही जापो, हर हर तुम सद ही जापो, सो हर हर तुम सद ही जापो, हर हर तुम सद ही जापो। जाका अंत, जाका अंत न पारो, अमृत पीवो सदा चिर जीवो, अमृत पीवो सदा चिर जीवो। हर सिमरत, हर सिमरत आनंद अनंता। अमृत पीवो सदा चिर जीवो, अमृत पीवो सदा चिर जीवो।
माता की आशीष। जम्या पूत भगत गोविंद का, प्रगटिया सब मैं लिखिया तुर का। सतगुर साचे दिया भेज, चिर जीवन उपजा संजोग। तन तन पिता तन तन कुल, तन तन सो जननी जिन गुरु जनिया माए। सा धरती पई हरियावली, जिथे मेरा सतगुर बैठा आए। से जंत पए हरियावले, जिन मेरा सतगुर देखिया जाए। आप लिए लड़ लाए दर दरवेश से, तिन तन जनेंदी माओ। आए सफल से तिन तन जनेंदी माओ। आए सफल से तन जनेंदी माओ। माता की आशीष, पूता माता की आशीष। निमख न बिसरा तुमको हार हार। निमख न बिसरा तुमको हार हार। सदा भजो सदा भजो जगदीश। अमृत पीवो सदा चिर जीवो। अमृत पीवो सदा चिर जीवो। हर सिमरत हर सिमरत आनंद अनंत। अमृत पीवो सदा चिर जीवो। अमृत पीवो सदा चिर जीवो। सतगुर तुमको होए दयाला। सतगुर तुमको होए दयाला। संत संग हाँ संत संग तेरी प्रीत। कापड़ पत परमेश्वर राखी। कापड़ पत परमेश्वर राखी। भोजन कीर्तन भोजन कीर्तन नीत। अमृत पीवो सदा चिर जीवो। अमृत पीवो सदा चिर जीवो। पवर तुम्हारा ए मन होवो, हर चरना हो कौला। नानक दास उन संग लपटायो, जो बूंद चात्रिक मौला। अमृत पीवो सदा चिर जीवो। अमृत पीवो सदा चिर जीवो। हर सिमरत हर सिमरत आनंद अनंता।
ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਵਾਹਿਗੁਰੂ ਦੇਹ ਸ਼ਿਵਾ ਬਰ ਮੋਹ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਨਾ ਡਰੋ ਅਰ ਸੋ ਜਗ ਜਾਏ ਲਰੋ ਨਿਸਚੈ ਕਰ ਆਪਣੀ ਜੀਤ ਕਰੋ ਨਿਸਚੈ ਕਰ ਆਪਣੀ ਜੀਤ ਕਰੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਹਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣ ਤੋਂ ਉਚਰੋ ਲਾਲਚ ਹਾਂ ਗੁਣ ਤੋਂ ਉਚਰੋ ਜਬ ਆਵ ਕੀ ਔਦ ਨਿਦਾਨ ਬਨੇ ਅਤ ਹੀਰਨ ਮੈਂ ਤਬ ਜੂਝ ਮਰੋ ਜੂਝਨ ਮੈਂ ਤਬ ਜੂਝ ਮਰੋ ਅਤ ਹੀਰਨ ਮੈਂ ਤਬ ਜੂਝ ਮਰੋ ਅਤ ਹੀਰਨ ਮੈਂ ਤਬ ਜੂਝ ਮਰੋ ਦੇਹ ਸ਼ਿਵਾ ਬਰ ਮੋਹ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਮਨ ਤੇ ਕਬਹੂ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸਚੈ ਕਰ ਆਪਣੀ ਜੀਤ ਕਰੋ ਨਿਸਚੈ ਕਰ ਆਪਣੀ ਜੀਤ ਕਰੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸਤਿ ਸ੍ਰੀ ਅਕਾਲ ਜਗਾਰਾ ਗਿਆ ਕਾਲੀ ਬਾਬਾ ਫੂਲਾ ਸਿੰਘ ਕਾਲੀ ਬਾਬਾ ਹਨੂਮਾਨ ਸਿੰਘ ਦਾ ਮਨ ਨੂੰ ਭਾਵੇਂ ਨੰਦ ਵਜੋ ਜਗਾਰਾ ਗਿਆ ਸੰਤ ਬਾਬਾ ਜੁਨਾ ਸਿੰਘ ਦਾ ਪਿਰੋਂ ਦਾ ਮਨ ਨੂੰ ਭਾਵੇਂ ਨੰਦ ਵਜੋ ਸੱਚ ਕਾਲਸਤਾ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਵਿਸਾਖੀ ਦੇ ਜੋੜ ਮੇਲੇ ਤੇ ਮਹਾਰਾਜ ਆਪ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਖਾਲਸੇ ਪੰਥ ਦਾ ਸਾਜਨਾ ਦਿਵਸ ਮਨਾਉਂਦੇ ਆ ਸਮੂਹ ਗੁਰੂ ਕਾ ਖਾਲਸਾ ਪੰਥ ਮਹਾਰਾਜ ਇਸ ਵੇਲੇ ਮਹੱਲੇ ਖੇਡਣ ਵਾਸਤੇ ਤਿਆਰੀ ਕੀਤੀ ਹੈ ਕਿਰਪਾ ਕਰਨੀ ਨਿਸ਼ਾਨਜੀਤ ਸਿੰਘ ਨਗਾਰਜੀਤ ਸਿੰਘ ਆਪ ਜੀ ਦੇ ਹਜ਼ੂਰ ਹਾਜ਼ਰ ਹਨ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਮਹੱਲੇ ਖੇਡਣ ਦੀ ਆਗਿਆ ਬਖਸ਼ੋ ਜੀ ਚੜ੍ਹਦਾ ਹੋਇਆ ਬੋਲਿਆ ਪੈਜ ਰੱਖੋ ਆਪਣੇ ਨਾਮ ਦੀ ਗੁਰੂ ਨਾਨਕ ਨਾਮ ਚੜ੍ਹਦੀ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੋ ਜਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ
ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਆਓ ਸਾਧ ਸੰਗਤ ਜੀ ਕੇਵਲ 2-4 ਮਿੰਟ ਵਿੱਚ ਸਮਾਪਤੀ ਕਰਦਿਆਂ ਹੋਇਆ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ। ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਦਾਨਾ ਬੀਨਾ ਸਾਈ ਮੈਂਡਾ, ਦਾਨਾ ਬੀਨਾ ਸਾਈ ਮੈਂਡਾ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰਨਾ ਜਾਣਾ ਤੇਰੀ, ਨਾਨਕ ਸਾਰਨਾ ਜਾਣਾ ਤੇਰੀ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ, ਤੱਕਣ ਕੋ ਪਤ ਮੇਰੀ। ਵਾਹਿਗੁਰੂ। ਸੋ ਇਤਨੀ ਕੁ ਹਾਜ਼ਰੀ ਮਨਜ਼ੂਰ ਕਰਨਾ ਜੀ। ਹੋਈਆਂ ਪੱਲਾਂ ਚੁੱਕਾਂ ਦੀ ਖਿਮਾ ਜੀਓ। ਸਮਾਂ ਸੋ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅੱਜ ਦੇ ਮਹਾਨ ਇਸ ਜੋ ਆਪਾਂ ਨੂੰ ਸਤਿਗੁਰਾਂ ਨੇ ਇਹ ਸਮਾਂ ਬਖਸ਼ਿਸ਼ ਕੀਤਾ, ਭਾਈ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਤੋ ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਹੈ। ਸੋ ਆਓ
2-3 ਮਿੰਟ ਹੋਰ ਹੁਕਮ ਹੋਇਆ ਕਿ ਇੱਕ ਸ਼ਬਦ ਨਾਲ ਜੋੜੀਏ। ਇੱਕ ਵਾਰੀ ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ। 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 ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਹਮੇ ਅਵਗਣ ਪਰੇ ਏਕ ਗੁਣ ਨਾਹੀ। ਹਮੇ ਅਵਗਣ ਪਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬੇਖ ਖਾਈ। ਅੰਮ੍ਰਿਤ ਛਾੜ ਬਿਖੈ ਬੇਖ ਖਾਈ। ਮਾਇਆ ਮੋਹ ਪਰਮ ਪੈ ਭੂਲੇ। ਮਾਇਆ ਮੋਹ ਪਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਉਤਮ ਪੰਥ ਸੁਨਿਓ ਗੁਰ ਸੰਗਤ। ਮਿਲੰਤ ਜਾਮਾ ਤਰਾਸ ਮਿਟਾਈ। ਮਿਲੰਤ ਜਾਮਾ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ। ਇੱਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਰਾਖੋ ਸ਼ਰਨਾਈ। ਰਾਖੋ ਸ਼ਰਨਾਈ। ਵਾਹਿਗੁਰੂ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਆਤਮ ਰਸ ਕੀਰਤਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਦਾਸ
ਭਾਈ ਗੁਰਕੀਰਤ ਸਿੰਘ, ਤਿੰਨਾਂ ਜਥਿਆਂ ਨੇ ਬੜੇ ਅਦਬ ਸਤਿਕਾਰ ਨਾਲ ਸੰਗਤਾਂ ਦੀਆਂ ਹਾਜ਼ਰੀਆਂ ਭਰੀਆਂ। ਬੇਅੰਤ ਭੁੱਲਾਂ ਗਲਤੀਆਂ ਖਿਮਾ ਕਰਨੀਆਂ ਜੀਓ। ਕੋਟਾਨਕੋਟ ਸ਼ੁਕਰਾਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਕਿਰਪਾ ਕੀਤੀ ਹੈ। ਇਹ ਸੋਹਣਾ ਮਾਹੌਲ ਸਾਨੂੰ ਸੰਗਤਾਂ ਦਾ ਦਰਸ਼ਨ ਬਖਸ਼ਿਸ਼ ਕੀਤਾ ਹੈ। ਸਾਰੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਗੁਰੂ ਕੀ ਬਾਣੀ ਦਾ ਸਤਿਕਾਰ ਕਰਦੇ ਆ। ਸੰਗਤਾਂ ਵੱਲੋਂ ਬੇਅੰਤ ਕੀਰਤਨ ਭੇਟ ਮਾਰ ਅਰਦਾਸ ਹੋਈ। ਸਤਿਗੁਰੂ ਨਾਮ ਆਪ ਜਾਣਦੇ ਹਨ। ਸਭ ਨੂੰ ਚੜ੍ਹਦੀ ਕਲਾ ਖਜ਼ਾਨੇ ਭਰਪੂਰ ਸਿੱਖਣ ਬਖਸ਼ਿਸ਼ ਕਰਨ ਜੀਓ। ਇੱਕੋ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਣੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਨਕਾਣੇ ਸਾਹਿਬ ਦੀ ਧਰਤੀ ਨੇ ਉਹ ਮਰਦ ਪੈਦਾ ਕੀਤਾ ਹੈ। ਉਸ ਮਰਦ ਦੇ ਬਾਰੇ ਭਾਈ ਗੁਰਦਾਸ ਜੀ ਨੇ ਵਚਨ ਆਖੇ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਖਾਲਸੇ ਪੰਥ ਦੇ ਸਾਜਨਾ ਦਿਵਸ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਅੱਜ ਹੈ। ਸਾਰੀ ਸਿੱਖ ਸੰਗਤਾਂ ਨੂੰ ਵਧਾਈਆਂ ਹੋਣ। ਖਾਲਸਾ ਜੀ ਗੁਰੂ ਸਾਹਿਬ ਕਿਰਪਾ ਕਰਨ। ਇਸੇ ਤਰ੍ਹਾਂ ਗੁਰੂ ਪੰਥ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੜਾ ਗੂੜਾ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਵੇ ਤੇ ਗੁਰੂ ਸਾਹਿਬ ਕਿਰਪਾ ਕਰਨ। ਧੰਨਵਾਦ ਭਾਈ ਗੁਰਕੀਰਤ ਸਿੰਘ ਜੀ ਜਥੇ ਦਾ ਤੇ ਭਾਈ ਬਲਵਿੰਦਰ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਕੀਰਤਨ ਸਰਵਣ ਕਰਾਇਆ। ਹੁਣ ਇੱਕ ਦੋ ਬੇਨਤੀਆਂ ਖਾਲਸਾ ਜੀ ਤੁਸੀਂ ਕਰਨੀਆਂ ਨੇ, ਸਾਹ ਸਰਵਣ ਕਰੀਏ। ਬੇਨਤੀ ਇਹ ਆ ਵੀ ਖੁੱਲੀਆਂ ਰਸਦਾਂ ਨਾ ਇੱਥੇ ਲੈ ਕੇ ਆਇਆ ਕਰੋ। ਸਮਾਨ ਉਹ ਲੈ ਕੇ ਆਉਣਾ ਜਿਹੜਾ ਪੈਕਟਾਂ ਦੇ ਵਿੱਚ ਬੰਦ ਹੋਵੇ, ਤੇ ਇਹ ਨਾ ਹੋਵੇ ਵੀ ਤੁਸੀਂ ਇੱਥੇ ਲੈ ਕੇ ਆਓ ਤੇ ਲੰਗਰ ਦੀ ਸੇਵਾ ਕਰਨ ਵਾਲੇ ਸਿੰਘ ਬਾਹਰ ਸੁੱਟ ਦੇਣ। ਇਹ ਕੋਈ ਚੰਗਾ ਨਹੀਂ। ਆਪਾਂ ਖਿਆਲ ਕਰਨਾ ਅਗਾਂਹ ਵਾਸਤੇ ਜੋ ਵੀ ਬਸਦਾਂ ਲੈ ਕੇ ਆਉਣੀਆਂ ਨੇ, ਰਸਦਾਂ ਬਸਦਾਂ ਲੈ ਕੇ ਆਉਣੀਆਂ ਨੇ, ਚਾਹੀਦੀਆਂ ਨੇ ਆਪਾਂ ਨੂੰ, ਉਹ ਪੈਕਟਾਂ ਵਿੱਚ ਬੰਦ ਹੋਣ। ਕਈ ਪਰਿਵਾਰਾਂ ਨੇ ਗਿਲਾ ਕੀਤਾ ਵੀ ਸਾਨੂੰ ਪਾਰਕਿੰਗ ਦੇ ਬਾਰੇ ਐਡਰੈਸ ਨਹੀਂ ਦੱਸਿਆ, ਤੇ ਖਾਲਸਾ ਜੀ ਆਪਾਂ ਨੂੰ 3 ਪਾਰਕਾਂ ਨੇ। 2180 ਈਸਟ ਮੈਰੀਪੋਸਾ ਰੋਡ ਕੇ ਮਾਰਟ ਦੇ ਉਹ, ਤੇ ਦੂਸਰੀ ਪਾਰਕ ਆਪਣੇ ਕੋਲ 1658 ਏਅਰਪੋਰਟ ਵੇ ਫੇਅਰ ਗਰਾਊਂਡ ਦੀ ਪਾਰਕ ਹੈ। 100 ਮਾਰਥਨ ਲੂਥਰ ਕਿੰਗ ਤੇ ਐਡੀਸਨ ਹਾਈ ਸਕੂਲ ਦੇ ਵਿੱਚ ਉੱਥੇ ਪਾਰਕਿੰਗ ਆਉਣ ਜਾਣ ਦਾ, ਲਿਆਉਣ ਦਾ, ਗੱਡੀਆਂ ਦਾ ਪ੍ਰਬੰਧ ਖਾਲਸਾ ਜੀ ਸੰਗਤਾਂ ਵਾਸਤੇ ਕੀਤਾ ਹੋਇਆ, ਤੇ ਗੱਡੀਆਂ ਪਾਰਕ ਕਰਕੇ ਆਪਾਂ ਨੇ ਉੱਥੇ ਆਉਣੀਆਂ ਨੇ ਤੇ ਇੱਥੇ ਆਪਾਂ ਨੇ ਲਾਹਾ ਪ੍ਰਾਪਤ ਕਰਨਾ ਹੈ। ਤੇ ਭਾਈ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਹੈ। ਆਓ ਗੁਰੂ ਵਾਲੇ ਬਣੀਏ। ਗੁਰੂ ਸਾਹਿਬ ਦਾ ਸੁਨੇਹਾ ਸਾਰੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਧਰੈ ਕੇਸ ਪਾਹੁਲ ਬੇਨ ਭੇਖੀ ਮੂੜਾ ਸਿੱਖ, ਮੇਰਾ ਦਰਸ਼ਨ ਨਾ ਤਿਸ ਪਾਪੀ ਤਿਆਗੈ ਭਿਖ। 84 ਲੱਖ ਜੂਨਾ ਭੁਗਤ ਕੇ ਆਏ ਆ। ਗੁਰੂ ਸਾਹਿਬ ਕਹਿੰਦੇ ਦਾੜਾ ਕੇਸ ਰੱਖੇ ਹੋਣ, ਅੰਮ੍ਰਿਤ ਨਾ ਛਕਿਆ ਹੋਵੇ ਤੇ ਮੈਂ ਦਰਸ਼ਨ ਨਹੀਂ ਦੇਣੇ, ਤੇ ਜੇ ਅੰਮ੍ਰਿਤ ਛਕੀਏ ਗੁਰੂ ਸਾਹਿਬ ਕਹਿੰਦੇ ਕਿਰਪਾਨ ਪਾਨ ਧਾਰੀਅਨ, ਕਰੋੜ ਪਾਪ ਤਾਰੀਅਨ। ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਕੱਲ੍ਹ ਨੂੰ ਦਸਤਾਰਾਂ ਦੀ ਸਿਖਲਾਈ ਵਾਸਤੇ ਵੀ ਸਿੰਘ ਦਸਤਾਰਾਂ ਲੈ ਕੇ ਆਏ ਨੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਤੋਂ ਆਪਾਂ ਨੇ ਕਕਾਰਾਂ ਬਾਹਰ ਲੱਗੇ ਹੋਏ ਨੇ, ਟੇਬਲ ਲੱਗਿਆ ਹੋਇਆ, ਉੱਥੋਂ ਕਕਾਰ ਲਓ। ਸਵੇਰੇ ਕੱਲ੍ਹ ਨੂੰ ਕੇਸੀ ਇਸ਼ਨਾਨ ਕਰਕੇ 8 ਵਜੇ ਆਓ। ਦੂਸਰਾ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਹੈ। ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਇਹ ਵਿਚਾਰ ਕਰੀਏ ਵੀ ਇਸ ਨਿਸ਼ਾਨ ਸਾਹਿਬ ਨੂੰ ਚੜਾਉਣ ਦੀ ਖਾਤਰ ਖਾਲਸੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਕੱਲ੍ਹ ਦਾ ਦੀਵਾਨ ਵੀ ਸਵੇਰ ਦਾ ਵੀ ਹੈ ਤੇ ਸ਼ਾਮ ਦਾ ਵੀ ਹੈ। ਕੱਲ੍ਹ ਨੂੰ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਭਾਈ ਗੁਰਕੀਰਤ ਸਿੰਘ ਜੀ ਦਾ ਜਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ। ਭਾਈ ਪਰਮਪ੍ਰੀਤ ਸਿੰਘ ਨਿੱਜਰ ਵੱਲੋਂ ਬੇਨਤੀ ਹੈ ਵੀ ਸਾਰਿਆਂ ਨੇ ਹਾਜ਼ਰੀ ਲਗਵਾਉਣੀ ਹੈ। ਜਿੱਥੇ ਅੱਜ ਆਪਾਂ ਇੱਥੇ ਖਾਲਸੇ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਸਾਜਨਾ ਦਿਵਸ ਮਨਾਉਂਦੇ ਹਾਂ, ਅੱਜ ਉੱਥੇ ਖਾਲਸੇ ਪੰਥ ਦੇ 2 ਜਰਨੈਲਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਖਾਲਿਸਤਾਨ ਮੁਕਤੀ ਬਾਨੀ ਫੋਰਸ ਦੇ ਲੈਫਟੀਨੈਂਟ ਜਰਨੈਲ ਭਾਈ ਬਲਦੇਵ ਸਿੰਘ ਕਢਾਣੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਦੂਸਰਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੰਗੀ ਜਰਨੈਲ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਵੀ ਸ਼ਹੀਦੀ ਦਿਹਾੜਾ। ਕਿਤੇ ਵੇਖੀਏ ਉਹਨਾਂ ਨੇ ਘਰ-ਬਾਰ ਛੱਡ ਕੇ ਕਿਵੇਂ ਸ਼ਹਾਦਤਾਂ ਦੇ ਜਾਮ ਪੀਤੇ ਨੇ। ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਇਹ ਖੇਲ ਕਠਨ ਹੈ, ਕਹੋ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਤੇ ਗੁਰੂ ਸਾਹਿਬ ਕਿਰਪਾ ਕਰਨ।
ਕੱਲ ਨੂੰ ਭਾਈ ਪਿੰਦਰਪਾਲ ਸਿੰਘ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਹੁਕਮਨਾਮਾ ਸਾਹਿਬ ਦੀ ਕਥਾ ਕਰਨਗੇ। ਆਓ ਹੁਣ ਇਹਨਾਂ ਤੋਂ ਕਥਾ ਸਰਵਣ ਕਰੀਏ। ਸਮਾਂ ਇਹਨਾਂ ਦਾ ਆਪਣਾ, ਗੁਰੂ ਸਾਹਿਬ ਕਿਰਪਾ ਕਰਨ। ਆਓ ਭਾਈ ਸਾਹਿਬ ਤੋਂ ਕਥਾ ਸੁਣੀਏ, ਸਰਵਣ ਕਰੀਏ। ਵਿਚਾਰ ਕਰਦੇ ਆ, ਕੋਈ ਗਲਤੀ ਹੋਈ ਹੋਵੇ, ਮਨੁੱਖ ਸਦਾ ਭੁੱਲਦਾ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਆਓ ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਕਾਲ। ਸਤਨਾਮ ਧੰਨਵਾਦ ਕੇ ਗੁਰੂ ਸਾਹਿਬ ਜੀਓ। ਪੱਖਾ ਪਿਛਲਾ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਕਾਮੀ ਕ੍ਰੋਧੀ ਚਾਤੁਰੀ, ਬਾਜ਼ੀ ਗਰ ਬੇਕਾਮ। ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਪਿਆਰ ਵਾਲੇ ਔਰ ਗੁਰੂ ਰਾਮਦਾਸ ਜੀ ਦੇ ਦਰ 'ਚ ਜਿਨ੍ਹਾਂ ਕੀਰਤਨ ਕੀਤਾ,
ਔਰ ਹੁਣ ਵੀ ਭਾਈ ਗੁਰਕੀਰਤ ਸਿੰਘ ਜੀ ਕਰ ਰਹੇ ਨੇ, ਭਾਈ ਬਲਵਿੰਦਰ ਸਿੰਘ ਜੀ ਲੋਪੋ ਕੇ, ਭਾਈ ਹਰਪ੍ਰੀਤ ਸਿੰਘ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਘਰ 'ਚ ਕੀਰਤਨ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸ਼ਲੋਕ ਦੀ ਕੱਲ ਵੀ ਆਪਾਂ ਵਿਚਾਰ ਕੀਤੀ ਸੀ। ਅੱਜ ਦੁਬਾਰਾ ਇਹ ਮੈਂ ਸ਼ਲੋਕ ਤਾਂ ਪੜ੍ਹਿਆ ਹੈ। ਅਸੀਂ ਇੱਕ ਪੱਖ ਲਿਆ ਸੀ ਸਤਿਗੁਰਾਂ ਨੇ ਕੇਸ਼ਾਂ ਦੀ ਮਹਾਨਤਾ ਕੀ ਦਿੱਤੀ, ਦੂਸਰਾ ਇੱਕ ਪੱਖ ਸੀ ਕਿ ਇਨਸਾਨ ਨੇ ਆਪਣੇ ਕੇਸ ਤਾਂ ਮਨਾ ਲਏ ਨੇ ਪਰ ਆਪਣੇ ਮਨ ਨੂੰ ਨਹੀਂ ਮੁੰਨਿਆ। ਆਓ ਕੁਝ ਬੇਨਤੀਆਂ ਅੱਜ ਗੁਰਬਾਣੀ ਵਿੱਚੋਂ ਅਸੀਂ ਮਨ ਦੇ ਸੰਬੰਧ ਵਿੱਚ ਵੇਖਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਔਰ ਦੇਸ਼ ਪ੍ਰਦੇਸ਼ ਵਿੱਚ ਤਕਰੀਬਨ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਡੀਆ ਤੋਂ ਵੀ ਸਿੰਘ ਫੋਨ ਕਰਦੇ ਨੇ, ਅਸੀਂ ਸਾਰਾ ਪ੍ਰੋਗਰਾਮ ਕਥਾ ਕੀਰਤਨ ਸੁਣ ਦੇਖ ਰਹੇ ਹਾਂ। ਆਪ ਜੀ ਬਖਸ਼ੋ ਅਸੀਸ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ। ਮਨ ਦੀ ਗੱਲ ਕਰਨੀ ਹੈ ਤੇ ਮਨ ਦਾ ਹੀ ਟਿਕਾ ਬਖਸ਼ ਦੇਣ। ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਰਥ ਦੇ ਆਪਾਂ ਫਿਰ ਦੁਬਾਰਾ ਕਰ ਲਈਏ। ਕਬੀਰ ਮਨ ਮੁੰਡਿਆ ਨਹੀਂ। ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਪਏ ਨੇ ਕਿ ਇਨਸਾਨ ਤੂੰ ਆਪਣੇ ਮਨ ਨੂੰ ਤਾਂ ਮੁੰਨਿਆ ਨਹੀਂ। ਮੁੰਡਿਆ ਦਾ ਅਰਥ ਹੈ ਮੁੰਨਣਾ, ਜਿਹਨੂੰ ਆਪਣੀ ਸ਼ਬਦਾਵਲੀ 'ਚ ਅਸੀਂ ਕਹਿ ਦਿਆਂਗੇ ਕੇਸ ਕਤਲ ਕਰਨੇ। ਤੇ ਕੱਲ ਵੀ ਅਰਜ਼ ਕੀਤੀ ਸੀ ਕਿ ਉੱਥੇ ਭਾਰਤ ਵਿੱਚ ਕੁਝ ਐਸੀਆਂ ਸੰਪਰਦਾਵਾਂ ਨੇ ਸਨਾਤਨੀਆਂ ਵਿੱਚ, ਜਿਹੜੇ ਆਪਣੇ ਸਿਰ ਦੇ, ਆਪਣੇ ਚਿਹਰੇ ਦੇ ਸਾਰੇ ਵਾਲ ਮੁਨਾ ਲੈਂਦੇ ਨੇ ਤੇ ਆਪਣੇ ਆਪ ਨੂੰ ਪਰਮਹੰਸ ਸ਼ਬਦ ਕਿਹਾ ਜਾਂਦਾ ਹੈ। ਉਹਨਾਂ ਦੇ ਚੇਲੇ ਬਾਲ ਕੇ ਵੀ ਪਰਮਹੰਸ ਕਹਿੰਦੇ ਆ। ਪਰ ਮਨ ਦੀ ਵਾਸ਼ਨਾ, ਮਨ ਦੀ ਮਹਿਲ ਬਿਲਕੁਲ ਉਸੇ ਤਰ੍ਹਾਂ ਟਿਕੀ ਰਹਿੰਦੀ ਹੈ। ਤੇ ਭਗਤ ਕਬੀਰ ਸਾਹਿਬ ਉਸ ਨੂੰ ਸਮਝਾ ਰਹੇ ਨੇ, ਕਬੀਰ ਮਨ ਮੁੰਡਿਆ ਨਹੀਂ, ਆਪਣੇ ਮਨ ਨੂੰ ਤਾਂ ਮੁੰਨਿਆ ਨਹੀਂ। ਕੇਸ ਮੁੰਡਾਏ ਕਾਹੇ। ਕੇਸ ਦਾ ਅਰਥ ਆਪਾਂ ਕੱਲ ਵੀ ਕੀਤਾ, ਸ਼ਬਦਾਵਲੀ ਸਾਡੀ ਬਹੁਤ ਵਰਤੀ ਜਾਂਦੀ। ਤੂੰ ਆਪਣੇ ਵਾਲਾਂ ਨੂੰ, ਆਪਣੇ ਕੇਸਾਂ ਨੂੰ ਕਿਉਂ ਮੁੰਨਿਆ? ਤੇ ਅੱਗੇ ਹੈ ਬਚਨ, ਜੋ ਕਿਛ ਕੀਆ ਸੋ ਮਨ ਕੀਆ। ਜੋ ਕੁਝ ਤੇਰੇ ਜੀਵਨ ਵਿੱਚ ਹਰਕਤ ਪੈਦਾ ਹੋ ਰਹੀ ਉਹ ਮਨ ਨੇ ਕੀਤੀ ਹੈ। ਫਿਰ ਅਰਜ ਹੈ, ਜੋ ਕੁਝ ਬੰਦਾ ਕਰ ਰਿਹਾ ਹੈ ਸੋ ਮਨ ਕੀਆ। ਮੁੰਡਾ ਮੂੰਡ ਅਜਾਏ। ਇਸ ਅਰਥ ਫਿਰ ਸੁਣਿਓ, ਮੁੰਡਾ ਦਾ ਅਰਥ ਹੈ ਮੁੰਨਣਾ ਤੇ ਮੂੰਡ ਦਾ ਅਰਥ ਹੈ ਸਿਰ। ਕੱਲ ਵੀ ਅਰਜ਼ ਕੀਤੇ ਸਨ, ਮੁੰਡਾ ਤੇ ਮੂੰਡ ਦੋਨਾਂ ਸ਼ਬਦਾਂ 'ਚ ਅਰਥਾਂ 'ਚ ਫਰਕ ਹੈ। ਮੁੰਡਾ ਦਾ ਅਰਥ ਹੈ ਮੁੰਨਣਾ ਤੇ ਮੂੰਡ ਦਾ ਅਰਥ ਹੈ ਆਪਣਾ ਸਿਰ। ਤੂੰ ਆਪਣੇ ਸਿਰ ਨੂੰ ਮਨਾ ਲਿਆ, ਪਰ ਜੋ ਕੁਝ ਕੀਤਾ ਉਹ ਤਾਂ ਮਨ ਨੇ ਕੀਤਾ। ਆਪਣੇ ਮਨ ਉੱਤੇ ਜਿਹੜੇ ਵਕਾਰਾਂ ਦੀ ਮੈਲ ਪਈ ਹੈ ਉਹਨੂੰ ਤੂੰ ਮੁੰਨਿਆ ਨਹੀਂ, ਉਹਨੂੰ ਤੂੰ ਉਤਾਰਿਆ ਨਹੀਂ। ਸਾਧ ਸੰਗਤ ਜੀ, ਮਨ ਦੀ ਸਾਧਨਾ ਹੀ ਧਰਮ ਦੀ ਸਾਧਨਾ ਹੈ। ਥੋੜੀਆਂ ਜਿਹੀਆਂ ਬੇਨਤੀਆਂ ਮੈਂ ਆਪ ਨੂੰ ਬਾਣੀ ਚੋਂ ਕਰਨੀਆਂ ਨੇ। ਪਿੱਛੇ ਜੇ ਇੱਕ ਦਿਨ ਪ੍ਰਸੰਗ ਥੋੜਾ ਜਿਹਾ ਚੱਲਿਆ ਸੀ, ਮੈਂ ਕਰਜ਼ ਕੀਤੀ ਸੀ ਜੀ, ਜਿਹੜੇ ਪੜ੍ਹੇ ਲਿਖੇ ਸੱਜਣ ਆ, ਜਿਹੜੇ ਮਾਈਂਡ ਤੇ ਵਰਕ ਕਰਦੇ ਆ, ਮਨ ਤੇ, ਉਹ ਆਮ ਤੌਰ ਤੇ ਸਾਡੇ ਇਸ ਮਨੁੱਖੀ ਸਰੀਰ ਦੇ ਅੰਦਰ ਮਨ ਦੀਆਂ 4 ਅਵਸਥਾਵਾਂ ਦੱਸਦੇ ਆ, ਜਾਂ ਇਉਂ ਕਹਿ ਲਓ 4 ਤਰ੍ਹਾਂ ਦਾ ਮਨ ਦੱਸਦੇ ਆ। ਇਸ ਵਿੱਚ ਉਹ ਇੱਕ ਕਹਿੰਦੇ ਆ ਜੀ ਸੁਪਰ ਕੌਂਸ਼ੀਅਸ ਮਾਈਂਡ, ਇੱਕ ਕਹਿੰਦੇ ਆ ਕੌਂਸ਼ੀਅਸ ਮਾਈਂਡ, ਇੱਕ ਸ਼ਬਦ ਵਰਤਿਆ ਸਬ ਕੌਂਸ਼ੀਅਸ ਮਾਈਂਡ, ਤੇ ਚੌਥਾ ਸ਼ਬਦ ਵਰਤਿਆ ਅਨਕੌਂਸ਼ੀਅਸ ਮਾਈਂਡ। ਉਹ 4 ਤਰ੍ਹਾਂ ਦੇ ਮਨ। ਚਲੋ ਅਸੀਂ 2 ਸ਼ਬਦ ਵਰਤਨੇ ਆ, ਅਚੇਤ ਮਨ ਤੇ ਸੁਚੇਤ ਮਨ, ਅਵਚੇਤ ਮਨ ਵੀ।
ਪਰ ਜਦੋਂ ਅਸੀਂ ਬਾਣੀ ਨੂੰ ਪੜ੍ਹਨੇ ਆ, ਮਨ ਦਾ ਸਰੂਪ ਬਾਣੀ 'ਚ ਕਈ ਰੂਪਾਂ ਨਾਲ ਬਿਆਨ ਕੀਤਾ ਹੈ। ਮਨ ਅਸਲ 'ਚ ਹੈ ਕੀ? ਸਿਆਣੇ ਲੋਕ, ਪੁਰਾਣੇ ਸ਼ਾਸਤਰਕਾਰ ਜਿਹੜੇ ਮਨ ਦੀ ਵਿਆਖਿਆ ਕਰਦੇ ਸਨ, ਕਿਉਂਕਿ ਮਨ ਸ਼ਬਦ ਜਿਹੜਾ ਇਹ ਸੰਸਕ੍ਰਿਤ ਦਾ ਹੈ। ਉਂਝ ਵੈਸੇ ਉਸ ਕੋਸ਼ ਵਿੱਚ ਇਹਦੇ ਅਰਥ ਨੇ ਗਿਆਨ। ਇਹਦਾ ਮਤਲਬ ਜਿਹੜਾ ਸਹੀ ਸਰੂਪ ਇਹਦਾ ਉਹ ਗਿਆਨ ਵਾਲਾ ਹੀ ਹੈ। ਪਰ ਉਂਝ ਇਹ ਸ਼ਬਦ ਕਿਹਾ ਜਾਂਦਾ ਹੈ ਕਿ ਮਨੁੱਖੀ ਸਰੀਰ ਦੇ ਅੰਦਰ ਉਹ ਸ਼ਕਤੀ, ਇਸ ਨੂੰ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ, ਮਨੁੱਖੀ ਸਰੀਰ ਵਿੱਚ ਉਹ ਸ਼ਕਤੀ ਜਿਹੜੀ ਹਰਕ ਸੋਗ, ਦੁੱਖ ਸੁੱਖ ਤੇ ਅੰਦਰ ਦੀ ਸੰਵੇਦਨਾ ਨੂੰ ਮਹਿਸੂਸ ਕਰਦੀ ਹੈ, ਇਹ ਸ਼ਬਦ ਵੀ ਵਰਤੇ ਗਏ। ਉਹ ਸੰਸਕ੍ਰਿਤ ਦੇ ਵਿਦਵਾਨ ਇਹਦੀ ਵਿਆਖਿਆ ਬੜੀ ਸੌਖੀ ਦਿੰਦੇ ਆ। ਉਹ ਕਹਿੰਦੇ ਸੰਕਲਪੋ ਵਿਕਲਪੋ ਵਾ ਮਨੋ, ਜਿਹੜਾ ਸੰਕਲਪ ਤੇ ਵਿਕਲਪ ਪੈਦਾ ਕਰ ਰਿਹਾ ਹੈ ਉਹਨੂੰ ਮਨ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜੀ ਇਸ ਮਨ ਨੂੰ, ਜਿਹੜਾ ਸਾਡਾ ਮਨ ਹੈ, ਇਹਨੂੰ ਥੋੜਾ ਜਿਹਾ ਹੋਰ ਸੁਣਿਓ। ਸਰਮਖੰਡ ਦੇ ਵਿੱਚ ਇਹਦੀ ਘਾੜਤ ਕਰਨ ਦਾ ਜ਼ਿਕਰ ਕੀਤਾ ਹੈ। ਉਹ ਸਰਮਖੰਡ ਅਸੀਂ ਪੜ੍ਹਨੇ ਆ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ। ਸਰਮਖੰਡ ਵਿੱਚ ਸੁਰਤੀ ਕਰਕੇ, ਮਤ ਕਰਕੇ, ਮਨ ਕਰਕੇ, ਬੁੱਧ ਕਰਕੇ। ਇਸ ਨੂੰ ਫਿਰ ਥੋੜਾ ਜਿਹਾ ਮੈਂ ਰਿਪੀਟ ਕਰਾਂਗਾ ਜੀ, ਦੁਹਰਾਵਾਂਗਾ, ਕਿਉਂਕਿ ਅਕਸਰ ਜਦੋਂ ਮਨ ਦੀ ਗੱਲ ਚੱਲਦੀ ਹੈ ਤੇ ਮਨ ਆਪਣੀ ਗੱਲ ਛੇਤੀ ਸੁਣਨ ਨੂੰ ਤਿਆਰ ਨਹੀਂ ਹੁੰਦਾ। ਟਿਕਿਆ ਹੋਵੇ ਤੇ ਕਰਤਾਰ ਦੀ ਗੱਲ ਰਸ ਲੈ ਕੇ ਸੁਣਦਾ ਹੈ, ਨਾ ਟਿਕਿਆ ਹੋਵੇ ਤੇ ਆਪਣੇ ਖੰਡਾ ਦੀ ਬਾਤ ਵੀ ਸੁਣਨ ਨੂੰ ਤਿਆਰ ਵਾਸਤੇ ਨਹੀਂ ਹੁੰਦਾ। ਇਹ ਸੁਣਦਾ ਹੀ ਨਹੀਂ ਜੀ ਆਪਣੀ ਗੱਲ। ਹੁਣ ਅਸਲ 'ਚ ਕੀ ਹੈ, ਜਿਹੜਾ ਇਹ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਭਾਰਤ ਵਿੱਚ ਇੱਕ ਸਾਡੀ ਜਿਹੜੀ ਮਨੁੱਖੀ ਬਾਡੀ ਹੈ ਨਾ ਜੀ, ਹਿੰਦੂ ਸ਼ਾਸਤਰ ਇਹ ਕਹਿੰਦਾ ਹੈ ਕਿ ਮਨੁੱਖ ਦੇ ਅੰਦਰ ਅੰਤःਕਰਣ ਹੈ, ਅੰਤਸ਼ਕਰਨ ਜਿਹਨੂੰ ਕਹਿੰਦਾ ਹੈ। ਉਹਦੇ ਵਿੱਚ ਕਿਹਾ ਜਾਂਦਾ ਹੈ, ਫਿਜ਼ੀਕਲ ਨਹੀਂ ਦਿਸਦਾ ਜੀ, ਪਰ ਉਹ ਚਾਰ ਸ਼ਕਤੀਆਂ ਕਹਿੰਦਾ, ਮਨ ਬੁੱਧ ਚਿੱਤ ਤੇ ਹੰਕਾਰ। ਉਹ ਕਹਿੰਦਾ ਸਾਡਾ ਚੁਤਿਸ਼ਤਾ ਵਿਦਾਂਤ ਕਹਿੰਦਾ ਚਾਰ ਦਾ ਸਮੂਹ ਹੈ। ਤੇ ਗੁਰੂ ਸਾਹਿਬ ਨੇ ਇਹਨੂੰ ਸਰਮਖੰਡ ਵਿੱਚ ਕਿਹਾ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ। ਇਹ ਗੁਰਮਤਿ ਦਾ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਦੋਂ ਇਹਦੇ ਅਰਥ ਕੀਤੇ ਨਾ ਜੀ, ਉਹਨਾਂ ਨੇ ਮਤ ਦੇ ਲਫ਼ਜ਼ੀ ਅਰਥ ਜਿਹੜੇ ਨੇ ਉਹ ਆਮ ਮਤ ਨਹੀਂ ਕੀਤੇ। ਉਹਨਾਂ ਮਤ ਦਾ ਅਰਥ ਕੀਤਾ ਮਮਤਵ, ਇਹਦਾ ਅਰਥ ਹੰਕਾਰ 'ਚ ਕੀਤਾ ਹੈ। ਸੁਰਤ ਮਤ ਮਨ ਬੁੱਧ, ਫਿਰ ਅਰਜ ਹੈ। ਉੱਥੇ ਹੈ ਜਿਹੜੀ ਸੁਰਤ ਹੈ ਉਹਦਾ ਅਰਥ ਚਿੱਤ ਦੇ ਰੂਪ 'ਚ ਕੀਤਾ ਹੈ, ਮਤ ਦਾ ਅਰਥ ਹੰਕਾਰ ਦੇ ਰੂਪ 'ਚ ਕੀਤਾ ਹੈ, ਤੇ ਮਨ ਤੇ ਬੁੱਧ ਇਹ ਅਸੀਂ ਸਾਰੇ ਸ਼ਬਦ ਜਾਣਦੇ ਹਾਂ। ਮੇਰੀ ਬੇਨਤੀ ਹੈ, ਮਨ ਅਸਲ ਵਿੱਚ ਸਾਡੇ ਅੰਦਰ ਉਹ ਖਿਆਲ ਹੈ। ਫਿਰ ਅਰਜ ਸੁਣਿਓ, ਇੱਕ ਖਿਆਲਾਂ ਦੀ ਪੋਟਲੀ ਕਹਿ ਲਓ, ਜਿਹੜਾ ਪੂਰੀ ਦੀ ਪੂਰੀ ਬਾਡੀ ਨੂੰ ਆਪਣੇ ਆਪ ਕੰਟਰੋਲ ਕਰੀ ਜਾ ਰਿਹਾ ਹੈ। ਇਹਨੂੰ ਫਿਰ ਥੋੜਾ ਜਿਹਾ ਧਿਆਨ ਨਾਲ ਬੇਨਤੀ ਹੈ ਸੁਣਿਓ, ਕਿਉਂਕਿ ਮੇਰਾ ਅੱਜ ਮਨ ਸੀ ਕਿ ਇਹਦੀ ਜੋ ਕੁਛ ਕੀਆ ਸੋ ਮਨ ਕੀਆ, ਅਖਰੀ ਅਰਥ ਤੇ ਕਰਕੇ ਚਲੇ ਗਏ, ਪਰ ਕੀ ਕੀਤਾ ਮਨ ਨੇ? ਜੋ ਕੁਛ ਕੀਆ ਇਹਦਾ ਮਤਲਬ ਇਹ ਨਹੀਂ ਕੱਲਾ ਮਾੜਾ ਹੀ ਕੀਤਾ, ਜੇ ਚੰਗਾ ਵੀ ਕੀਤਾ ਉਹ ਵੀ ਮਨ ਨੇ ਕੀਤਾ। ਜੇ ਪਾਪ ਕਰਮ ਕੀਤੇ ਉਹ ਵੀ ਮਨ ਨੇ ਕੀਤੇ ਨੇ, ਜੇ ਧਰਮ ਦੇ ਕਰਮ ਕਮਾਏ ਨੇ ਤੇ ਉਹ ਵੀ ਮਨ ਨੇ ਕੀਤੇ ਨੇ, ਜੇ ਨੇ ਕਾਇਰਤਾ ਵਾਲਾ ਕੰਮ ਕੀਤਾ ਉਹ ਵੀ ਮਨ ਨੇ ਕੀਤਾ ਹੈ। ਤੇ ਯਾਦ ਰੱਖਿਓ, ਜੇ ਸੂਰਮ ਗਤੀ ਵਾਲਾ ਤਲੀ ਤੇ ਸਿਰ ਰੱਖ ਕੇ ਤੁਰ ਪਿਆ ਤੇ ਉਹ ਵੀ ਮਨ ਨੇ ਕੀਤਾ ਹੈ। ਥੋੜੇ ਜਿਹੇ ਇਸ ਨੂੰ ਆਪਾਂ ਬਾਣੀ ਚੋਂ ਸਮਝਾਂਗੇ ਜੀ। ਹੁਣ ਇੱਕ ਮੈਂ ਭਾਈ ਸਾਹਿਬ ਜੀ ਦੀ ਰਚਨਾ ਵਿੱਚੋਂ ਅਰਜ਼ ਕਰਨਾ, ਭਾਈ ਗੁਰਦਾਸ ਸਾਹਿਬ ਦੀ ਵਿੱਚੋਂ ਉਹ ਬਚਨ ਕਰਦੇ ਆ ਕਿ ਇਹ ਸਾਡਾ ਜਿਹੜਾ ਮਨ ਹੈ, ਮਨ ਜਿਹੜਾ ਹੈ ਇਹ ਅਸਲ 'ਚ ਸਾਡੀਆਂ ਅੱਖਾਂ ਵਿੱਚ ਵੀ ਹੈ, ਇਹ ਮਨ ਸਾਡੇ ਕੰਨਾਂ ਵਿੱਚ ਵੀ ਹੈ, ਇਹ ਮਨ ਸਾਡੀ ਜੀਭ ਵਿੱਚ ਵੀ ਹੈ, ਇਹ ਮਨ ਸਾਡੇ ਹੱਥਾਂ ਵਿੱਚ ਵੀ ਹੈ, ਇਹ ਮਨ ਸਾਡੇ ਪੈਰਾਂ ਵਿੱਚ ਵੀ ਹੈ। ਉਹਨਾਂ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਨੇ ਦੇਖਦੀਆਂ ਅੱਖਾਂ ਨੇ ਤੇ ਅੱਖਾਂ ਦੇ ਪਿੱਛੇ ਪਰਮਾਤਮਾ ਨੇ ਨਾੜਾ, ਜਿਹਨੂੰ ਜੋਤ ਆਪਾਂ ਕਹਿ ਸਕਨੇ। ਇਹ ਗੱਲ ਯਾਦ ਰੱਖਿਓ, ਹਰ ਇੰਦਰੀ ਦੀ ਆਪਣੀ ਬਾਡੀ ਹੈ ਤੇ ਹਰ ਇੰਦਰੀ ਦੀ ਆਪਣੀ ਸੋਲ ਹੈ। ਆਹ ਸਰੀਰ ਹੀ ਇੱਕ ਪੂਰਾ, ਪੁੱਛੋ ਕੋਈ ਨਾ ਰੱਬ ਨੇ ਕਿਸ ਤਰ੍ਹਾਂ ਬਣਾਇਆ। ਕਈ ਵਾਰੀ ਸਾਡੇ ਅੰਦਰ ਦੀ ਸੋਲ ਆਤਮਾ ਜਿੰਦੀ ਰਹਿੰਦੀ ਏ, ਪਰ ਅੰਗਾਂ ਦੀ ਆਤਮਾ ਮਰ ਜਾਂਦੀ ਹੈ। ਅਸੀਂ ਦੇਖਦੇ ਹਾਂ ਬੰਦੇ ਦੀਆਂ ਅੱਖਾਂ ਕਹਿੰਦੇ ਜੋਤ ਖਤਮ ਹੋ ਗਈ, ਕੰਨਾਂ ਦੀ ਸਰੋਤ ਖਤਮ ਹੋ ਗਈ। ਸਤਿਗੁਰਾਂ ਨੇ ਇੱਥੋਂ ਤੱਕ ਭਗਤ
ਕਿ ਬਾਬਾ ਫਰੀਦ ਜੀ ਨੇ ਇੱਕ ਸ਼ਬਦ ਵਰਤਿਆ, ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ। ਇਸ ਸ਼ਲੋਕ ਨੂੰ ਫਿਰ ਸੁਣਿਓ ਕਿ ਆ ਜਿਹੜੇ ਦੰਦ ਨੇ, ਇਹਨਾਂ ਦੇ ਵਿੱਚ ਜਿਹੜੀ ਸਾਨੂੰ ਮਹਿਸੂਸ ਚੀਜ਼ ਹੁੰਦੀ ਹੈ, ਜੋ ਮਹਿਸੂਸ ਕਰ ਰਹੇ ਹਾਂ, ਠੰਡਾ ਤੱਤਾ ਭਾਵੇਂ ਕਿਸ ਤਰ੍ਹਾਂ, ਪਰ ਉਹ ਚੀਜ਼ ਕੋਈ ਅੰਦਰ ਚੇਤਨਾ ਤੇ ਹੈ ਨਾ। ਅਜੇ ਸਰੀਰ ਆ ਜਿੰਦਾ ਹੈ, ਪਰ ਆ ਦੰਦਾਂ ਦੀ ਮੌਤ ਹੋ ਚੁੱਕੀ ਹੈ ਜੀ, ਉਹਨਾਂ ਦਾ ਸਮਾਂ ਪੂਰਾ ਹੋ ਗਿਆ। ਲੱਤਾਂ ਨੇ, ਮੈਂ ਬੇਨਤੀ ਕਰਾਂ, ਬੰਦੇ ਦੇ ਸਵਾਸ ਚੱਲ ਰਹੇ ਆ, ਪਰ ਲੱਤਾਂ ਜਵਾਬ ਦੇ ਗਈਆਂ, ਉਹ ਤਾਕਤ ਨਸ਼ਟ ਹੋ ਗਈ। ਮਨੁੱਖ ਜਿਉਂਦਾ ਹੈ, ਪਰ ਕੰਨਾਂ ਦੀ ਸਰੋਤ ਜਿਹੜੀ ਉਹਦੀ ਮੌਤ ਹੋ ਚੁੱਕੀ। ਇਸੇ ਕਰਕੇ ਬਾਬਾ ਜੀ ਨੇ ਸ਼ਬਦ ਵਰਤਿਆ, ਚੱਬਣ ਦੰਦ, ਚਲਨ ਆ ਲੱਤਾਂ, ਚੱਬਣ ਚਲਨ ਰਤਨ, ਰਤੰਦਰ ਤੇ ਚਮਕਦੀਆਂ ਹੋਈਆਂ ਅੱਖਾਂ, ਸੁਨੀਅਰ, ਸੁਨੀਅਰ ਦਾ ਅਰਥ ਹੈ ਕੰਨ, ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਖਤਮ ਹੋ ਗਏ, ਖੇੜੇ ਮੁੱਤੀ ਢਾ, ਇਸ ਸਰੀਰ ਨੇ ਢਾ ਮਾਰ ਕੇ ਕਿਹਾ ਸੇ ਜਾਨੀ ਚੱਲ ਗਏ, ਜਿਹੜੇ ਪਿਆਰੇ ਮੇਰੇ ਨਾਲ ਆਏ ਸਨ ਉਹ ਚਲੇ ਗਏ। ਮੇਰੀ ਫਿਰ ਬੇਨਤੀ ਥੋੜੀ ਸੁਣਿਓ, ਜਿਹੜੇ ਡਾਕਟਰ ਸੱਜਣ ਨੇ ਉਹ ਕਹਿੰਦੇ ਆ ਅਸੀਂ ਹਾਰਟ ਵੱਲ ਧਿਆਨ ਦਿੰਦੇ ਆ ਨਾ, ਕਿਡਨੀਆਂ ਵੱਲ ਧਿਆਨ ਦਿੰਦੇ ਆ। ਯਾਦ ਰੱਖਿਓ, ਜਿੰਨੀ ਸਰੀਰ ਦੀ ਇਹਦੀ ਉਮਰ ਸਰੀਰ ਦੀ ਹੈ, ਜ਼ਰੂਰੀ ਨਹੀਂ ਅੰਦਰ ਦੇ ਜਿਹੜੇ ਪਾਰਟ ਨੇ ਉਹਦੀ ਉਮਰ ਇੰਨੀ ਹੋਵੇ। ਫਿਰ ਵੀ ਅਰਥ ਸੁਣਿਓ, ਉਹ ਜਿਹੜਾ ਮਨ ਹੈ ਉਹ ਅੱਖਾਂ 'ਚ ਵੇਖਦਾ ਹੈ। ਇਹੀ ਕਾਰਨ ਅਸੀਂ ਕੋਈ ਚੀਜ਼ ਵੇਖਨੇ ਆ, ਕਿਸੇ ਦ੍ਰਿਸ਼ ਨੂੰ ਵੇਖੀਏ। ਮੈਂ ਫਿਰ ਅਰਜ਼ ਕਰਾਂਗਾ, ਮੈਂ ਅੱਜ 2 ਬੇਨਤੀਆਂ ਕਰਨੀਆਂ ਨੇ। ਮਨ ਮਾਰਿਆ ਜਾਂਦਾ ਹੈ, ਜਿਸ ਚੇਤਨਾ ਨੇ ਮਾਰੀ ਜਾਣਾ, ਬੰਦਾ ਧਰਮ ਕਿੱਥੇ ਕਮਾਊਗਾ ਜਿਹਦੀ ਹੋਂਦ ਹੀ ਖਤਮ ਹੋ ਜਾਏ। ਅਰਜ਼ ਕਹੇ ਮਾਰਿਆ ਨਹੀਂ ਜਾਂਦਾ, ਅਸਲ 'ਚ ਉਹਨੂੰ ਉਲਟਿਆ ਜਾਂਦਾ ਹੈ, ਉਹ ਸ਼ਕਤੀ ਬਦਲੀ ਜਾਂਦੀ ਹੈ। ਅਸੀਂ ਕੋਈ ਦ੍ਰਿਸ਼ ਦੇਖਨੇ ਆ ਤੇ ਇੱਕੋ ਦਮ ਕਹਿੰਦੇ ਆ ਕਿ ਤੇ ਇਸ ਚੀਜ਼ ਦੇ, ਇਹਨੂੰ ਕਹਿ ਲਓ ਕਿਸੇ ਗੁਰਮੁਖ ਨੂੰ ਦੇਖੀਏ, ਕਹਿੰਦੇ ਤੇਰੇ ਦਰਸ਼ਨ ਕਰਕੇ ਮਨ ਨੂੰ ਠੰਡ ਪੈ ਗਈ। ਇਹਦਾ ਮਤਲਬ ਅੱਖਾਂ 'ਚ ਕੋਈ ਦੇਖ ਰਿਹਾ ਹੈ, ਆ ਬਾਹਰ ਵਾਲੀ ਅੱਖਾਂ ਦੇਖ ਰਹੀਆਂ ਨੇ, ਪਰ ਇਹਦੇ ਵਿੱਚ ਮਨ ਜਿਹੜਾ ਠੰਡ ਮਹਿਸੂਸ ਕਰ ਰਿਹਾ ਹੈ। ਮੈਂ ਫਿਰ ਕਿਹਾ ਸੀ, ਦੁੱਖ ਸੁੱਖ ਹਰਕ ਸੋਗ ਜਿਹੜੀ ਸੰਵੇਦਨਾ ਮਹਿਸੂਸ ਕਰ ਰਹੀ ਹੈ, ਉਹਨੂੰ ਮਨ ਕਿਹਾ ਹੈ। ਅਸੀਂ ਕੀਰਤਨ ਸੁਣਿਆ, ਭਾਈ ਸਾਹਿਬ ਉਹਨਾਂ ਕੀਤਾ, ਸੁਣਿਆ ਕੰਨਾਂ ਨੇ, ਪਰ ਸਾਡੇ ਅੰਦਰੋਂ ਇੱਕ ਆਵਾਜ਼ ਆਈ, ਭਾਈ ਸਾਹਿਬ ਇੰਨਾ ਪਿਆਰਾ ਕੀਰਤਨ ਕੀਤਾ, ਅੱਜ ਮਨ ਨਾ ਖਿੜ ਗਿਆ। ਕੰਨ ਕਿਉਂ ਨਹੀਂ ਖਿੜ ਗਿਆ? ਕਿਉਂਕਿ ਕੰਨਾਂ ਦੀ ਉਸ ਸਰੋਤ ਦੇ ਵਿੱਚ ਇੱਕ ਸੰਵੇਦਨਾ ਹੈ, ਸੱਚ ਐਵੇਂ ਉਹ ਸ਼ਕਤੀ ਹੈ ਜਿਹੜੀ ਉਹਦਾ ਰਸ ਲੈ ਰਹੀ ਹੈ। ਅਸੀਂ ਜੀਵ ਨਾਲ ਭੋਜਨ ਛਕਨੇ ਆ, ਪਰ ਕਿੰਨਾ ਕੁ ਸਮਾਂ ਰਹਿੰਦਾ ਜੀਵ ਦਾ ਸਵਾਦ। ਮਨ ਇਹ ਕਹਿੰਦਾ ਅੱਜ ਭੋਜਨ ਬਹੁਤ ਸਵਾਦੀ ਬਣਿਆ, ਮੁੱਕਦੀ ਗੱਲ ਕਿ ਉਹ ਅੱਖਾਂ 'ਚ ਦੇਖਦਾ ਹੈ, ਕੰਨਾਂ 'ਚ ਸੁਣਦਾ ਹੈ, ਜੀਭ 'ਚ ਰਸ ਲੈਂਦਾ ਹੈ, ਜੀਭ 'ਚੋਂ ਬੋਲਦਾ ਵੀ ਹੈ। ਇੱਥੋਂ ਤੱਕ ਕਿ ਸਕਿਨ ਜਦੋਂ ਸਪਰਸ਼ ਕਰਦੀ ਹੈ, ਉਦੋਂ ਵੀ ਮਨ ਆਨੰਦ ਮਹਿਸੂਸ ਕਰਦਾ ਹੈ। ਸਤਿਗੁਰੂ ਕੀ ਬਾਣੀ ਦੇ ਆਧਾਰ ਚੱਲਾਂਗਾ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ। ਅੱਖਾਂ ਵਿੱਚ ਮਨ ਬੈਠਾ, ਇਹ ਕੌਤਕ ਵੇਖ ਰਿਹਾ, ਚੋਜ ਵੇਖ ਰਿਹਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਕੰਨਾਂ ਵਿੱਚ ਸੁਣਦਾ ਤੇ ਜ਼ਬਾਨ ਤੋਂ ਬੋਲਦਾ ਹੈ, ਜਿਬ ਅੰਦਰ ਬੋਲਦਾ ਬੋ ਸਾਧ ਲੁਭਾਣਾ। ਹੱਥੀ ਕਿਰਤ ਕਮਾਮਦਾ ਪੱਗ ਚੱਲੇ ਸੁਜਾਣਾ। ਅੱਗੇ ਭਾਈ ਸਾਹਿਬ ਲਿਖਦੇ ਆ, ਦੇਹੀ ਅੰਦਰ ਇੱਕ ਮਨ, ਇਸ ਸਰੀਰ ਦੇ ਅੰਦਰ ਇੱਕ ਮਨ ਹੈ, ਇੰਦਰੀ ਪਰਵਾਣਾ। ਇਸ ਮਨ ਨੂੰ ਇੰਦਰੀਆਂ ਨੇ ਸਵੀਕਾਰ ਕਰ ਲਿਆ ਹੈ। ਇਸ ਕਰਕੇ ਬਾਣੀ 'ਚ ਕਿਹਾ ਗਿਆ, ਮਨ ਰਾਜਾ ਸੁਲਤਾਨ, ਮਨ ਬਾਦਸ਼ਾਹ ਹੈ, ਇਹ ਸਾਰੇ ਸਰੀਰ ਨੂੰ ਕੰਟਰੋਲ ਕਰ ਰਿਹਾ। ਹੁਣ ਇੱਥੇ ਥੋੜੀ ਜਿਹੀ ਹੋਰ ਬੇਨਤੀ ਸੁਣਿਓ, ਇਹ ਮੈਲਾ ਕਦੋਂ ਹੁੰਦਾ ਹੈ? ਇਹਨੂੰ ਮੈਲਾ ਕਰਨ ਵਿੱਚ ਇੱਕ ਹੋਰ ਚੀਜ਼ ਦਾ ਯੋਗਦਾਨ ਹੈ, ਉਹਨੂੰ ਆਪਾਂ ਬੁੱਧੀ ਕਹਿੰਦੇ ਆ। ਯਾਦ ਰੱਖਿਓ, ਜਿਸ ਬੰਦੇ ਦੀ ਮਤ ਭ੍ਰਿਸ਼ਟ ਹੋ ਜਾਏ, ਉਹਦਾ ਮਨ ਕਦੀ ਸਾਫ਼ ਨਹੀਂ ਰਹਿ ਸਕਦਾ। ਜਿਸ ਬੰਦੇ ਦੀ ਮਤ ਮੈਲੀ ਹੋ ਜਾਏ, ਉਹਦਾ ਮਨ ਮੈਲਾ ਅਵਸ਼ ਹੋਵੇਗਾ, ਤੇ ਜਿਸ ਬੰਦੇ ਦਾ ਮਨ ਮੈਲਾ ਹੋ ਜਾਏ, ਉਹਦਾ ਇੰਦਰਾ ਕੋਈ ਸੁੱਚਾ ਰਹਿ ਨਹੀਂ ਸਕਦਾ। ਇਸ ਨੂੰ ਫਿਰ ਬਾਣੀ 'ਚ ਆਪਾਂ ਦੇਖਨੇ ਮਨ ਜੇ ਇਸੇ ਕਰਕੇ ਵਾਹਿਗੁਰੂ ਜੀ, ਜਿੱਥੇ ਆਪ ਜੀ ਧਿਆਨ ਨਾਲ ਪੜਿਓ, ਗੁਰਬਾਣੀ ਨੂੰ ਜਦੋਂ ਪਾਠ ਕਰਦੇ ਹੋ ਨਾ, ਬੁੱਧੀ ਦੇ ਕਈ ਪੜਾਅ ਨੇ। ਇੱਕ ਚੰਚਲ ਬੁੱਧ ਹੈ, ਇੱਕ ਬਾਲ ਬੁੱਧ ਹੈ, ਇੱਕ ਵਿਵੇਕ ਬੁੱਧ ਹੈ। ਬੁੱਧੀ ਦੇ ਕਈ ਪੜਾਅ ਨੇ। ਸਾਡੀ ਅਰਦਾਸ ਵਿੱਚ ਸਾਡੇ ਪੂਰਵਜਾਂ ਨੇ ਇਹ ਸ਼ਬਦ ਲਿਖ ਕੇ ਪਾ ਦਿੱਤਾ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਸਿੱਖ ਦੀ ਮਤ ਬਹੁਤ ਉੱਚੀ ਹੈ। ਯਾਦ ਰੱਖੋ, ਜਿਸ ਬੰਦੇ ਦੀ ਮਤ ਉੱਚੀ ਹੋਵੇਗੀ ਤੇ ਮਨ ਨੀਵਾਂ ਹੋਵੇਗਾ, ਉਸ ਬੰਦੇ ਦਾ ਅੰਦਰ ਕਦੀ ਮੈਲਾ ਨਹੀਂ ਹੋ ਸਕਦਾ।
ਜਿਸ ਬੰਦੇ ਦਾ ਮਨ ਉੱਚਾ ਹੋ ਜਾਏ ਤੇ ਮਤ ਨੀਵੀਂ ਹੋ ਜਾਏ, ਉਹਦਾ ਅੰਦਰ ਕਦੀ ਸਾਫ਼ ਨਹੀਂ ਹੋ ਸਕਦਾ। ਭਾਈ ਵੀਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੀ ਕਿਤਾਬ ਆਈ, ਇਹਦਾ ਨਾਮ ਹੀ ਇਹ ਸੀ ਮਨ ਨੀਵਾਂ ਮਤ ਉੱਚੀ। ਪੁਰਾਣੇ ਲੇਖ ਸਨ, ਉਹਨਾਂ ਨੇ ਇੱਕ ਉਦਾਹਰਨ ਦਿੱਤੀ। ਉਹ ਕਹਿੰਦੇ ਆ ਮਨ ਹੈ ਪੈਰਾਂ ਦੀ ਤਰ੍ਹਾਂ ਤੇ ਮਤ ਹੈ ਅੱਖਾਂ ਦੀ ਤਰ੍ਹਾਂ। ਬੜੀ ਸੋਹਣੀ ਮੈਨੂੰ ਉਦਾਹਰਨ ਲੱਗੀ। ਕਹਿਣ ਲੱਗੇ ਜ਼ਿੰਦਗੀ ਦਾ ਸਫ਼ਰ ਤਾਂ ਹੀ ਹੋਵੇਗਾ ਜੇ ਅੱਖਾਂ ਉੱਚੀਆਂ ਰਹਿਣਗੀਆਂ ਤੇ ਪੈਰ ਨੀਵੇਂ ਰਹਿਣਗੇ। ਜਿਹੜਾ ਪੈਰਾਂ ਨੂੰ ਸਿਰ ਉੱਤੇ ਲਵਾ ਲੈ ਤੇ ਅੱਖਾਂ ਨੂੰ ਥੱਲੇ ਲੈ ਜਾਓ, ਕਦੀ ਤਰੱਕੀ ਕਰ ਸਕਦਾ ਹੈ ਜੀ? ਮਤ ਉੱਚੀ ਸ਼ਬਦ ਵਰਤਿਆ ਹੈ। ਮਨ, ਇਸ ਤੋਂ ਅਗਲੀ ਬੇਨਤੀ, ਇਹ ਗੁਰੂ ਸਾਹਿਬ ਦੀ ਇੱਕ ਬਾਣੀ ਚੋਂ ਮੈਂ ਹੋਰ ਅਰਜ਼ ਕਰਾਂ। ਇੱਕ ਬਚਨ ਹੁੰਦਾ, ਮਨ ਮੈਲੇ, ਮੈਂ ਦੋ ਪਹਿਲਾਂ ਇੱਕ ਪੱਖ ਰੱਖਣਾ, ਮੈਲੇ ਪਾਉਂਦਾ। ਪਰ ਆਪਾਂ ਨੈਗੇਟਿਵ ਨਹੀਂ ਸਭ ਕੁਝ ਸੋਚਣਾ। ਗੁਰਬਾਣੀ ਨੇ ਲਾ ਸਹਾਰਾ ਦਿੱਤਾ। ਮਹਾਰਾਜ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ। ਇਹਦਾ ਮਤਲਬ ਸਭ ਕੁਛ ਮੈਲਾ ਦਾ ਬੰਦਾ ਏਡੇ ਸੋਹਣੇ ਕੱਪੜੇ ਪਾ ਕੇ ਅਤਰ ਲਾ ਕੇ ਬੈਠਾ, ਨਹਾ ਧੋ ਕੇ ਬੈਠਾ, ਦਾੜਾ ਪ੍ਰਕਾਸ਼ ਕੀਤਾ, ਤੇਲ ਲਾਇਆ, ਕੇਸ ਜੂੜਾ ਕੀਤਾ, ਦਸਤਾਰ ਬੰਨੀ, ਉਹ ਕਹੇਗਾ ਮੈਂ ਕਿਵੇਂ ਮੈਲਾ ਵਾਂ? ਨਹੀਂ ਪਿਆਰਿਓ, ਮਨ ਦੀ ਮੈਲ ਦਾ ਸੰਬੰਧ ਇਉਂ ਕਹਿ ਲੋ ਪਾਣੀ ਦਾ ਇੱਕ ਚਸ਼ਮਾ ਹੈ, ਚਸ਼ਮੇ ਵਿੱਚ ਜ਼ਹਿਰ ਘੋਲ ਦਿੱਤਾ ਤੇ ਆੜ ਸਾਰੀ ਜ਼ਹਿਰ ਨਾਲ ਹੀ ਭਰੀ ਰਹਿਣੀ। ਮਨ ਜੇ ਮੈਲਾ ਹੋ ਜਾਏਗਾ, ਅੱਖ ਕਦੀ ਸਾਫ਼ ਨਹੀਂ ਹੋ ਸਕਦੀ। ਮਨ ਮੈਲਾ ਹੋ ਜਾਏ, ਜ਼ਬਾਨ ਕਦੀ ਸਾਫ਼ ਨਹੀਂ ਹੋ ਸਕਦੀ। ਮਨ ਮੈਲਾ ਹੋਵੇ, ਕੰਨ ਕਦੀ ਸਾਫ਼ ਨਹੀਂ ਹੋ ਸਕਦੇ। ਗੁਰਦੇਵ ਨੇ ਕਿਹਾ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਹੱਛਾ ਨਹੀਂ ਹੋ ਸਕਦਾ। ਤੇ ਗੁਰਬਾਣੀ ਨੇ ਇੱਕ ਹੋਰ ਅਰਜ਼ ਇਸ ਮਨ ਨੂੰ ਚਾਹੇ ਦੇਖਿਓ, ਅਸੀਂ ਦੇਖਾਂਗੇ ਕਈ ਤਰ੍ਹਾਂ ਦਾ ਹੈ। ਇਹਦੀ ਰਫਤਾਰ ਕਿੰਨੀ ਕੁ ਤੇਜ਼ ਹੈ। ਜੇ ਮੈਲਾ ਹੈ ਤੇ ਸਤਿਗੁਰਾਂ ਨੇ ਸਵੀਕਾਰ ਨਹੀਂ ਕੀਤਾ। ਇੱਥੋਂ ਤੱਕ ਮੇਰੀ ਬੇਨਤੀ ਸੁਣਿਓ, ਮੈਲੇ ਮਨ ਵਾਲੇ ਦੀ ਭਗਤੀ ਵੀ ਕਈ ਵਾਰੀ ਸਵੀਕਾਰ ਨਹੀਂ ਹੁੰਦੀ। ਇੱਕ ਸਤਿਗੁਰਾਂ ਦਾ ਬਚਨ ਪੜੋ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਇਹ ਚਾਰ ਸ਼ਬਦ ਸੁਣਿਓ ਚੇਤੇ ਨੇ, ਰਾਗੀ, ਨਾਦੀ ਤੇ ਬੇਦੀ। ਕੋਈ ਬੰਦਾ ਰਾਗਾਂ ਨਾਲ ਸਿਫਤਾਂ ਕਰ ਰਿਹਾ ਹੈ, ਕੋਈ ਬੰਦਾ ਨਾਦ ਦਾ ਅਰਥ ਹੈ ਸੰਖ ਤੇ ਸਿੰਘੀ ਵਜਾ ਰਿਹਾ ਹੈ, ਜਿਵੇਂ ਜੋਗੀ ਵਜਾਉਂਦੇ ਨੇ, ਸੰਖ ਵਜਾ ਪੂਰ ਰਿਹਾ, ਸਿੰਘੀ ਵਜਾ ਰਿਹਾ। ਤੇ ਆਪ ਜੀ ਨੂੰ ਪਤਾ ਹੋਣਾ, ਜਦੋਂ ਵੇਦ ਪਾਠੀ ਜਿਹੜੇ ਸੱਚੀ ਮੁੱਚੀ ਵੇਦ ਪਾਠੀ ਨੇ, ਉਹਨਾਂ ਦੇ ਪੜਨ ਦੀ ਕਮਾਲ ਦੀ ਲਹਿਕ ਹੁੰਦੀ ਹੈ। ਹਰ ਵੇਦ ਪੜਨ ਲੱਗਿਆਂ ਕੱਪੜੇ ਵੱਖਰੇ ਵੱਖਰੇ ਪਾਏ ਜਾਂਦੇ ਆ। ਬਾਬਾ ਜੀ ਦੀ ਬਾਣੀ 'ਚ ਇੱਕ ਬਚਨ ਹੁੰਦਾ, ਬੱਗਾ ਰੱਤਾ ਪੀਲਾ ਕਾਲਾ ਭੇਦਾ ਕਰੀ ਪੁਕਾਰ। ਹਰ ਵੇਦ ਜਦੋਂ ਪੜਿਆ ਜਾਂਦਾ, ਉਹਦੇ ਕੱਪੜੇ ਪੋਸ਼ਾਕ ਵੱਖਰੀ ਹੁੰਦੀ। ਸਤਿਗੁਰਾਂ ਨੇ ਇੱਥੇ ਬਚਨ ਕੀਤਾ, ਕੋਈ ਗਾਵੇ ਰਾਗੀ ਨਾਦੀ ਬੇਦੀ। ਰਾਗ ਰਾਹੀਂ ਸਿੰਗੀ ਵਜਾ ਕੇ, ਬਾਜੇ ਵਜਾ ਕੇ, ਤੰਤੀ ਸਾਜ਼ ਵਜਾ ਕੇ। ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਪਰ ਆਪਾਂ ਪੋਜ਼ਿਟਿਵ ਵੀ ਆਵਾਂਗੇ। ਕੋਈ ਗਾਵੇ ਰਾਗੀ ਨਾਦੀ ਬੇਦੀ, ਵੇਦਾਂ ਦੇ ਮੰਤਰ ਪੜ੍ਹ ਕੇ, ਸੂਤਰ ਪੜ੍ਹ ਕੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਮਨ ਮੈਲੇ ਸਭ ਕਿਛ ਮੈਲਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਗਾਉਣਾ ਨਹੀਂ, ਉਹਨਾਂ ਦਾ ਰੋਣਾ ਹੈ। ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ। ਜੇ ਮੇਰੇ ਦਰਦ ਹੋ ਰਹੀ ਹੈ, ਮੈਂ ਉੱਤੇ ਕੱਪੜੇ ਨਾਲ ਢੱਕ ਦਿਆਂ, ਦਰਦ ਖਤਮ ਹੋ ਜਾਊਗੀ। ਅੰਦਰ ਦੀ ਮੈਲ ਹੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਮਹਾਰਾਜ ਕਹਿੰਦੇ ਨੇ ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ। ਅਖੀਰਲਾ ਬਚਨ ਨੇ, ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਜਿਸ ਬੰਦੇ ਦਾ ਅੰਦਰ ਨਿਰਮਲ ਹੈ, ਹਰ ਭਗਤ ਹਰ ਲੀਜੈ, ਉਹ ਪਰਮਾਤਮਾ ਦੀ ਭਗਤੀ ਕਰਦਾ ਹੈ। ਇੱਕ ਨਾ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਵਾਹਿਗੁਰੂ ਜੀ ਮਹਾਰਾਜ ਕਹਿੰਦੇ ਘਾਲਣਾ ਕਾਲਣੀ ਹੈ, ਬੰਦਗੀ ਕਰਨੀ ਹੈ, ਇਸ ਮਨ ਨੂੰ ਕਾਬੂ ਕਰੋ। ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਤੇ ਜੇ ਮਨ ਸੁਭਾਅ ਸਾਫ਼ ਕਰਕੇ ਨਿਕਪਟ ਹੋ ਕੇ ਭਗਤੀ ਕਰਾਂਗੇ ਨਾ, ਤੇ ਮਹਾਰਾਜ ਕਹਿੰਦੇ ਨਿਹਾਲ ਨਿਖਾਲ ਨਿਖਾਲ ਤੋਂ ਨਿਹਾਲ ਹੋਵੇਗਾ ਜੇ ਭਗਤੀ ਕਰੇਗਾ। ਚਲੋ ਇੱਕ ਉਦਾਹਰਨ ਮੈਂ ਆਪ ਅਸਾਂ ਦਸ਼ਮੇਸ਼ ਜੀ ਦਾ ਜ਼ਿਕਰ ਵੀ ਕਰਨਾ ਜੀ। 100 ਸਾਖੀ ਵਿੱਚ ਇੱਕ ਸਾਖੀ ਹੈ। ਵੇਖੋ ਸਾਡੇ ਇਤਿਹਾਸਕ ਗ੍ਰੰਥ ਜਿਹੜੇ ਨਾ, ਸਾਰੇ ਸੱਚ ਪਾਉਣ ਵਾਲੇ ਨਹੀਂ। ਚਾਹੇ ਜਨਮ ਸਾਖੀਆਂ ਨੇ, ਚਾਹੇ ਸਾਡੇ ਕੋਲ ਪ੍ਰਕਾਸ਼ ਨੇ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼। ਸਾਡੇ ਕੋਲ ਬਿਲਾਸ ਨੇ, ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ। ਮੈਂ ਕਹਿੰਦਾ ਹੁੰਦਾ
ਨਿੰਦਨ ਦੀ ਥਾਂ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੰਨਾ ਕੋ ਅਭਿਆਸ ਕਰੋ, ਸਤਿਗੁਰਾਂ ਦੀ ਸ਼ਬਦ ਦੀ ਕਸਵੱਟੀ ਨਾਲ ਅਰਥ ਕਰੀ ਜਾਏ, ਕਿਉਂਕਿ ਇਸ ਤਰੀਕੇ ਨਾਲ ਅਸੀਂ ਲੱਭ ਸਕਨੇ ਹਾਂ। ਉਹਦੇ ਵਿੱਚ ਇੱਕ ਸਾਖੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਸੰਗਤ ਆਨੰਦਪੁਰ ਸਾਹਿਬ ਬਹੁਤ ਇਕੱਠੀ ਹੋਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਆ ਕਿ ਸਾਡੀ ਆਗਿਆ ਤੋਂ ਬਿਨਾ ਕਿਸੇ ਸਿੱਖ ਨੂੰ ਬਾਹਰ ਨਹੀਂ ਜਾਣ ਦੇਣਾ। ਉਸ ਵਕਤ ਇਹ ਕਿਹਾ ਜਾਂਦਾ ਹੈ ਕਿ ਸਿੱਖ ਸੰਗਤਾਂ ਰੁਕ ਗਈਆਂ। ਉਹਨਾਂ ਵਿੱਚ ਇੱਕ ਰਾਗੀ ਸਿੰਘ ਸਨ ਜੀ। ਉਹ ਜਦੋਂ ਕੀਰਤਨ ਕਰਦੇ ਸਨ, ਉਹਨਾਂ ਦੀਆਂ ਅੱਖਾਂ 'ਚ ਪਾਣੀ ਵਹਿ ਤੁਰਨਾ, ਉਹਨਾਂ ਨੇ ਬੈਰਾਗ 'ਚ ਰੋਈ ਜਾਣਾ ਤੇ ਨਾਲ ਇਹ ਸ਼ਬਦ ਕਹਿਣਾ, ਹਜ਼ੂਰ ਸਾਰੀ ਜ਼ਿੰਦਗੀ ਚਿੱਤ ਕਰਦਾ ਤੁਹਾਡੇ ਚਰਨਾਂ ਵਿੱਚ ਬਤੀਤ ਕਰੀਏ। ਜਦੋਂ ਸ਼ਬਦ ਦੀ ਗੱਲ ਸੁਣਨੀ ਕਰਨੀ, ਰੋ ਪੈਣਾ। ਸਤਿਗੁਰੂ ਰੋਜ਼ ਰੋਜ਼ ਸੁਣ ਰਹੇ ਸਨ। ਮਹਾਰਾਜ ਜੀ ਨੇ ਇੱਕ ਦਿਨ ਕਿਹਾ, ਇਸ ਅਮਕੇ ਇਲਾਕੇ ਦੀ ਸੰਗਤ ਨੂੰ ਬਿਲਕੁਲ ਨਹੀਂ ਜਾਣ ਦੇਣਾ। ਪਰਿਵਾਰ ਦਾ ਮੋਹ ਪੈਦਾ ਹੋਇਆ, ਘਰ ਚੇਤੇ ਆਇਆ, ਪਰ ਸਿੱਖਾਂ ਨੇ ਰੋਕ ਦਿੱਤਾ। ਤਿਆਰੀ ਕਰਕੇ ਤੁਰੇ, ਪਰ ਇੱਕ ਦਿਨ ਕਿ ਮੈਂ ਸਿਰਫ ਬੇਨਤੀ ਕਰ ਰਿਹਾ, ਮਨ ਦਾ ਕਪਟ ਗੁਰੂ ਅੱਗੇ ਨਹੀਂ ਚੱਲਣਾ। ਸੱਚੀ ਮੁੱਚ ਜਿਹੜਾ ਕੋਈ ਬੰਦਾ, ਮੈਂ ਆ ਤੁਸੀਂ ਹੋ, ਜਿਹੜਾ ਬੰਦਾ ਦੂਜੇ ਨੂੰ ਧੋਖਾ ਦੇ ਰਿਹਾ, ਮਤ ਸਮਝੇ ਮੈਂ ਕਿਸੇ ਨੂੰ ਧੋਖਾ ਦੇ ਰਿਹਾ, ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ। ਉਹਦਾ ਆਪਣਾ ਅੰਦਰ ਮੈਲਾ ਮਨ ਕਦੀ ਧੋਖਾ, ਕਿਸੇ ਨੂੰ ਵਕਤੀ ਤੌਰ ਤੇ ਧੋਖਾ ਦੇ ਦੇਣਾ। ਬਸ ਉਹਨਾਂ ਨੇ ਇੱਕ ਦਿਨ ਕੀ ਕੀਤਾ, ਕਪਟ ਖੇਡਿਆ, ਚਰਾਈ ਚਤਰਾਈ ਕੀਤੀ। ਇੱਕ ਬੰਦੇ ਨੂੰ ਉਹਦੀ ਅਰਥੀ ਬਣਾ ਲਈ ਜੀ। ਉਹਨਾਂ ਨੂੰ ਪਤਾ ਸੀ ਹਜ਼ੂਰ ਨੇ ਜਾਨ ਨਹੀਂ ਦੇਣਾ। ਉਸ ਬੰਦੇ ਨੂੰ ਬਣਾ ਕੇ, ਬਬਾਨ ਕਹਿ ਲੋ, ਅਰਥੀ ਬਣਾ ਕੇ ਉਹਨੂੰ ਕਹਿ ਦਿੱਤਾ, ਤੈਨੂੰ ਲਟਾ ਕੇ ਉੱਤੇ ਸਵੇਰੇ ਅਸੀਂ ਸ਼ਬਦ ਪੜ੍ਹਦੇ ਹੋਏ ਗੁਰਦੇਵ ਦੇ ਅੱਗੋਂ ਨਿਕਲ ਜਾਵਾਂਗੇ। ਇਹ ਕਹਿ ਦਿਆਂਗੇ ਵੀ ਸਿੱਖ ਪੂਰਾ ਹੋ ਗਿਆ। ਤੇ ਇਹਨੇ ਕਿਹਾ ਸੀ ਜੀ ਮੇਰਾ ਸੰਸਕਾਰ ਸਵਖਤੀ ਕਰਿਆ ਜੇ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਤੋਂ ਨਿਕਲੋ, ਮਰੇ ਨੂੰ ਕਿਹਨੇ ਰੋਕਣਾ ਹੈ। ਸੌ ਸਾਖੀ ਵਾਲਾ ਲਿਖਦਾ ਹੈ ਵੀ ਉਹ ਬੰਦੇ ਚੱਲ ਪਏ। ਸਵੇਰੇ ਜੀ ਉਹਨਾਂ ਨੇ ਉਹਦਾ ਸਰੀਰ ਰੱਖ ਲਿੱਤਾ, ਉੱਤੇ ਚਿੱਟੇ ਕੱਪੜੇ ਪਾ ਦਿੱਤੇ ਤੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ, ਸੇਵਕ ਕੀ ਓੜਕ ਨਿਭੀ ਪ੍ਰੀਤ। ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਗੁਰਬਾਣੀ ਨਿਰਮਲ ਹੈ। ਜਦੋਂ ਮੈਲਾ ਹਿਰਦਾ ਉਹਦੀ ਦੁਰਵਰਤੋਂ ਕਰਦਾ, ਉਦੋਂ ਗੁਰੂ ਕਿਰਪਾ ਨਹੀਂ ਹੁੰਦੀ, ਨਹੀਂ ਹੋ ਸਕਦੀ ਜੀ। ਉਹਨਾਂ ਨੇ ਸ਼ਬਦ ਸ਼ੁਰੂ ਕਰ ਦਿੱਤਾ, ਸੇਵਕ ਕੀ ਓੜਕ ਨਿਭੀ ਪ੍ਰੀਤ। ਉਹ ਚਲੇ ਜਾ ਰਹੇ ਆ। ਹਜ਼ੂਰ ਨੇ ਸੁਣੀ ਆਵਾਜ਼ ਤੇ ਸੇਵਾਦਾਰਾਂ ਨੂੰ ਕਿਹਾ, ਰੋਕ ਦਿਓ। ਉਹਨਾਂ ਨੂੰ ਰੋਕ ਦਿੱਤਾ। ਹਜ਼ੂਰ ਆਪ ਅੱਗੇ ਆ ਗਏ ਤੇ ਮਹਾਰਾਜ ਪੁੱਛਦੇ ਆ ਜੀ ਇਹ ਹੋਇਆ ਕੀ। ਉਹਨਾਂ ਨੇ ਕਿ ਸ਼ਬਦਾਵਲੀ ਬੜੀ ਪੁਰਾਣੀ ਕਮਾਲ ਦੀ ਮਿੱਠੀ, ਕਹਿੰਦੇ ਨੇ ਮਹਾਰਾਜ ਜੀ ਇਹ ਸਿੱਖ ਹੁਕਮ ਸਾਤੂ ਆ, ਇਹਦਾ ਮਤਲਬ ਇਹ ਚੜ੍ਹਾਈ ਕਰ ਗਿਆ। ਫਿਰ ਮਹਾਰਾਜ ਕਹਿੰਦੇ ਨੇ ਤੁਸੀਂ ਇਸ ਵੇਲੇ, ਕਹਿਣ ਲੱਗੇ ਇਸ ਨੇ ਕਿਹਾ ਸੀ ਵੀ ਸੁਬਕਤੇ ਮੇਰਾ ਸੰਸਕਾਰ ਕਰ ਦੇਣਾ। ਹਜ਼ੂਰ ਨੇ ਕਿਹਾ ਇੰਨਾ ਨੇਮੀ ਪ੍ਰੇਮੀ ਸਿੱਖ। ਮਹਾਰਾਜ ਕਹਿਣ ਲੱਗੇ ਰੋਕ ਲਓ, ਅਰਥੀ ਉਤਾਰੋ। ਅਰਥੀ ਉਤਾਰਨ ਤੋਂ ਬਾਅਦ ਕਹਿਣ ਲੱਗੇ ਜਿਹੜਾ ਇੰਨਾ ਨੇਮੀ ਹੈ ਉਹਦਾ ਸੰਸਕਾਰ ਅਸੀਂ ਆਪਣੇ ਹੱਥੀਂ ਕਰਾਂਗੇ। ਪਰ ਬੰਦਾ ਜਿਉਂਦਾ ਸੀ। ਯਾਦ ਰੱਖਿਓ, ਇਹ 100 ਸਾਖੀ 'ਚ ਵੀ ਹੈ, ਗੁਰਪ੍ਰਤਾਪ ਸੂਰਜ ਵਿੱਚ ਵੀ ਹੈ, ਗਿਆਨੀ ਗਿਆਨ ਸਿੰਘ ਵੀ ਲਿਖੀ ਹੈ, ਸਭ ਲਿਖੀ। ਉਹ ਜੀ ਰਿਹਾ ਹੈ, ਪਰ ਧੋਖਾ ਕਿਹਨੂੰ ਦੇ ਰਹੇ ਹਾਂ ਆਪਾਂ। ਮੈਂ ਸੱਚੀ ਕਹਿਣਾ ਗੁਰਮੁਖੋ, ਜਿੰਨਾ ਮਰਜ਼ੀ ਕਰ ਲਈਏ, ਧੋਖੇ ਵਾਲਾ ਬੰਦਾ ਗੁਰੂ ਘਰ ਪ੍ਰਵਾਨ ਨਹੀਂ ਹੈ। ਕਪਟ ਵਾਲਾ, ਛਲ ਵਾਲਾ, ਉਹ ਆਪਾਂ ਤਾਂ 2 ਮਿੰਟ ਚੌਂਕੜੀ ਮਾਰ ਕੇ ਬਹਿਣਾ ਹੋਵੇ ਤੇ 4-5 ਇੰਚ ਦਾ ਕਿਤੇ ਉੱਚਾ ਨੀਵਾਂ ਥਾਂ ਹੋਵੇ, ਸਾਡੀ ਚੌਂਕੜੀ ਨਹੀਂ ਵੱਜਦੀ। ਤੇ ਜਿਸ ਬੰਦੇ ਦੇ ਮਨ ਵਿੱਚ ਹੀ ਟੋਏ ਟਿੱਬੇ ਬਣੇ ਪਿਆ, ਰੱਬ ਉੱਥੇ ਆ ਕੇ ਬਹਿ ਜਾਊਗਾ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਉੱਚਾਪਨ ਤੇ ਨੀਵਾਂਪਨ। ਹਜ਼ੂਰ ਨੇ ਕਿਹਾ ਇਹਦਾ ਸੰਸਕਾਰ ਸਾਹਮਣੇ ਕਰੋ। ਤੇ ਕਮਾਲ ਦੀ ਗੱਲ, ਜਦੋਂ ਬੰਦੇ ਕਪਟ ਖੇਡਦੇ ਆ, ਕਪਟੀ ਬੰਦਾ ਦੂਜੇ ਦਾ ਮਿੱਤਰ ਨਹੀਂ ਹੋ ਸਕਦਾ। ਭਾਵੇਂ ਇੱਕ ਟੀਮ ਬਣਾ ਕੇ ਕਪਟ ਖੇਡਣ, ਪਰ ਮਿੱਤਰ ਨਹੀਂ ਹੋ ਸਕਦੇ, ਯਾਦ ਰੱਖਿਓ। ਹੁਣ ਉਹ ਬੰਦੇ ਨੂੰ ਇਹ ਸੀ ਘੱਟੋ ਘੱਟ ਇਹ ਮੰਨ ਜਾਣਗੇ, ਚਰਨਾਂ 'ਚ ਮੱਥਾ ਟੇਕ ਕੇ ਕਹਿਣਗੇ ਮਹਾਰਾਜ ਜੀ ਸਾਨੂੰ ਬਖਸ਼ ਦਿਓ। ਉਹਨਾਂ ਨੇ ਮਨ ਸੋਚਿਆ ਮਰਦਾ ਸੜਨਾ ਤੇ ਇਹਨੇ ਵੀ ਆਪਾਂ ਤਾਂ ਬਚੀਏ। ਕਿਹਾ ਜਾਂਦਾ ਵੀ ਚਿਖਾ ਬਣਾ ਦਿੱਤੀ। 100 ਸਾਖੀ ਵਾਲਾ ਕਹਿੰਦਾ ਮਹਾਰਾਜ ਨੇ ਆਪਣੇ ਆਪ ਲਈ ਜੀ। ਉਹ ਜਿਹਨੂੰ ਲਾਉਂਦੇ ਆਪਾਂ ਅੱਗ ਲਾਉਂਦੇ ਆ, ਉਹ ਜਦੋਂ ਮਹਾਰਾਜ ਅਗਨ ਲਾਉਣ ਲੱਗੇ ਨਾ, ਉਹ ਬੰਦਾ ਚਾਦਰ ਪਾੜ ਕੇ ਲੱਕੜਾਂ ਉਤਲੀਆਂ ਸੱਟ ਕੇ ਭੱਜ ਗਿਆ। ਸਾਰੇ ਹੈਰਾਨ ਹੋ ਗਏ। ਹਜ਼ੂਰ ਨੇ ਹੱਸਦਿਆਂ ਕਿਹਾ, ਵਿਅੰਗ ਕਰਦੇ ਮਹਾਰਾਜ ਹੱਸ ਕੇ ਕਹਿੰਦੇ ਗਿਆ ਸੁਰੁਕੋ, ਸਿੱਧਾ ਬਕਿੰਠ ਨੂੰ ਗਿਆ।
ਮੈਂ ਆਪ ਨੂੰ ਬੇਨਤੀ ਕਰਾਂ, ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਕਪਟ ਜ਼ਾਹਰ ਕੀਤਾ ਤੇ ਉਹਨਾਂ ਨੇ ਦੁਬਾਰਾ ਕਹਿ ਦਿੱਤਾ, ਕਹਿਣ ਲੱਗੇ ਤੁਸੀਂ ਗੁਰੂ ਹੋ। ਫਿਰ ਵੀ ਨਹੀਂ ਮਨ ਮੰਨਦਾ ਜੀ, ਮਨ ਝੁਕ ਜਾ ਹੋਣੀ ਕੰਵਲਿਆ। ਕਹਿੰਦੇ ਤੁਸੀਂ ਗੁਰੂ, ਅਸੀਂ ਸਿੱਖ। ਜੇ ਸਿੱਖਾਂ ਨੇ ਇਸ ਤਰ੍ਹਾਂ ਕਰ ਲਿਆ ਸੀ, ਗੁਰੂ ਨੂੰ ਜ਼ਾਹਰ ਨਹੀਂ ਸੀ ਕਰਨਾ ਚਾਹੀਦਾ। ਜੇ ਅਸੀਂ ਕਰ ਦਿੱਤਾ, ਤੁਸੀਂ ਜ਼ਾਹਰ ਕਿਉਂ ਕੀਤਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੇ ਮੈਂ ਜ਼ਾਹਰ ਨਾ ਕਰਦਾ, ਤੁਸਾਂ ਜਾ ਕੇ ਕਹਿਣਾ ਸੀ ਜੈਸਾ ਗੁਰੂ ਵੈਸੇ ਖੰਮ, ਜੈਸੇ ਖੰਮ ਵੈਸਾ ਗੁਰੂ। ਜੇ ਗੁਰੂ ਅੰਤਰਜਾਮੀ ਹੁੰਦਾ ਤੇ ਸਾਨੂੰ ਰੋਕ ਲੈਂਦਾ। ਸਿੱਖੋ, ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਧਰੀਕ ਹੋ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਜ਼ਿੰਦਗੀ ਤਬਾਹ ਹੋਵੇ। ਪਿਆਰਿਓ, ਉਸ ਵਕਤ ਹਜ਼ੂਰ ਨੇ ਇੱਕ ਬਚਨ ਕਿਹਾ ਹੈ, ਉਹ 100 ਸਾਖੀ ਦਾ ਹੈ, ਅਰਥ ਮੈਂ ਕਰ ਦੇਂਗਾ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਸਿਰਫ ਰੋਈ ਜਾਈਏ ਤੇ ਯਾਦ ਰੱਖੋ, ਇਹ ਮਨ ਬੜਾ ਭੈੜਾ ਜੇ। ਮੈਂ ਆਪਣੀ ਗੱਲ ਕਰ ਰਿਹਾ, ਇਹ ਕਈ ਵਾਰੀ ਇਮੋਸ਼ਨਲ ਹੋ ਕੇ ਅੱਖਾਂ 'ਚ ਪਾਣੀ ਲੈ ਆਉਂਦਾ, ਪਰ ਆਪ ਕਮਲਾ ਭਿੱਜਦਾ ਨਹੀਂ। ਜਿਵੇਂ ਪਿੱਤਲ ਦੇ ਭਾਂਡੇ 'ਚ, ਸਟੀਲ ਦੇ ਜੱਗ 'ਚ ਬਰਫ਼ ਪਾ ਦਿਓ, ਪਾਣੀ ਪਾ ਦਿਓ, ਉਹਦੇ ਤੁਪਕੇ ਬਾਹਰ ਆ ਜਾਂਦੇ ਨੇ, ਪਰ ਮੈਟਲ ਥੋੜਾ ਕਿਤੇ ਨਰਮ ਹੋ ਜਾਂਦਾ। ਇਹ ਵੀ ਇਸ ਤਰ੍ਹਾਂ ਹੁੰਦਾ ਜੀ, ਕਈ ਵਾਰੀ ਵਕਤੀ ਤੌਰ ਤੇ ਅੱਖਾਂ 'ਚੋਂ ਪਾਣੀ ਸੱਲ ਲੈਂਦਾ, ਪਰ ਨਕੰਮਾ ਰਹਿੰਦਾ ਕਠੋਰ ਹੀ। ਮੈਂ ਆਪਣੀ ਗੱਲ ਕਰ ਰਿਹਾ, ਆਪ ਜੀ ਦੀ ਨਹੀਂ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਰੋਂਦਿਆਂ ਹੀ ਕੋਈ ਮੰਨਦਾ ਹੋਵੇ ਤੇ ਨੌਜਵਾਨ ਦੀ ਲਾਸ਼ ਕੋਲ ਬੀਬੀਆਂ ਵਹਿਣ ਪਾਉਂਦੀਆਂ ਨੇ, ਉਹ ਜਿਉਂਦਾ ਕਿਉਂ ਨਾ ਹੋ ਜਾਏ। ਰੋਵਤ ਰੀਤ ਪਜੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਪੰਛੀ ਸਵੇਰੇ ਸਵੇਰੇ ਬੋਲਦੇ ਪਿਆ, ਚਿੜੀਆਂ ਚਹਿਕਦੀਆਂ। ਨਾਵੇ ਦਾਦਰ ਮੋਹਨ ਸੋ ਬ੍ਰਿਸ਼ ਹੈ। ਪਾਣੀ 'ਚ ਡੱਡੂ ਨਹਾ ਰਿਹਾ, ਜਿਹੜਾ ਰੋਖਿਓ ਮੋਨੀ ਬਣਿਆ ਬੈਠਾ ਹੈ। ਨਾਵੇ ਦਾਦਰ ਮੋਹਨ ਸੋ ਬ੍ਰਿਸ਼ ਹੈ। ਬਾਨਰ ਜੰਗਲ ਬਾਸ ਬਨਾਰੀ। ਜੰਗਲ ਵਿੱਚ ਰਹਿੰਦਿਆਂ ਜੇ ਰੱਬ ਮਿਲਦਾ ਹੁੰਦਾ, ਗੁਰੂ ਗੋਬਿੰਦ ਸਿੰਘ ਨੇ ਸਾਰੇ ਬਾਂਦਰ ਬ੍ਰਹਮ ਗਿਆਨੀ ਨਾ ਹੁੰਦੇ। ਮਹਾਰਾਜ ਸਾਨੂੰ ਸਮੱਤ ਦਿਓ। ਕਹਿਣ ਲੱਗੇ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਜਿਸ ਦੇ ਹਿਰਦੇ ਵਿੱਚ ਪ੍ਰੀਤ ਵੀ ਹੋਵੇ ਤੇ ਪ੍ਰਤੀਤ ਵੀ ਹੋਵੇ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਇਸ ਤੁਕ ਨੂੰ ਸਿਰਫ ਤੁਸੀਂ ਧਿਆਨ ਨਾਲ ਸੁਣਿਓ। ਪ੍ਰੀਤ ਤੇ ਪ੍ਰਤੀਤ, ਪਿਆਰ ਹੋਵੇ, ਭਰੋਸਾ ਹੋਵੇ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਸੁਖ ਹੋਵੇ, ਕੀਰਤਨੀਆ ਹੋਵੇ, ਵਿਦਵਾਨ ਹੋਵੇ, ਉਹ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ। ਉਸ ਵਕਤ ਕਹਿੰਦੇ ਨੇ ਮਹਾਰਾਜ ਜੀ ਨਾ ਜੀ, ਉਹਨਾਂ ਦੇ ਮਨ ਨੂੰ ਲੱਗੀ ਚਰਨ ਫਲ ਹੈ। ਸਤਿਗੁਰਾਂ ਨੇ ਨਾਲ ਹੀ ਕਿਹਾ, ਜਾਓ ਭਾਈ ਸਿੱਖੋ, ਲਿਖ ਹੈ ਕਤੈ ਨਾ ਛੁਟੀਐ। ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮੈਂ ਸਿਰਫ ਇੱਕ ਬੇਨਤੀ ਕੀਤੀ, ਕਪਟ। ਚਲੋ ਇਹ ਤਾਂ 100 ਸਾਖੀ ਹੋ ਗਈ ਨਾ ਜੀ, ਸਾਖੀਕਾਰ ਨੇ ਲਿਖੀ। ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਥੋੜੇ ਜਿਹੇ ਮੈਂ ਸ਼ੇਰ ਆਪ ਨਾਲ ਸਾਂਝੇ ਕਰਾਂਗਾ। ਜਦੋਂ ਮਹਾਰਾਜ ਪਹਿਲਾਂ ਤਾਂ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਦਾ ਮੰਗਲ ਕੀਤਾ, ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਜਦੋਂ ਮਹਾਰਾਜ ਦਾਸਤਾਨ ਲਿਖਦੇ ਨੇ ਨਾ, ਉਸ ਵਿੱਚ ਮਹਾਰਾਜ ਜੀ ਦਾ ਬਚਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਮਰਾ ਐਤਬਾਰੇ ਬਰੀ ਕਸਮ ਨੇਸਤ। ਅਖਰੀ ਅਰਥ ਆਪਾਂ ਕਰ ਲੈਣੇ ਆ ਜੀ। ਮਰਾ ਦਾ ਅਰਥ ਹੈ ਮੈਨੂੰ, ਐਤਬਾਰੇ ਅਸੀਂ ਪੰਜਾਬੀ ਚ ਵਰਤਦੇ ਹਾਂ ਐਤਬਾਰ। ਮਰਾ ਐਤਬਾਰੇ ਬਰੀ, ਬਰੀ ਦਾ ਅਰਥ ਉੱਤੇ, ਕਸਮ ਸਹੁੰ, ਨੇਸਤਸ ਦਾ ਅਰਥ ਬਿਲਕੁਲ ਨਹੀਂ। ਇਹਦਾ ਮਤਲਬ ਔਰੰਗਜ਼ੇਬ ਨੂੰ ਕਹਿੰਦੇ ਨੇ, ਮੈਨੂੰ ਤੇਰੀ ਚੁੱਕੀ ਹੋਈ ਕਸਮ ਤੇ ਕੋਈ ਯਕੀਨ ਨਹੀਂ। ਮਰਾ ਐਤਬਾਰੇ ਬਰੀ ਕਿਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜਦਾਂ ਯਕੇਸਤ। ਸੱਚ ਐਵੇਂ ਜਿਸ ਕਸਮ ਵਿੱਚ ਤੂੰ ਲਿਖਿਆ ਹੈ ਕਿ ਰੱਬ ਖੁਦਾ ਇਸ ਦਾ ਗਵਾਹ ਹੈ। ਜਿੱਥੇ ਰੱਬ ਦੀ ਤੂੰ ਸਹੁੰ ਚੁੱਕੀ, ਮੈਨੂੰ ਤੇਰੀ ਸਹੁੰ ਉੱਤੇ ਬਰੰਚਕ ਮਾਤਰ ਭਰੋਸਾ ਨਹੀਂ। ਉਸ ਤੋਂ ਅਗਲਾ ਸ਼ੇਰ ਹੈ, ਨਾ ਕਤਰਾ ਮਰਾ ਇਤਬਾਰੇ ਬਰੋਸਤ। ਮੈਂ ਗੁਰਮੁਖੋ ਸਿਰਫ ਇਸ ਕਰਕੇ ਨਹੀਂ ਕਿ ਵਿਦਵਤਾ ਦਿਖਾਉਣ ਲਈ, ਮੇਰੀ ਇੱਛਾ ਹੈ ਗੁਰਮਤ ਨੇ ਜੋ ਕਿਹਾ, ਗੱਲ ਅੱਜ ਹੈ ਜੋ ਕਿਛ ਕੀਆ ਸੋ ਮਨ ਕੀਆ, ਮੈਂ ਇਹਦੀ ਗੱਲ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ, ਨਾ ਕਤਰਾ ਮਰਾ, ਕਤਰਾ ਦਰ ਤੇ ਥੋੜਾ ਜਿੰਨਾ, ਮਰਾ ਦਰ ਤੇ ਮੈਨੂੰ। ਨਾ ਕਤਰਾ ਮਰਾ ਇਤਬਾਰੇ ਬਰੋਸਤ, ਤੇਰੀ ਚੁੱਕੀ ਕੋਈ ਸਹੁੰ ਦੇ ਉੱਤੇ ਮੈਨੂੰ ਕੋਈ ਭਰੋਸਾ ਨਹੀਂ ਕਿ ਬਖਸ਼ੀ ਵਾ ਦੀਵਾਂ ਹਮਾ ਕਿਜ਼ਬ ਗੋਸ਼ਤ। ਤੇਰੇ ਸੈਨਾਪਤੀ ਤੇ ਵਜ਼ੀਰ ਇਹ ਪੈਰ ਪੈਰ ਤੇ ਝੂਠ ਬੋਲਦੇ ਆ। ਇਸੇ ਨੂੰ ਸਤਿਗੁਰਾਂ ਨੇ ਬਾਣੀ ਚ ਫਿਰ ਆਪਣੀ ਰਚਨਾ ਚ ਅੱਗੇ ਕਿਹਾ, ਹਮੂ ਮਰਦ ਬਾਇਦ ਸ਼ਬਦ ਸੁਖਨਵਰ। ਜੇ ਮਨ ਮੈਲਾ ਹੈ
ਤੇ ਰੱਬ ਦੀ ਸਹੁੰ ਚੁੱਕੀ ਵੀ ਗੁਰੂ ਗੋਬਿੰਦ ਸਿੰਘ ਝੂਠ ਹੈ। ਹਾਲਾਂਕਿ ਯਜਦਾ ਯਕੇਸ ਦਾ ਅਰਥ ਹੈ ਰੱਬ ਦੀ ਸਹੁੰ ਚੁੱਕਣੀ। ਮੁਸਲਮਾਨ ਚੁੱਕੇ, ਖੁਦਾ ਦੀ ਸਹੁੰ ਚੁੱਕੀ। ਹਜ਼ੂਰ ਨੇ ਕਿਹਾ ਤੇਰਾ ਮਨ ਸਾਫ਼ ਨਹੀਂ, ਤੇਰੀ ਚੁੱਕੀ ਹੋਈ ਸਹੁੰ ਦਾ ਕੋਈ ਅਰਥ ਨਹੀਂ। ਮਹਾਰਾਜ ਦਾ ਬਚਨ ਹੈ ਖਮੂ ਮਰਦ ਬਾਇਦ ਸ਼ਵਦ ਸੁਖਨਵਰ। ਮਰਦ ਹੋਵੇ ਜਿਹੜਾ ਬੋਲਾਂ ਦਾ ਪੱਕਾ ਹੋਵੇ। ਹਮੂ ਮਰਦ ਬਾਇਦ ਸ਼ਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜਿਹਦੇ ਢਿੱਡ ਵਿੱਚ ਕੁਛ ਹੋਵੇ ਤੇ ਮੂੰਹ ਵਿੱਚ ਕੁਛ ਹੋਵੇ ਉਹ ਮਰਦ ਨਹੀਂ ਹੋ ਸਕਦਾ। ਮੈਂ ਸਿਰਫ ਆਪ ਜੀ ਨੂੰ ਫਿਰ ਉਸੇ ਵਿਸ਼ੇ ਤੇ ਲਿਆਉਣਾ ਚਾਹੁੰਦਾ। ਮਨ ਮੈਲਾ ਹੈ ਤੇ ਸਭ ਕੁਛ ਮੈਲਾ ਹੈ। ਦੂਜੀ ਗੱਲ, ਕਿਸੇ ਮੇਰਾ ਖਿਆਲ ਸਾਡੇ ਕੋਲ ਇੱਕੋ ਪੈਮਾਨਾ ਹੈ। ਜੇ ਸੰਗਤ ਵਿੱਚ, ਕੀਰਤਨ ਵਿੱਚ, ਪਾਠ ਵਿੱਚ, ਬਾਣੀ 'ਚ ਮਨ ਨਹੀਂ ਟਿਕਦਾ, ਕਿਸੇ ਨੂੰ ਥਾਂ ਥਾਂ ਪੁੱਛਣ ਦੀ ਥਾਂ ਤੇ ਮੇਰਾ ਮਨ ਕਿਉਂ ਨਹੀਂ ਟਿਕਦਾ, ਗੁਰਬਾਣੀ ਨੇ ਸਿੱਧੀ ਗੱਲ ਕਹੀ, ਮੈਲ ਹੀ ਮਨ ਨੂੰ ਟਿਕਣ ਨਹੀਂ ਦੇਣਾ। ਮੈਲਾ ਮਨ ਕਦੀ ਨਹੀਂ ਟਿਕ ਸਕਦਾ ਜੀ, ਬਿਲਕੁਲ ਟਿਕ ਨਹੀਂ ਸਕੇਗਾ। ਹੁਣ ਅਗਲੀ ਬੇਨਤੀ ਹੈ, ਇਹ ਮਨ ਜਿਹੜਾ ਹੈ ਆਪਾਂ ਇਹਨੂੰ ਮਾਰ ਦਈਏ। ਬਾਣੀ 'ਚ ਹਾਲੇ ਆਇਆ ਮਨ ਮਾਰਨ ਕਾਰਨ ਬਰ ਜਾਈਏ। ਜੇ ਇਹ ਹੀ ਮਰ ਗਿਆ ਤੇ ਫਿਰ ਬਣੇਗਾ ਕੀ? ਅਸਲ 'ਚ ਮਾਰਨ ਤੋਂ ਭਾਵ ਹੈ ਕਿ ਆਪਣੇ ਮਨ ਦੀ ਉਹ ਬਿਰਤੀ ਜਿਹੜੀ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੋ ਚੁੱਕੀ ਹੈ, ਉਸ ਨੂੰ ਰੋਕ ਕੇ ਪਰਮਾਤਮਾ ਵਾਲੇ ਪਾਸੇ ਲਾ ਲੈਣਾ। ਯਾਦ ਰੱਖਿਓ, ਜੇ ਵਾਸ਼ਨਾ ਦਾ ਰਸ ਮਨ ਭੋਗਦਾ ਤੇ ਕੀਰਤਨ ਦਾ ਰਸ ਵੀ ਮਨ ਮਾਣੇਗਾ। ਉਹ ਸ਼ਕਤੀ ਨੂੰ ਕਦੀ ਮਾਰੇ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ 3-4 ਸ਼ਬਦ ਭਗਤ ਕਬੀਰ ਸਾਹਿਬ ਦੇ ਆਪਾਂ ਲਾਂਗੇ। ਇੱਕ ਤਾਂ ਬਚਨ ਹੈ, ਇਹ ਮਨ ਤਾਂ ਮੰਨੇਗਾ ਜੇ ਮੂਲ ਸਰੋਤ ਨਾਲ ਜੁੜੇਗਾ। ਮਹਾਰਾਜ ਜੀ ਇੱਥੇ ਕਿਹਾ ਨਾ ਮਨ ਮੈਲੇ ਸਭ ਕੁਛ ਮੈਲਾ, ਤੇ ਬਾਣੀ 'ਚ ਇਹ ਵੀ ਕਿਹਾ ਹੈ ਗੁਰਦੇਵ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਲਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇੱਥੋਂ ਤੱਕ ਹੈ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਓ। ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹੇ ਨਾ ਜਾਏ। ਮਹਾਰਾਜ ਨੇ ਇਹਨੂੰ ਸੁੰਦਰ ਵੀ ਕਿਹਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਇੱਥੋਂ ਤੱਕ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਹੁਣ ਦੂਜਾ ਪੱਖ ਮੈਂ ਬੇਨਤੀ ਕਰਨੀ ਹੈ, ਇਹ ਕਾਬੂ ਕਿਵੇਂ ਆ ਜਾਏ? ਇਹ ਤਾਂ ਕਹਿ ਦਿੱਤਾ ਮਨ ਮੈਲਾ ਹੈ ਜੀ, ਝੂਠਾ ਹੈ ਜੀ, ਕਪਟੀ ਹੈ। ਕਾਬੂ ਕਿਵੇਂ ਆਏ? ਸਤਿਗੁਰਾਂ ਦੀ ਬਾਣੀ 'ਚ 3 ਸ਼ਲੋਕ ਆਪਾਂ ਪੜ੍ਹੀਏ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਮੰਮਾ ਮੂਲ ਗਿਆ ਮਨ ਮਾਨੇ। ਇਹ ਮਨ ਉਦੋਂ ਮੰਨੇਗਾ ਜਦੋਂ ਇਹ ਮੂਲ ਨਾਲ ਜੁੜੇਗਾ। ਸਾਡਾ ਮੂਲ ਕੀ ਹੈ? ਵਾਹਿਗੁਰੂ ਜੀ ਹੈ ਨਾ, ਪਰਮਾਤਮਾ ਹੈ ਨਾ। ਇਹ ਓਨੀ ਦੇਰ ਤੱਕ ਨਹੀਂ ਮੰਨਣਾ ਜਿੰਨੀ ਦੇਰ ਤੱਕ ਬਾਹਰ ਮੁਖੀ ਹੈ। ਆਪਾਂ ਕਈ ਵਾਰੀ ਸਮਝਦੇ ਹਾਂ ਮਨ ਬਿਲਕੁਲ ਟਿਕ ਗਿਆ। ਨਹੀਂ ਪਿਆਰਿਓ, ਇਹਦੇ ਟਿਕ ਵਿੱਚ ਵੀ ਇਹ ਚਲਾਕੀ ਵਰ ਜਾਂਦਾ ਹੈ। ਵਿਚਾਰਮਾਲਾ ਵਿੱਚ ਇੱਕ ਸ਼ਲੋਕ ਹੈ, ਵਿਦਾਂਤ ਦਾ ਗ੍ਰੰਥ ਹੈ, ਦਲ ਦਲ ਪਾਤ ਪਾਤ ਕਾ ਪਟ ਦਾਮਨ ਕਛਪ ਮਾਤ ਭੂਤ ਦੀਪ ਦੀਪਕ ਸਿਖਾ ਯੋ ਮਨ ਬਿਰਤ ਅਨਾਥ। ਅਨਾਥ ਉਸ ਕਵੀ ਦਾ ਨਾਮ ਹੈ ਜੀ। ਉਹ ਕਹਿੰਦਾ ਮਨ ਤਾਂ ਇਸ ਤਰ੍ਹਾਂ ਦਲ ਦਲ ਪਾਤ, ਪਿੱਪਲ ਦਾ ਸ਼ਿਖਰ ਵਾਲਾ ਜਿਹੜਾ ਪੱਤਾ ਹੈ ਨਾ, ਟੀਸੀ ਦਾ, ਤੁਸੀਂ ਕਹੋ ਹਵਾ ਰੁਕੀ ਹੋਈ ਉਹ ਤਾਂ ਵੀ ਖਿਲਦਾ ਰਹਿੰਦਾ ਹੈ। ਝੰਡਾ ਹੋਵੇ ਪਤਲੇ ਕੱਪੜੇ ਦਾ, ਉਹਦਾ ਫਰਨਾ ਜਿਹੜਾ ਅਗਲ ਵਾਲੀ ਨੁੱਕਰ ਉਹ ਹਿਲਦੀ ਰਹਿੰਦੀ ਹੈ। ਚਮਕਦੀ ਬਿਜਲੀ ਅਸਮਾਨ ਤੋਂ, ਉਹ ਕਿੰਨੀ ਚੰਚਲ ਹੈ, ਕਦੀ ਟਿਕਦੀ ਦੇਖੀਏ? ਕੱਛੂ ਕੁੰਮੀ ਦੀ ਸਿਰੀ ਕਦੀ ਟਿਕਦੀ ਨਹੀਂ। ਖਿੰਨ ਵਿੱਚ ਉਹ ਆਪਣੀ ਵਿੱਚ ਲੈ ਜਾਂਦਾ ਸਿਰੀ, ਫਿਰ ਬਾਹਰ ਕੱਢ ਲੈਂਦਾ। ਉਹ ਲਿਖਦਾ ਦਲ ਦਲ ਪਾਤ, ਪਿੱਪਲ ਦੇ ਪੱਤੇ, ਪਾਤ ਕਾ ਪਟ, ਝੰਡੇ ਦਾ ਫਰਰਾ, ਅੱਗੇ ਹੈ ਦਾਮਨ, ਇਹਦਾ ਅਰਥ ਹੈ ਬਿਜਲੀ, ਕਸ਼ਪ ਮਾਤ, ਕੱਛੂ ਕੁੰਮੇ ਦੀ ਸਿਰੀ, ਇਹ ਕਦੀ ਨਹੀਂ ਟਿਕਦੇ। ਅਗਲਾ ਹੈ ਭੂਤ ਦੀਪ। ਇਹ ਪੁਰਾਣੇ ਲੋਕ ਕਹਿੰਦੇ ਸਨ ਸਿਵਿਆਂ 'ਚ ਦੀਵੇ ਆਪਣੇ ਆਪ ਬੁਝਦੇ ਤੇ ਬਲਦੇ ਨੇ। ਦੀਪਕ ਸਿਖਾ, ਦੀਵੇ ਬਾਲ ਲਵੋ, ਭਾਵੇਂ ਤੁਸੀਂ ਬੇਸਮੈਂਟ 'ਚ ਰੱਖ ਲਓ, ਦੀਵੇ ਦੇ ਸਿਖਰ ਦੀ ਜਿਹੜੀ ਲਾਟ ਇਹ ਖਿੱਲੀ ਜਾਂਦੀ ਹੈ। ਕਹਿਣ ਲੱਗੇ ਜਿਨ੍ਹਾਂ ਨੂੰ ਆਪਾਂ ਨਾਂ ਲਿਆ, ਇਸੇ ਤਰ੍ਹਾਂ ਸਾਡੇ ਮਨ ਦੀ ਬਿਰਤੀ ਮਤ ਸਮਝੋ ਟਿਕ ਗਿਆ, ਇਹ ਕਿਤੇ ਨਾ ਕਿਤੇ ਫੁਰਨਾ ਬਣਾ ਕੇ ਹਿੱਲੀ ਜਾਂਦਾ ਹੈ। ਕਿਵੇਂ ਟਿਕੇ? ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਮੰਮਾ ਮੂਲ ਗਿਆ ਮਨ ਮਾਨੈ। ਇਹ ਉਦਨ ਮੰਨੇਗਾ ਜਿੱਦਨ ਜੋਤ ਸਰੂਪ ਵਾਲੇ ਪਾਸੇ ਤੁਰੇਗਾ। ਬਾਹਰ ਮੁਖੀ ਹੋ ਕੇ ਨੇ ਮੰਨਣਾ ਨਹੀਂ। ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਕੋਈ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੇ। ਜਦੋਂ ਮਨ ਮਿਲ ਲੱਗੇ ਮਤਾਂ ਦੇਰੀ ਕਰਿਓ,
ਜਦੋਂ ਮਨ ਥੋੜਾ ਜਿਹਾ ਵੀ ਟਿਕਦਾ ਹੋਵੇ ਉਸੇ ਵਕਤ ਪਕੜ ਕੇ ਜੇ ਵੱਧ ਸਮਾਂ ਟਿਕ ਸਕਨੇ ਆ ਉਹਨੂੰ ਯਾਦ ਰੱਖੀਏ ਵਾਹਿਗੁਰੂ ਨੂੰ। ਮਤ ਕੋਈ ਮਨ ਮਿਲਤਾ ਬਿਲਮਾਵੇ, ਮਗਨ ਭਇਆ ਇਹ ਸੋ ਸੱਚ ਪਾਵੇ। ਹੁਣ ਅਗਲੀ ਤੁਕ ਹੈ, ਮੰਮਾ ਮਨ ਸੋ ਕਾਜ ਹੈ, ਇਹਦੇ ਤੋਂ ਬਿਨਾ ਨਾ ਪਾਪ ਹੈ ਤਾਂ ਨਾ ਪੁੰਨ ਹੈ। ਇਹ ਹਰ ਪਾਸੇ ਤੋਰਦਾ। ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸੋ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਵਰਗਾ ਕੋਈ ਯਾਰ ਕੋਈ ਨਹੀਂ ਜੀ। ਇਹ ਵੀ ਇੰਨਾ ਮਿੱਤਰ ਨਹੀਂ ਹੈਗਾ ਜਿਹੜਾ ਅਸੀਂ ਲੈ ਕੇ ਬੈਠੇ, ਇਹਨੇ ਚੱਲ ਸੜ ਜਾਣਾ। ਮਨ ਤਾਂ ਅਗਲੇ ਜਨਮ ਫਿਰ ਤੁਰਿਆ ਫਿਰਦਾ ਨਾਲ। ਮਹਾਰਾਜ ਕਹਿੰਦੇ ਨੇ ਮੰਮਾ ਮਨ ਸੋ ਕਾਜ ਕਹਿ, ਮਨ ਸਾਧੇ ਸਿਧ ਹੋਏ, ਮਨ ਹੀ ਮਨ ਸੋ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਅਗਲੇ ਬਚਨ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਇਹ ਤਿੰਨ ਸਰੂਪ ਦੱਸੇ ਆ। ਇਹ ਮਨ ਸ਼ਕਤੀ, ਮੈਂ ਤਾਂ ਆਪ ਜੀ ਨੂੰ ਕਿਹਾ ਸ਼ਕਤੀ ਦਾ ਅਰਥ ਹੈ ਮਾਇਆ ਵਈ। ਜਦੋਂ ਇਹ ਮਨ ਬਾਹਰ ਮੁਖੀ ਹੋ ਕੇ ਪ੍ਰਵਿਰਤ ਹੁੰਦਾ ਹੈ ਉਦੋਂ ਮਾਇਆ ਦੇ ਰੰਗ 'ਚ ਰੰਗਿਆ ਜਾਂਦਾ ਹੈ। ਇਹ ਉਹਦਾ ਵਿਰੋਧਾਭਾਸ ਹੈ। ਇਹ ਮਨ ਸ਼ਕਤੀ ਇਹ ਬਾਹਰ ਮੁਖੀ ਹੋ ਕੇ ਮਾਇਆ ਦੇ ਪਦਾਰਥਾਂ ਵਿੱਚ ਖਚਦਾ ਹੈ, ਉਦੋਂ ਤਾਕਤ ਇਹਦੇ ਕੋਲ ਮਾਇਆ ਦੀ ਹੈ। ਇਹ ਮਨ ਸੀਓ, ਸੀਓ ਦਾ ਅਰਥ ਸ਼ਿਵ, ਸ਼ਿਵ ਦਾ ਅਰਥ ਕਲਿਆਣ ਰੂਪ ਪਰਮਾਤਮਾ। ਜਦੋਂ ਇਹ ਮਨ ਚੰਗੀ ਸੰਗਤ ਕਰਨ ਕਰਕੇ ਮਾਇਆ ਵੱਲੋਂ ਪਲਟ ਕੇ ਇਹ ਰੱਬ ਵਾਲੇ ਪਾਸੇ ਤੁਰ ਪੈਂਦਾ, ਇਹ ਕਲਿਆਣ ਰੂਪ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਫਿਰ ਸੁਣਿਓ ਇਸ ਨੂੰ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਜਦੋਂ ਇਹ ਮਨ ਪੰਜਾਂ ਤੱਤਾਂ ਦੇ ਸਰੀਰ ਦਾ ਰਸ ਭੋਗਦਾ ਹੈ ਪਿਆਰਿਓ, ਉਦੋਂ ਪੰਚਭੂ ਆਤਮਾ ਬਣ ਜਾਂਦਾ ਹੈ। ਇਹ ਮਨ ਪੰਚ ਤਤ ਕੋ ਜੀਓ। ਇਹ ਮਨ ਲੈ ਜੋ ਉਨ ਮਨ ਰਹੇ, ਜਿਹੜਾ ਇਸ ਮਨ ਨੂੰ ਸੰਸਾਰ ਤੋਂ ਚੁੱਕ ਕੇ ਉਨਮਨੀ ਅਵਸਥਾ ਵਿੱਚ ਚਲਾ ਜਾਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੀਨ ਲੋਕ ਕੀ ਬਾਤਾਂ ਕਹੇ, ਉਹ ਤਿੰਨਾਂ ਲੋਕਾਂ ਦੀਆਂ ਬਾਤਾਂ ਕਰਦਾ, ਗੱਲਾਂ ਕਰਦਾ ਹੈ। ਮੈਂ ਥੋੜੀ ਜਿਹੀ ਬੇਨਤੀ ਕਰਨੀ ਹੈ ਜੀ, ਗੁਰੂ ਗ੍ਰੰਥ ਸਾਹਿਬ ਮੁਤਾਬਕ ਇਹਨੂੰ ਕਿਵੇਂ ਕਾਬੂ ਕਰ ਲਈਏ। ਅਭਿਆਸ ਤੋਂ ਬਿਨਾਂ ਤੇ ਕਿਰਪਾ ਤੋਂ ਬਿਨਾਂ ਕਾਬੂ ਨਹੀਂ ਹੋ ਸਕਦਾ। ਜੋ ਮਰਜ਼ੀ ਐਵੇਂ ਅਸੀਂ ਸਟੇਜ ਤੇ ਬਹਿ ਕੇ, ਮੈਂ ਕੱਲ ਵੀ ਕਿਹਾ, ਫੜਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ, ਅਭਿਆਸ ਤੋਂ ਬਿਨਾਂ, ਵੈਰਾਗ ਤੋਂ ਬਿਨਾਂ, ਸਾਧਨਾ ਤੋਂ ਬਿਨਾਂ ਇਹ ਮਨ ਕਦੀ ਕਾਬੂ ਨਹੀਂ ਹੁੰਦਾ। ਇਹ ਇਕੱਲੀ ਸਾਧਨਾ ਨਹੀਂ, ਜਿੱਦਨ ਸਾਧਨਾ ਨਾਲ ਗੁਰ ਪ੍ਰਸਾਦ ਵਰਤ ਜਾਏ ਤੇ ਮਨ ਐ ਗੁਲਾਮ ਬਣ ਜਾਂਦਾ ਹੈ। ਇਹ ਫਿਰ ਬੰਦੇ ਦਾ ਗੁਰੂ ਪਿੱਛੇ ਤੁਰਦਾ ਹੈ। ਮੈਂ ਇੱਕ ਬੇਨਤੀ ਕਰਨਾ ਅਕਸਰ ਕਿ ਜਿਹੜਾ ਬੰਦੇ ਜ਼ਿਆਦਾ ਰੌਲਾ ਪਾਉਂਦੇ ਆ ਨਹੀਂ ਭਗਤੀ ਸਿਮਰਨ ਨਾਮ ਬਾਣੀ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ, ਪਲੀਜ਼ 24 ਘੰਟੇ ਆਪਣੇ ਬੈਡਰੂਮ 'ਚ ਬਿਨਾਂ ਫੋਨ ਤੋਂ, ਬਿਨਾਂ ਫੇਸਬੁੱਕਾਂ ਤੋਂ ਸਿਰਫ ਇਹੀ ਕਰ ਲਓ ਵੀ 8 ਪੈਰ ਮੈਂ ਸਿਰਫ ਕਮਰੇ 'ਚ ਰਹਿ ਕੇ ਸੁੱਕੀ ਕੋਈ ਫਰੂਟ ਖਾ ਕੇ ਮੈਂ ਸਿਰਫ 8 ਪੈਰ ਭਗਤੀ ਕਰਨੀ ਹੈ, ਇਮਾਨਦਾਰੀ ਨਾਲ ਕਰਨੀ ਹੈ। 8 ਪੈਰਾਂ ਦਾ ਤਜਰਬਾ ਕਰਕੇ ਫਿਰ ਬਾਣੀ ਪੜ੍ਹ ਕੇ ਦੇਖਿਓ ਕਿ ਮਨ ਦੀ ਅਵਸਥਾ ਕੀ ਹੈ। ਕਿਉਂਕਿ ਸਾਡਾ ਮਨ ਤਾਂ ਦੁਨੀਆ 'ਚ ਤੁਰਿਆ ਫਿਰਦਾ। ਮੈਂ ਬਾਬਾ ਜੀ ਦਾ ਬਚਨ ਹੈ, ਮਨ ਇੱਕ ਵਾਰ ਇੱਕ ਹੈ, ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਕਿੰਨੇ ਸ਼ਬਦ ਵਰਤੇ ਮਨ ਲਈ। ਮਨ ਜੋਗੀ ਕਹਿੰਦੇ ਕਦੀ ਵਿਰਕਤ ਹੋ ਜਾਂਦਾ, ਨਹੀਂ ਜੀ ਸਭ ਕੁਝ ਛੱਡ ਦਿੱਤਾ, ਹੁਣ ਮੈਂ ਬਿਜ਼ਨਸ ਵੀ ਛੱਡ ਦਿੱਤਾ, ਮੈਂ ਸਭ ਕੁਝ ਛੱਡ ਦਿੱਤਾ, ਕੁਝ ਨਹੀਂ, ਬਸ ਹੁਣ ਭਗਤੀ। ਕਹਿੰਦੇ ਇਹ ਹੀ ਨਿਕੰਮਾ ਰਾਤ ਨੂੰ ਬਾਹਰ ਦੀ ਝਲਕ ਮਿਲਦੀ ਹੈ ਮਾਇਆ ਦੀ, ਸਵੇਰੇ ਫਿਰ ਭੋਗੀ ਬਣ ਕੇ ਭੋਗ ਕਰਨ ਲੱਗ ਪੈਂਦਾ। ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ। ਕਈ ਵਾਰੀ ਇੰਨੀਆਂ ਚੰਗਾ ਗੱਲਾਂ ਕਰਨ ਵਾਲਾ ਪਤਾ ਨਹੀਂ ਇੰਨੇ ਭੈੜੇ ਫੁਰਨੇ ਬਣਾਉਂਦਾ, ਜ਼ਬਾਨ ਤੋਂ ਲਫ਼ਜ਼ ਨਿਕਲਦਾ, ਲੋਕ ਕਹਿੰਦੇ ਚੰਗਾ ਭਲਾ ਸੀ ਮੂਰਖਾਂ ਵਾਲੀਆਂ ਗੱਲਾਂ ਕਰ ਰਹੇ। ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ। ਕਦੀ ਇਹ ਦਾਤਾਂ ਵੰਡਣ ਵਾਲਾ ਬਣ ਜਾਂਦਾ, ਕਦੀ ਬੇਈਮਾਨ ਲੋਕਾਂ ਦੀਆਂ ਜੇਬਾਂ ਕੱਟਣ ਲੱਗ ਪੈਂਦਾ। ਮਨ ਦਾਤਾ ਮਨ ਮੰਗਤਾ। ਤੇ ਮਹਾਰਾਜ ਇਹ ਕਿਵੇਂ ਬਚੇਗਾ? ਕਹਿਣ ਲੱਗੇ ਮਨ ਸਿਰ ਗੁਰ ਕਰਤਾਰ। ਇਹਦੇ ਸਿਰ ਉੱਤੇ ਗੁਰੂ ਤੇ ਕਰਤਾਰ ਦੀ ਮਿਹਰ ਹੋਵੇ ਤੇ ਕਾਬੂ ਆ ਸਕਦਾ ਹੈ। ਇਹਨੂੰ ਥੋੜਾ ਜਿਹਾ ਫਿਰ ਮੇਰੀ ਬੇਨਤੀ ਨੂੰ ਸੁਣਿਓ। ਸਾਡੇ ਨਾ ਪਿੰਡਾਂ 'ਚ ਅੱਜ ਤੁਸੀਂ ਪੀੜ੍ਹੀ ਤੇ ਮੇਰੀ ਗੱਲ ਸਮਝ ਲਓਗੇ, ਨਿਆਣੇ ਨੇ ਕੋਈ ਨਹੀਂ ਸਮਝਣੀ। ਇੱਕ ਸ਼ਬਦ ਅਸੀਂ ਵਰਤ, ਮੈਂ ਸੁਣੋ ਜੇ ਕਥਾ ਕਰਕੇ ਆਏ ਇਹਦੀ, ਪਰ ਮੈਂ ਇੱਕ ਤੁਕ ਲਾਂਗਾ। ਇੱਕ ਅਸੀਂ ਸ਼ਬਦ ਵਰਤੇ ਸਾਂ ਮਣ। ਜਦੋਂ ਤੋਲਦੇ ਸਾਂ 1 ਕੁਇੰਟਲ ਮਣ ਸੇਰ, ਮਣ ਕਿਵੇਂ ਬਣਦਾ ਸੀ? 8 5 ਸੇਰੀਆਂ ਹੋਣ, 8 ਪੰਸੇਰੀਆਂ ਕਹਿੰਦੇ ਸੀ ਨਾ, 5 ਸੇਰੀ ਦੀ ਇੱਕ ਬਟਕ ਨੂੰ ਕਹਿੰਦਾ ਪੰਸੇਰੀ। ਉਂਝ 5 ਸੇਰੀ ਹੁੰਦਾ, ਆਪਾਂ ਪੰਜਾਬੀ ਸਿੱਧਾ ਵਰਤਦੇ ਹਾਂ ਪੰਸੇਰੀ। 8 5 ਸੇਰੀਆਂ ਹੋਣ ਤੇ ਇੱਕ ਮਣ ਬਣਦਾ ਹੈ।
ਹਾਂਜੀ 40 ਸ਼ੇਰ ਹੋਣ ਤੇ ਇੱਕ ਮਨ ਬਣਦਾ ਹੈ, ਤੇ 100 ਤੇ 60 ਪਾਈਏ ਇਕੱਠੇ ਕਰੋ ਤੇ ਤਾਂ ਮਨ ਬਣਦਾ ਹੈ। ਮੈਂ ਦੋ ਸ਼ਬਦ ਵਰਤਨੇ, ਇੱਕ ਮਨ ਤੇ ਇੱਕ ਮਨ। ਫਿਰ ਅਰਜ ਹੈ ਮਨ ਤੇ ਮਨ। ਭਾਈ ਗੁਰਦਾਸ ਸਾਹਿਬ ਵਰਗਾ ਵਿਦਵਾਨ ਕਿੱਥੇ ਹੋਣਾ ਜੀ? ਉਹ ਕਹਿੰਦੇ ਨੇ ਭੁਜ ਬਲੀ ਅਸ਼ਟ ਭੁਜਾ ਜਾਂਕੇ 40 ਕਰ 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਦੇ ਅਰਥ ਮਾੜੇ ਜਿਹੇ ਆਪ ਜੀ ਧਿਆਨ ਦੇ ਕੇ ਸੁਣਿਓ। ਭੁਜ ਬਲੀ ਇਹ ਬੜੀ ਤਾਕਤ ਵਾਲਾ ਹੈ, ਇਹਦੇ ਵਿੱਚ ਬੜੀ ਵੱਡੀ ਸ਼ਕਤੀ ਹੈ। ਅਸ਼ਟ ਭੁਜੀ ਇਹਦੀਆਂ 8 ਭੁਜਾਵਾਂ ਨੇ। 8 ਭੁਜਾਵਾਂ ਦਾ ਅਰਥ ਹੈ ਮਨ। ਹੁਣ ਦੇ ਰੱਖਿਓ, ਬਾਹਰ ਦਾ ਮਨ ਵੇਟ ਕਰਨ ਵਾਲਾ ਤਾਂ ਬਣਦਾ, ਭਾਰ ਜੋਖਣ ਵਾਲਾ, ਜੇ 8 ਪੰਸੇਰੀਆਂ ਹੋਣ। 8 5 ਸ਼ੇਰ ਹੋਣ ਤਾਂ ਹੀ 8 5 40 40 ਸ਼ੇਰ ਹੋ ਗਏ। ਕਹਿਣ ਲੱਗੇ ਇਹਦੀਆਂ 8 ਬਾਹਾਂ ਨੇ, ਇਹਦੀਆਂ 8 ਬਾਹਾਂ ਦੇ ਅੱਗੇ 40 ਹੱਥ ਲੱਗੇ ਹੋਏ ਆ। ਉਹ ਕਿਉਂ? ਉਹਦੇ 40 ਸ਼ੇਰ ਹੋਣ ਤਾਂ ਮਨ ਬਣਦਾ ਹੈ ਨਾ। ਭੁਜ ਬਲੀ ਅਸ਼ਟ ਭੁਜਾ ਜਾਂ ਕੇ 40 ਕਰ। ਪਰ ਮੈਂ ਉੱਥੇ ਵੀ ਕਥਾ ਕਰਦਿਆਂ ਕਿਹਾ ਸੀ, ਜਿੰਨੇ ਟੀਕੇ ਭਾਈ ਸਾਹਿਬ ਦੇ ਮਿਲੇ ਅਰਥ ਜ਼ਰੂਰ ਮਿਲ ਗਿਆ, ਪਰ ਮਨ ਦੇ ਅਰਥ ਨਹੀਂ ਮਿਲੇ ਵੀ ਉਹਨਾਂ ਨੇ ਮਨ ਤੇ ਗੱਲ ਕਿਵੇਂ ਟੁਕਾਈ ਹੈ। ਬਾਹਰ ਦੇ ਅਰਥ ਤੇ ਮਨ ਦੇ ਤਾਂ ਅਰਥ ਸੌਖੇ ਨੇ। ਭੁਜ ਬਲੀ ਅਸ਼ਟ ਭੁਜਾ ਜਾਂ ਕੇ 40 ਕਰ, 40 ਸ਼ੇਰ, ਉਹ 40 ਹੱਥ ਹੋ ਗਏ ਅੰਦਰ ਵਾਲੇ ਮਨ ਦੇ। 160 ਪਾਓ, ਜਦੋਂ ਮੈਂ ਵਜ਼ਨ ਵਿੱਚ ਅਰਥ ਕਰਾਂਗਾ 160 ਪਾਈਏ, ਤੇ ਜਦੋਂ ਮਨ ਦੀ ਗੱਲ ਕਰਾਂਗਾ ਫਿਰ ਬਿੰਦੀ ਲਾ ਕੇ 160 ਪਾਉ 160 ਪਾਈਏ ਹੋਣ ਤੇ ਮਨ ਬਣਦਾ। ਪਿਆਰਿਓ ਸਾਡੇ ਅੰਦਰ ਵਾਲੇ ਮਨ ਦੇ 160 ਪੈਰ ਨੇ, ਟਿਕਣਾ ਕਿਤੇ ਹੈ? ਇਹ ਟਿਕ ਸਕੂਗਾ ਕਿਤੇ? ਇੱਥੋਂ ਤੱਕ ਸਨਾਤਨ ਮਤ ਵਿੱਚ ਗਰੜ ਨੂੰ ਸਵਾਰੀ ਮੰਨਿਆ ਜਾਂਦਾ ਹੈ ਵਿਸ਼ਨੂੰ ਜੀ ਦੀ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਵੀ ਹੁੰਦਾ, 7 ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਇਲਾ। ਸਭ ਤੋਂ ਤੇਜ਼ ਜੇ ਕੋਈ ਪੰਛੀ ਦੌੜਦਾ ਕਿਹਾ ਜਾਂਦਾ ਗਰੁੜ, ਉਹਦੀ ਉਡਾਰੀ ਦੇ ਬਰਾਬਰ ਕੋਈ ਪੰਛੀ ਨਹੀਂ ਦੌੜਦਾ। ਪਰ ਭਾਈ ਸਾਹਿਬ ਕਹਿੰਦੇ ਸੱਚ ਇਹ ਗਰੁੜ ਵੀ ਪਿੱਛੇ ਰਹਿ ਜਾਂਦਾ, ਮਨ ਦੀ ਉਡਾਰੀ ਇਸ ਤੋਂ ਵੱਡੀ ਹੈ। ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਤੁਰਮੁਖ ਚੰਚਲਾ ਚਪਲ। ਇਸ ਤੁਕ ਨੂੰ ਥੋੜਾ ਸੁਣਿਓ। ਖਗਪਤ ਇਹ ਪੰਛੀਆਂ ਦੇ ਰਾਜੇ ਗਰੁੜ ਨਾਲੋਂ ਤੇਜ਼ ਹੈ। ਇਹਦੇ ਚ ਤਾਕਤ ਬੜੀ ਹੈ, ਇਹ ਬੜੀ ਵੱਡੀ ਸਮਰੱਥਾ ਰੱਖਦਾ ਹੈ। ਚੰਚਲ ਬੜਾ ਹੈ। ਕਹਿਣ ਲੱਗੇ ਇਹ ਬ੍ਰਹਮਾ ਦੇ 4 ਮੁਖ ਨੇ, ਚੇਤੇ ਰੱਖਿਓ ਬ੍ਰਹਮਾ ਨੂੰ ਹੀ ਮਾਤ ਕਰ ਜਾਂਦਾ। ਚਮੂਆ ਹੈ, ਇਹ 4 ਚਫੇਰੇ ਘੁੰਮ ਕੇ ਵੇਖਦਾ ਪਿਆ। ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਬੇਨਤੀ ਕਰ ਲਗਾ, ਐਡਾ ਇਹ ਕਾਬੂ ਕਿਵੇਂ ਕੀਤਾ ਜਾਏ? ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਢ ਜਾਏ ਮਨ ਨੇ ਕੀਤਾ। ਇੱਕ ਸ਼ਬਦ ਪੜੋ ਕਬੀਰ ਜੀ ਦਾ, ਉਹ ਸ਼ਬਦ ਹੈ ਸੰਤੋ ਮਨ ਪਵਨੇ ਸੁਖ ਬਨਿਆ। ਜਿਹੜਾ ਮੇਰਾ ਮਨ ਪਵਨ ਦੀ ਤਰ੍ਹਾਂ ਚੰਚਲ ਸੀ ਨਾ, ਉਹ ਹੁਣ ਟਿਕ ਗਿਆ ਹੈ। ਵਾਹਿਗੁਰੂ ਉਹ ਆਪਣੀ ਅਵਸਥਾ ਦੱਸ ਰਿਹਾ। ਸੰਤੋ ਮਨ ਪਵਨੇ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਹੁਣ ਕੁਛ ਪਰਮਾਰਥ ਕਮਾਨ ਦੇ ਯੋਗ ਹੋਇਆ। ਕਿਉਂ ਜੀ? ਕਹਿਣ ਲੱਗੇ ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਗੁਰੂ ਜੀ ਨੇ ਉਹ ਰਸਤੇ, ਉਹ ਕਮਜ਼ੋਰੀਆਂ ਦੱਸ ਦਿੱਤੀਆਂ ਜਿੱਥੇ ਜਿੱਥੇ ਮਨ ਖਿੰਡਦਾ ਹੈ। ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮੂੰਹ ਲਈਏ ਦਰਵਾਜ਼ੇ, ਉਹ ਬੂਹੇ ਬੰਦ ਕਰ ਲਏ। ਕਿ ਅੱਖਾਂ ਥੋੜਾ ਸਿੱਖ ਬੰਦ ਕਰਦਾ। ਪਿਆਰਿਓ ਚੇਤੇ ਰੱਖਿਓ, ਜਿਹਦਾ ਮਨ ਕਾਬੂ ਆ ਗਿਆ ਨਾ, ਉਹ ਅੱਖਾਂ ਖੁੱਲੀਆਂ ਵਿੱਚ ਵੀ ਸਮਾਧੀ ਲਾਈ ਬੈਠਾ ਹੈ। ਜਿਹਦਾ ਮਨ ਕੋਈ ਨਹੀਂ ਕਾਬੂ ਆਇਆ, ਉਹ ਅੱਖਾਂ ਬੰਦ ਕਰਕੇ ਵਾਸ਼ਨਾ ਭੋਗੀ ਜਾਂਦਾ ਹੈ। ਜਿਹਦਾ ਸੱਚੀ ਹੈ, ਜੇ ਮਨ ਕਾਬੂ ਆ ਜਾਏ, ਅੱਖਾਂ ਖੁੱਲੀਆਂ ਨੂੰ ਕੀ ਮੁਸ਼ਕਲ ਹੈ? ਮਨ ਕਾਬੂ ਨਹੀਂ। ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ, ਜਿਹਦੇ ਅੰਦਰ ਟਿਕਾ ਬਣ ਗਿਆ, ਉਹ ਬਾਜ਼ਾਰ 'ਚ ਬੈਠਾ ਵੀ ਗੁਰਦੁਆਰੇ ਦੀ ਹਾਜ਼ਰੀ ਭਰੀ ਜਾਂਦਾ ਹੈ। ਜਿਹਦਾ ਮਨ ਖਿੰਡ ਜਾਏ, ਉਹ ਗੁਰਦੁਆਰੇ ਬੈਠਾ ਵੀ ਬਿਜ਼ਨਸ ਕਰੀ ਜਾਂਦਾ ਹੈ, ਕਿਉਂਕਿ ਮਨ ਦਾ ਸੁਭਾਅ ਹੈ। ਭਗਤ ਜੀ ਨੇ ਕਿਹਾ ਕਿ ਪਵਨ ਵਰਗਾ ਮਨ ਟਿਕ ਗਿਆ। ਹੁਣ ਅਗਲਾ ਬਚਨ ਹੈ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮੂੰਦ ਲਈਏ ਦਰਵਾਜ਼ੇ, ਉਹ ਦਰਵਾਜ਼ੇ ਕਿਹੜੇ ਮਿਰਗ ਜੀ? ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮਿਰਗ ਸ਼ਬਦ ਵਰਤਿਆ ਕਿਉਂਕਿ ਹਰਨ ਬੜਾ ਚੰਚਲ ਹੁੰਦਾ ਹੈ। ਤੁਹਾਨੂੰ ਪਤਾ ਹੈ, ਜਿਵੇਂ ਮੰਨ ਲਓ ਤੁਹਾਡੇ ਇੱਥੇ ਖੇਤ ਨੇ, ਖੇਤ ਬੜੇ ਕੀਮਤੀ ਫਸਲ ਹੈ ਬੀਜੀ, ਤੇ ਆਪਾਂ ਲਾਈ ਵਾੜ, ਤੇ ਕਈ ਥਾਂ ਤੇ ਵਾੜ ਜਿਹੜੀ ਕਮਜ਼ੋਰ ਹੋ ਗਈ। ਉਸ ਮਿਰਗ ਨੇ ਕੀ ਕੀਤਾ? ਉਹਨੇ ਖੇਤ ਦੇ ਦੁਆਲੇ ਘੁੰਮਿਆ,
ਜਿੱਥੇ ਪਤਾ ਲੱਗਾ ਵੀ ਇੱਥੇ ਇਹਦੀ ਵਾਰਡ ਫੈਂਸ ਇਹਦੀ ਕਮਜ਼ੋਰ ਹੈ, ਉਹ ਵਿੱਚੋਂ ਨਿਕਲ ਗਿਆ। ਮਹਾਰਾਜ ਕਹਿੰਦੇ ਮਨ ਬੜਾ ਤੇਜ਼ ਹੈ, ਇਹ ਬੰਦੇ ਦੀ ਹਰ ਕਮਜ਼ੋਰੀ ਨੂੰ ਸਮਝਦਾ ਹੈ। ਕਿਸੇ ਦਾ ਪਤਾ ਹੈ ਕਾਮ ਕਰਕੇ ਫਸ ਜਾਣਾ, ਉੱਥੇ ਫਸਾ ਲੈਂਦਾ। ਕਿਸੇ ਦਾ ਪਤਾ ਵੀ ਇਹ ਕ੍ਰੋਧ ਕਰਕੇ ਕਮਜ਼ੋਰ ਹੈ, ਉੱਥੇ ਫਸਾ ਲੈਂਦਾ। ਕਿਸੇ ਦਾ ਪਤਾ ਹੈ ਵੀ ਬੰਦਾ ਕਾਮੀ ਨਹੀਂ, ਕ੍ਰੋਧੀ ਨਹੀਂ, ਪਰ ਲਾਲਚੀ ਬੜਾ ਹੈ, ਉਹ ਲਾਲਚ ਦੀ ਮੋਰੀ ਦੇ ਅੰਦਰ ਚਲਾ ਜਾਂਦਾ। ਕਿਤੇ ਮੋਹ ਦੀ ਮੋਰੀ, ਕਿਤੇ ਬੰਦਾ ਸਭ ਕੁਝ ਛੱਡੀ ਬੈਠਾ ਹੈ, ਅਖੀਰ ਵਾਲਾ ਕੜਾ ਹੰਕਾਰ ਹੈ, ਥੋੜੀ ਜੀ ਕੰਡ ਤੇ ਥਾਪੜਾ ਦਿਓ, ਤੇਰੇ ਵਰਗਾ ਕੋਈ ਨਹੀਂ, ਨਾਲ ਹੀ ਅੰਦਰ ਚਲਾ ਗਿਆ। ਮੇਰੀ ਬੇਨਤੀ ਹੈ, ਗੁਰੂ ਜੀ ਨੇ ਉਹ ਕਮਜ਼ੋਰੀਆਂ ਦੱਸ ਦਿੱਤੀਆਂ। ਸੰਤੋ ਮਨ ਪਵਨੈ ਸੁਖ ਬਨਿਆ, ਕਿ ਜੋਗ ਪ੍ਰਾਪਤ ਗਨਿਆ, ਗੁਰਦ ਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਿਏ ਦਰਵਾਜ਼ੇ। ਕਿਵੇਂ ਦਰਵਾਜ਼ੇ ਮੂੰਦ ਲੈ? ਆਓ ਥੋੜਾ ਤੁਸੀਂ ਧਿਆਨ ਦਿਆ ਜੇ, ਮੇਰੀ ਬੇਨਤੀ ਹੈ। ਮੈਂ ਆਪ ਨੂੰ ਪਹਿਲਾਂ ਕਿਹਾ ਸੀ ਮਨ ਬੜਾ ਤੇਜ਼ ਹੈ, ਇਹ ਆਪਣੀ ਗੱਲ ਛੇਤੀ ਸੁਣਨ ਨੂੰ ਤਿਆਰ ਨਹੀਂ ਹੁੰਦਾ। ਕਿ ਸੱਚੀ ਲਓ, ਮੈਂ ਇਹ ਕਥਾ ਕਰਦਿਆਂ ਮੈਨੂੰ 30 ਸਾਲ ਹੋ ਚੱਲੇ ਆ। ਜਿੱਦਣ ਮਨ ਦੀ ਕਥਾ ਚੱਲਦੀ ਹੈ ਨਾ, ਅਕਸਰ ਕਹੇ ਜਾਂਦੇ ਸਿਰ ਤੋਂ ਨਿਕਲ ਗਈ। ਕਿਉਂ? ਕਿਉਂਕਿ ਉਹ ਤੁਸੀਂ ਦੱਸੋ, ਘੋੜੇ ਨੂੰ ਬਿਮਾਰੀ ਲੱਗੀ ਹੋਵੇ, ਮੈਂ ਸ਼ਾਇਦ ਇੱਥੇ ਬੇਨਤੀ ਕੀਤੀ ਸੀ ਕਿਤੇ ਕਥਾ ਕਰਦੇ ਹਾਂ, ਉਹ ਸਿੱਖਾਂ ਕੋਲ ਆਏ, ਪ੍ਰਿਥੀਮਲ, ਸਹਿਗਲ ਤੇ ਰਾਮਾ ਡਿੱਡੀ। ਇਹਨਾਂ ਸਿੱਖਾਂ ਨੇ ਕਿਹਾ ਮਹਾਰਾਜ ਜੀ ਮਨ ਨਹੀਂ ਟਿਕਦਾ। ਧੰਨ ਗੁਰੂ ਨਾਨਕ ਦੇਵ ਜੀ ਨੂੰ ਹਜ਼ੂਰ ਕਹਿੰਦੇ ਸ਼ਬਦ, ਕਹਿਣ ਲੱਗੇ ਸ਼ਬਦ ਪੜ੍ਹਦਿਆਂ ਵੀ ਨਹੀਂ ਟਿਕਦਾ। ਫਿਰ ਜੀ ਕਹਿਣ ਲੱਗੇ ਫਿਰ ਛੱਡ ਦੇ ਹੀ ਹੈ ਨਾ, 2 ਕੁ ਦਿਨ ਮਨ ਮੰਨਦਾ, ਤੀਜੇ ਦਿਨ ਫਿਰ ਬੰਦਾ ਉਹੀ ਕੰਮ ਕਰਦਾ। ਮਹਾਰਾਜ ਨੇ ਕਿਹਾ ਜਦੋਂ ਘੋੜਾ ਬਿਮਾਰ ਹੋਵੇ ਨਾ, ਉਹ ਦਵਾਈ ਇਸ ਤਰ੍ਹਾਂ ਨਹੀਂ ਖਾਂਦਾ ਜਿਵੇਂ ਦਾਣਾ ਖਾਂਦਾ ਹੈ। ਜਿਵੇਂ ਦਾਣਾ ਪੱਠਾ ਪਾਈਦਾ, ਦਵਾਈ ਇਸ ਤਰ੍ਹਾਂ ਥੋੜਾ ਖਾਂਦਾ। ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਆ ਘੋੜਾ ਬਿਮਾਰ ਹੋਵੇ ਤੇ ਉਹਨੂੰ ਰੱਸੇ ਨਾਲ ਬੰਨੀ ਦਾ ਕਿੱਲੇ ਤੇ ਉਹਦੇ ਮੂੰਹ 'ਚ ਨਾਲ ਪਾਉਂਦੇ ਸਾਪਾਂ। ਤੁਹਾਨੂੰ ਪਤਾ ਹੋਣਾ, ਇਹ ਬਾਂਸ ਦੀ ਨਾਲ ਹੁੰਦੀ ਸੀ, ਨਾਲ ਕਹਿੰਦੇ ਸਨ, ਕਈ ਲੋਹੇ ਦੀ। ਉਹ ਕਈ ਮੈਂ ਵੇਖਿਆ ਆਪਣੇ ਜੀ, ਕਈ ਬਜ਼ੁਰਗ ਸਾਡੇ ਮੁੱਠ ਭਰ ਕੇ ਨਾ ਬਾਂਹ ਪੂਰੀ ਘੋੜੇ ਦੇ ਮੂੰਹ 'ਚ। ਉਦੋਂ ਬਾਅਦ ਕੀ ਕਰਦੇ ਸਨ? ਹਾਂ, ਉਦੋਂ ਬਾਅਦ ਕੀ ਕਰਨਾ, ਉਹਨਾਂ ਨੇ ਘੋੜੇ ਦੇ ਮੂੰਹ 'ਚ ਨਾਲ ਪਾ ਕੇ ਮੁੱਠ ਮਸਾਲੇ ਦੀ ਭਰ ਕੇ ਕਾਜ਼ਾ ਕਰਨਾ। ਕਾਜ਼ਾ ਕਰਨਾ ਪਤਾ ਕੀ ਹੁੰਦਾ? ਘੋੜੇ ਦਾ ਮੂੰਹ ਬੰਨ੍ਹ ਕੇ ਪਿਛਲੇ ਪਾਸੇ, ਮੰਨ ਲਓ ਉਹਦੀਆਂ ਜਿਹੜੀਆਂ ਲਗਾਮਾਂ ਨੇ, ਮੂੰਹ ਬੰਨ੍ਹ ਦਿੱਤਾ ਤੇ ਉਹਦੀਆਂ ਲਗਾਮਾਂ ਨਾਲ ਉਹਦੀ ਸਿਰੀ ਉੱਤੇ ਖਿੱਚ ਲਈ। ਘੋੜੇ ਨੂੰ ਮਜਬੂਰ ਹੋ ਕੇ ਉਸ ਮਸਾਲਾ ਖਾਣਾ ਪੈਂਦਾ ਹੈ। ਗੁਰਦੇਵ ਕਹਿੰਦੇ ਨੇ ਬੜੇ ਜਨਮਾਂ ਦਾ ਬਿਮਾਰ ਜੇ, ਇਹਨੇ ਨਹੀਂ ਜੇ ਸ਼ਬਦ ਛੇਤੀ ਸੁਣਨਾ, ਇਹਦਾ ਕਾਜ਼ਾ ਕਰਿਆ ਕਰੋ ਸੇਵਾ ਕਰ ਕਰਕੇ। ਮੈਂ ਫਿਰ ਬੇਨਤੀ ਕਰਾਂਗਾ, ਇਸ ਮਨ ਨੂੰ ਕਾਬੂ ਕਰ ਲਈ। ਮਨ ਦੀ ਸਾਧਨਾ ਕਿਹੜਾ ਸੇ ਕਰਦਾ ਜੀ? ਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਬਚਨ ਤੁਹਾਡੇ ਨਾਲ ਸਾਂਝੇ ਕਰਨੇ ਅੱਜ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅੰਦਰ ਕੋਈ ਉਸ ਦਿਨ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਧੀ ਖੁੱਲੇ ਨੇਤਰਾਂ ਦੀ ਸਮਾਧੀ ਹੈ। ਖੁੱਲੇ ਨੇਤਰਾਂ ਦੀ ਸਮਾਧੀ ਪੁੱਤਰਾਂ ਦੀ ਲਾਸ਼ ਕੋਲੋਂ ਨਿਕਲ ਜਾਂਦੀ ਹੈ। ਖੁੱਲੇ ਨੇਤਰਾਂ ਦੀ ਸਮਾਧੀ ਦੁਨੀਆ 'ਚ ਇੱਕੋ ਉਦਾਹਰਨ ਹੈ। ਜਦੋਂ 9 ਸਾਲ ਦੇ ਨੇ, ਉਦੋਂ 54 ਸਾਲ ਦੇ ਬਾਪੂ, 9 ਸਾਲ ਹਜ਼ੂਰ ਦੀ ਉਮਰ, 54 ਸਾਲ ਦੇ ਗੁਰੂ ਤੇਗ ਬਹਾਦਰ ਪਿਤਾ ਦਾ ਸੀਸ ਝੋਲੀ 'ਚ ਪਾਇਆ। ਜਿੱਦਣ 39 ਸਾਲ ਦੇ ਹੋਏ, ਉਦਣ ਪਿਤਾ ਬਣ ਕੇ ਪੁੱਤਰਾਂ ਦੀ ਲਾਸ਼ ਕੋਲੋਂ ਮੁਸਕਰਾ ਕੇ ਨਿਕਲੇ। ਕਹਿਣਾ ਸੌਖਾ ਹੈ, ਉਹ ਕਿਹੜੀ ਸਮਾਧੀ ਸੀ। ਧੰਨ ਗੁਰੂ ਗੋਬਿੰਦ ਸਿੰਘ। ਹੋਰ ਮੈਂ ਬੇਨਤੀ ਕਰਾਂ, ਮੈਂ ਬਿਲਕੁਲ ਕੋਈ ਇਮੋਸ਼ਨਲ ਕਰ ਲਈ ਵਕਤੀ ਗੱਲ ਨਹੀਂ ਕਰਦਾ। ਤੁਸੀਂ ਸੱਜਣ ਬੈਠੇ ਹੋ, ਮੈਂ ਉਨੀ ਕੁ ਗੱਲ ਕਰਨਾ ਜਿੰਨਾ ਕੁ ਲੱਤਾਂ ਮੇਰਾ ਭਾਰ ਚੱਲ ਲੈਣ। ਬੜੀ ਸਿੱਧੀ ਜੀ ਗੱਲ ਜੀ, ਮੈਂ ਧੋਖਾ ਦੇ ਕੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਕਿੱਡਾ ਵੱਡਾ ਅੰਦਰ ਹੋਵੇਗਾ। ਹੁਣ ਦੇਖੋ, ਲਿਖਿਆ ਹੈ ਕਿ ਜਦੋਂ ਆਲਮ ਖਾਨ ਨੇ ਆ ਕੇ ਦੱਸਿਆ ਨਾ, ਮੈਂ ਉਦੋਂ ਤੁਹਾਨੂੰ ਕਿਹਾ ਸੀ ਆਲਮ ਖਾਨ ਕੋਟਲਾ ਨਿਹੰਗ ਖਾਨ ਦਾ ਪੁੱਤਰ, ਤੇ ਆਪ ਜੀ ਨੂੰ ਵੀ ਪਤਾ ਹੈ ਕਿ ਨਿਹੰਗ ਖਾਨ ਦੀ ਬੇਟੀ ਮੁਮਤਾਜ, ਪਤਾ ਹੈ ਨਾ ਆਪ ਜੀ ਨੂੰ ਜੀ? ਮੁਮਤਾਜ ਬੀਬੀ, ਚਲ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਥੋੜੀ ਬੇਨਤੀ ਕਰ ਦਿਆਂ। ਜਦੋਂ ਭਾਈ ਬਚਿੱਤਰ ਸਿੰਘ ਇਹ ਸਾਰੇ ਖੂਨ ਨਾਲ ਭਿੱਜਿਆ ਹੈ ਨਾ, ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਜੀ ਸ਼ਹੀਦ ਹੋ ਗਏ। ਭਾਈ ਉਦੈ ਸਿੰਘ ਭਾਈ ਮਨੀ ਸਿੰਘ ਦੇ ਬੇਟੇ ਨੇ। ਗੁਰਮੁਖੋ, ਭਾਈ ਬਚਿੱਤਰ ਸਿੰਘ ਵੀ ਭਾਈ ਮਨੀ ਸਿੰਘ ਦੇ ਬੇਟੇ ਨੇ। 2 ਪੁੱਤਰ ਰਾਹ 'ਚ ਰਹੇ, 3 ਪੁੱਤਰ ਚਮਕੌਰ ਦੀ ਗੜੀ 'ਚ ਭਾਈ ਮਨੀ ਸਿੰਘ ਦੇ ਸ਼ਹੀਦ ਹੋਏ। ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਤੇ ਭਾਈ ਅਨਕ ਸਿੰਘ, 5 ਪੁੱਤਰ ਆਨੰਦਪੁਰ ਸਾਹਿਬ ਤੋਂ ਆਉਂਦਿਆਂ ਹਜ਼ੂਰ ਨਿਹੰਗ ਖਾਨ ਦੇ ਕੋਲ ਨੇ। ਭਾਈ ਬਚਿੱਤਰ ਸਿੰਘ ਹਜ਼ੂਰ ਨੂੰ ਉੱਥੇ ਉਹਨੇ ਬਿਸਤਰ ਤੇ ਪਲੰਗ ਤੇ ਬਿਠਾਇਆ
ਸਤਿਗੁਰਾਂ ਕਿਹਾ ਵੀ ਸਮਾਂ ਹੋ ਗਿਆ ਹੈ, ਆਪਾਂ ਅੱਗੇ ਪਹੁੰਚਣਾ। ਚਮਕੌਰ ਆਲਮ ਕਾ ਦੱਸਣ ਲੱਗਾ, ਇੰਨੀ ਦੇਰ ਨੂੰ ਬਾਬਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆ ਗਏ। ਖੂਨ ਨਾਲ ਭਿੱਜੇ ਹੋਏ ਸਨ, ਜ਼ਖਮ ਸਨ, ਖੂਨ ਨੁਚੜ ਰਿਹਾ ਸੀ। ਹਜ਼ੂਰ ਨੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ। ਬੇਟਾ ਨਾਲ ਤੁਰਨ ਲੱਗਿਆ ਕਿਹਾ ਮੁਮਤਾਜ਼ ਸੀ ਕੋਲ ਬੈਠੀ, ਕਹਿਣ ਲੱਗੇ ਬੇਟਾ ਇਹਦੀ ਸੇਵਾ ਕਰਿਓ ਬਚਿੱਤਰ ਸਿੰਘ ਦੀ, ਅੱਗੇ ਜਾ ਨਹੀਂ ਸਕਦੇ। ਭਾਈ ਸਾਹਿਬ ਚਲੇ, ਸਤਿਗੁਰੂ ਜੀ ਚਲੇ ਗਏ, ਬਾਬਾ ਅਜੀਤ ਸਿੰਘ ਚਲੇ ਗਏ। ਉਸੇ ਸ਼ਾਮ ਰੋਪੜ ਦਾ ਜਿਹੜਾ ਅਹਿਲਕਾਰ ਸੂਬੇਦਾਰ ਸੀ ਜੀ, ਉਹਨੂੰ ਕਿਸੇ ਸ਼ਿਕਾਇਤ ਕੀਤੀ, ਉਸੇ ਸ਼ਾਮ ਹੀ ਆ ਗਿਆ। ਹਜ਼ੂਰ ਨਿਕਲ ਕੇ ਗਏ, ਉਹਨੇ ਕਿਹਾ ਜੀ ਤਲਾਸ਼ੀ ਲੈਣੀ ਹੈ, ਪਰ ਨਿਹੰਗ ਖਾਂ ਦਾ ਅਸਰ ਸੂਗ ਤੇ ਸੀ। ਉਹਨੇ ਸਾਰਾ ਘਰ ਫੋਲਿਆ। ਅਖੀਰ ਤੇ ਉਹ ਕਮਰਾ ਜਿੱਥੇ ਭਾਈ ਬਚਿੱਤਰ ਸਿੰਘ ਉਸੇ ਪਲੰਗ ਤੇ ਪਏ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਸਨ। ਉਹਨੇ ਕਿਹਾ ਜੀ ਆ ਦਰਵਾਜ਼ਾ ਖੋਲੋ। ਬਾਕੀ ਸਾਰੀ ਤਲਾਸ਼ੀ ਲਈ। ਮੈਂ ਕਹਿੰਦਾ ਨਿਹੰਗਾਂ ਦਾ ਸੀਨਾ ਕਿੱਡਾ ਕੁ, ਇਹ ਵੀ ਪਿਆਰਿਓ ਐਵੇਂ ਕਹੀ ਜਾਈਏ। ਹੁਣ ਆ ਗੁਰਮੁਖ ਪਿਆਰੇ ਤੇ ਭਾਈ ਅਮਰੀਕ ਸਿੰਘ ਗੱਲ ਕਰ ਰਹੇ ਨੇ ਸ਼ਹੀਦਾਂ ਦੀ। ਚਲੋ ਮੈਂ ਇਹ ਨਹੀਂ ਕਿ ਕਿਸੇ ਬੰਦੇ ਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ, ਹਰ ਬੰਦੇ ਨੇ ਸੇਵਾ ਕੀਤੀ। ਮੈਂ ਸਿੰਘ ਦਾ ਨਾਂ ਨਹੀਂ ਲੈਣਾ, ਮੇਰੇ ਨਾਲ ਬਹੁਤ ਮੁਹੱਬਤ ਸੀ। ਸਿੱਦਕ ਦੇਖੋ, ਉਹ ਪ੍ਰਸ਼ਾਦਾ ਛਕਣ ਆਏ, ਸੁਖਮਨੀ ਸਾਹਿਬ ਬੱਸੇ ਇੱਥੇ ਪੈਰ ਪੜਦੇ ਸਨ। ਉਹਨਾਂ ਦੀ ਮਾਤਾ ਜੀ ਨੂੰ ਉਸ ਰਾਤ ਪੁਲਿਸ ਨੇ ਚੱਕਿਆ। ਪ੍ਰਸ਼ਾਦਾ ਛਕਾਉਣ ਲੱਗੇ, ਸਿੰਘਣੀ ਨੇ ਕਿਹਾ ਵੀ ਵੀਰ ਜੀ ਨੂੰ ਦੱਸ ਦਈਏ। ਮੈਂ ਕਿਹਾ ਨਹੀਂ, ਪ੍ਰਸ਼ਾਦਾ ਛਕ ਲੈਣ। ਉਹ ਫੋਨ ਨਹੀਂ ਸੁਣਦੇ ਨਾ। ਪ੍ਰਸ਼ਾਦਾ ਛਕਦਿਆਂ, ਛਕਣ ਤੋਂ ਬਾਅਦ ਦੱਸਦੇ ਪਏ ਸਨ, ਮੈਂ ਗੱਲ ਕਹੀ ਅੱਜ ਬੀਜੀ ਨੂੰ ਨਾ ਪੁਲਿਸ ਚੁੱਕ ਲਿਆ। ਮੇਰਾ ਚਿਹਰਾ ਢਲਿਆ ਜਾ, ਮੈਂ ਸੱਚੀ ਕਹਿਣਾ ਤੁਹਾਨੂੰ, ਮੇਰੀ ਕਮਜ਼ੋਰੀ ਸੀ। ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆ ਛੱਡੋ ਪਰਾਂ, ਗੁਰੂ ਗੋਬਿੰਦ ਸਿੰਘ ਦੀ ਬੀਜੀ ਤਾਂ ਸ਼ਹੀਦ ਹੋ ਗਈ ਸੀ, ਮੇਰੀ ਤੇ ਕੱਲ ਨੂੰ ਵਾਪਸ ਆ ਜਾਣਾ। ਉਹਨਾਂ ਬੰਦਿਆਂ ਦਾ ਪੱਧਰ ਜਿਹੜਾ ਨੇ ਜੀ, ਐਵੇਂ ਆਪਾਂ ਗੱਲਾਂ ਨਾ ਕਰੀਏ। ਉਹਨਾਂ ਦੇ ਜੀਵਨ ਨੂੰ ਨਮਸਕਾਰ। ਤੇ ਤੁਹਾਨੂੰ ਮੈਂ ਅੱਜ ਵੀ ਕਹਿਣਾ, ਗੁਰਸਿੱਖੋ, ਮੰਜ਼ਿਲ ਤਾਂ ਮਿਲਣੀ ਜੇ ਧਰਮ ਤੇ ਗੁਰੂ ਨੂੰ ਨਾਲ ਲੈ ਕੇ ਤੁਰੋਗੇ। ਜਿੱਦਣ ਗੁਰੂ ਤੇ ਧਰਮ ਛੱਡ ਦਿੱਤਾ, ਜਿੰਨੀ ਮਰਜ਼ੀ ਗਿਣਤੀ ਹੋ ਜਾਏ, ਮੰਜ਼ਿਲ ਨਹੀਂ ਮਿਲ ਸਕਦੀ। ਗੁਰੂ ਗੋਬਿੰਦ ਸਿੰਘ ਵਿੱਚ ਵਰਤਨ। ਬਚਿੱਤਰ ਸਿੰਘ ਮੰਜੇ ਤੇ ਪਿਆ ਹੈ, ਮੁਮਤਾਜ਼ ਉਹਦੀ ਸੇਵਾ ਕਰ ਰਹੀ ਹੈ। ਹਾਕਮ ਕਹਿ ਰਿਹਾ ਦਰਵਾਜ਼ਾ ਖੋਲੋ, ਤੇ ਨਿਹੰਗ ਖਾਂ ਕਹਿ ਰਿਹਾ ਹੈ ਤੂੰ ਵੀ ਇੱਜ਼ਤਦਾਰ ਧੀਆਂ ਪੁੱਤਰਾਂ ਵਾਲਾ ਹੈ, ਮੇਰਾ ਦਮਾਦ ਤੇ ਮੇਰੀ ਧੀ ਕਮਰੇ 'ਚ ਆਰਾਮ ਕਰਦੇ ਨੇ। ਬੇਟਾ ਇੱਕੋ ਦਮ ਉਹਨੇ ਕਿਹਾ ਨਾ ਨਾ ਤੁਸੀਂ ਦਰਵਾਜ਼ਾ ਬੰਦ ਰਹਿਣ ਦਿਓ। ਉਸੇ ਵਕਤ ਮੁਮਤਾਜ਼ ਨੇ ਇਹ ਬਸੀ ਪਠਾਣਾ ਮੰਗੀ ਹੋਈ ਸੀ। ਉਸੇ ਵਕਤ ਬਚਿੱਤਰ ਸਿੰਘ ਦੇ ਪੈਰਾਂ 'ਚ ਸਿਰ ਰੱਖ ਕੇ ਭਾਈ ਸਾਹਿਬ ਦੇ ਉਹਨੇ ਆਪਣੇ ਅੰਦਰ ਦਾ ਖਾਵੰਦ ਮੰਨ ਲਿਆ। ਭਾਈ ਸਾਹਿਬ ਇੱਕ ਦਿਨ ਰਹੇ, ਉਹ ਸੇਵਾ ਕਰਦੀ ਰਹੀ। ਪਿਆਰਿਓ, ਭਾਈ ਸਾਹਿਬ ਚਲਾਣਾ ਕਰ ਗਿਆ, ਸ਼ਹੀਦ ਹੋ ਗਏ, ਸੰਸਕਾਰ ਕੀਤਾ। ਉਹ ਬੀਬੀ 131 ਸਾਲ ਜੀ ਕੇ ਗਈ। ਉਹਨੇ 131 ਸਾਲ ਸੱਚੇ ਵੀ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਏ। ਮੈਂ ਆਪ ਨੂੰ ਬੇਨਤੀ ਕਰਾਂ, ਕਿੱਡਾ ਵੱਡਾ ਮਨ ਸਾਧ, ਗੁਰੂ ਦੀ ਕਿਰਪਾ ਹੈ ਨਾ। ਮੈਂ ਹੁਣ ਫਿਰ ਸ਼ਬਦ ਵਰਤਣ ਲੱਗਾ, ਏਡੀ ਵੱਡੀ ਦਲੇਰੀ ਹੋ ਸਕਦੀ ਹੈ। ਹੁਣ ਇਹ ਪਤਾ ਲੱਗੇ ਪੁੱਤਰ ਸ਼ਹੀਦ ਹੋ ਗਏ ਤੇ ਆਪਾਂ ਕੋਈ ਮਾੜੀ ਜੀ ਗੱਲ ਕਹਿੰਦੇ ਛੱਡ ਪਰ ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ ਦਾ ਮਤਲਬ ਇਗਨੋਰ ਕਰੋ, ਇਹਦਾ ਮਤਲਬ ਅੰਦਰ ਥਾਂ ਦਿਓ। ਇਹ ਸ਼ਬਦ ਕਹਿੰਦੇ ਚਾਹ ਸ਼ੁੱਧ। ਕੀ ਹੋਇਆ? ਵੈਗਰੂ ਕੋਈ ਅਚੰਭਾ ਨਹੀਂ ਹੋਇਆ, ਪਰ ਸਤਿਗੁਰੂ ਸਾਡੇ ਲਈ ਤਾਂ ਅਚੰਭਾ ਹੈ ਨਾ। ਚਾਹ ਸ਼ੁੱਧ ਕਿ ਚੂੰ ਬਚਗਾ ਕੁਛ ਤਾਂ ਚਾਰ। ਕੀ ਹੋਇਆ? ਮੇਰੇ 4 ਪੁੱਤ ਕੋ ਕੇ ਮਾਰ ਦਿੱਤੇ, ਤੇ ਨਾਲ ਹੀ ਕਹਿਣ ਲੱਗੇ ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ। ਆ ਜਿਹੜਾ ਖਾਲਸਾ ਅੰਮ੍ਰਿਤਧਾਰੀ ਬੈਠਾ ਹੈ, ਮੇਰਾ ਪੁੱਤਰ ਹੈ, ਇਹਨੇ ਕਦੀ ਵੀ ਖਤਮ ਨਹੀਂ ਹੋਣਾ। ਮੈਂ ਆਪ ਨੂੰ ਇੱਕ ਹੋਰ ਅਰਜ਼ ਕਰਾਂ, ਸਿੰਘੋ, ਜਦੋਂ ਸਟੇਜ ਤੇ ਬੋਲੋ ਪੰਥ ਲਈ ਨੈਗੇਟਿਵ ਮਤ ਬੋਲੋ। ਇੱਥੇ ਤਾਂ ਇੱਕ ਰਹਿ ਜਾਏ ਕਹਿੰਦੇ 1.25 ਲੱਖ ਅਜੇ ਜਿਉਂਦਾ, ਕਿੱਡੀ ਵੱਡੀ ਚੜ੍ਹਦੀ ਕਲਾ ਹੈ ਜੀ। ਆਪਾਂ ਇੰਨੀ ਨੈਗੇਟਿਵਿਟੀ ਫੈਲਾ ਦੇ ਅੰਦਰ। ਯਾਦ ਰੱਖੋ, ਇਹ ਸ਼ਬਦ ਚਮਕੌਰ ਦੀ ਗੜੀ 'ਚ ਕਹਿਣਾ ਕਿ 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮੈਨੂੰ ਦੱਸੋ ਇਦੋਂ ਵੱਡੀ ਚੜ੍ਹਦੀ ਕਲਾ ਹੈ ਕੋਈ? ਗੱਲਾਂ ਗੁਰੂ ਗੋਬਿੰਦ ਸਿੰਘ ਦੀਆਂ ਕਰਨੀਆਂ ਤੇ ਧੈਂਦੀ ਕਲਾ ਦੀਆਂ ਗੱਲਾਂ। ਮਹਾਰਾਜ ਜੀ ਨੇ ਕਿਹਾ ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਅਗਲਾ ਸ਼ਬਦ ਕਿਹਾ ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ। ਕੀ ਹੋਇਆ? 4 ਚੰਗਿਆੜੀਆਂ ਬੁਝਾ ਦਿੱਤੀਆਂ ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਤੂੰ ਆਪਣੇ ਪੈਰਾਂ ਥੱਲੇ ਅੱਗ ਬਾਲ ਲਈ। ਮੈਂ ਸਿਰਫ ਆਪ ਜੀ ਨੂੰ ਬੇਨਤੀ ਫਿਰ ਵਿਸ਼ੇ ਤੇ ਆਉਣ ਲੱਗਾ, ਇਹ ਅਵੈੜਾ ਕਿਵੇਂ ਕਾਬੂ ਆਵੇ।
ਇਹ ਤਾਂ ਕਹਿ ਦਿੱਤਾ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮੂੰਦ ਲਈਏ ਦਰਵਾਜ਼ੇ। ਕਿਵੇਂ ਦਰਵਾਜ਼ੇ ਮੁੰਦ ਲਈਏ? ਕੀ ਅਸੀਂ ਬਿਜ਼ਨਸ ਕਰਦੇ ਅੱਖਾਂ ਬੰਦ ਕਰ ਲਿਆਂਗੇ? ਕਿ ਇੰਨੀ ਭੀੜ 'ਚ, ਜਿਸ ਮੁਲਕ 'ਚ ਆਪਾਂ ਰਹਿ ਰਹੇ ਹਾਂ, ਭਾਰਤ ਵਿੱਚ ਹੋਣੇ 'ਚ, ਤੁਸੀਂ ਸਟੋਰ 'ਚ ਜਾਂਦੇ ਹੋ ਕਿ ਅੱਖਾਂ ਨਾਲ ਬਹੁਤ ਕੁਝ ਦੇਖ ਰਹੇ, ਜੋ ਮਰਜ਼ੀ ਕਹੀ ਜਾਓ, ਐਵੇਂ ਗੱਲਾਂ ਕਰੀ ਜਾਈਏ। ਕਿਉਂਕਿ ਦੋ ਚੀਜ਼ਾਂ ਦੀ ਕਦੀ ਕਥਾ ਨਹੀਂ ਹੁੰਦੀ, ਕਾਮ ਦੀ ਖੁੱਲ ਕੇ ਕਥਾ ਨਹੀਂ ਕਰਦੇ, ਇੱਕ ਮਨ ਦੀ ਨਹੀਂ ਕਰਦੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਨਾ, ਪ੍ਰਕਾਸ਼ ਦਿਹਾੜਾ ਜੀ ਮਹਾਰਾਜ ਜੀ ਦਾ, ਉਹਨਾਂ ਸਤਿਗੁਰਾਂ ਜਦੋਂ ਭਾਈ ਸਾਹਿਬ ਕਹਿ ਰਹੇ ਸੁੱਤੇ, ਉਹ ਕਹਿੰਦੇ ਦੋ ਹੀ ਚੀਜ਼ਾਂ ਮਨ ਨੂੰ ਖਾ ਗਈਆਂ, ਪਾਪੀ ਹੀ ਹੈ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਇਓ ਨਾ ਜਾਏ। ਕਹਿੰਦੇ ਕਾਮ ਦੇ ਫੁਰਨੇ ਮਨ ਨਹੀਂ ਟਿਕਦਾ ਪਿਆ। ਦੂਜਾ ਕਹਿਣ ਲੱਗੇ ਸਾਧੋ ਇਹ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤੈ ਜਾਂ ਤੇ ਥਿਰ ਨਾ ਰਖਾਈ। ਇਸ ਤ੍ਰਿਸ਼ਨਾ ਦੇ ਅਧੀਨ ਨਹੀਂ ਟਿਕਦਾ ਪਿਆ। ਮੈਂ ਕਹਿੰਦਾ ਇੰਨੀ ਕਮਾਈ ਜੀ। ਤੇ ਇੱਕ ਬੇਨਤੀ ਹੈ, ਮਹਾਰਾਜ ਦਾ 350 ਸਾਲਾ ਆ ਰਿਹਾ। ਮੈਂ ਕੋਈ ਜਥੇਦਾਰ ਨਹੀਂ, ਮੈਂ ਕੋਈ ਉਦੇਸ਼ ਕਰਾਂ ਜਾਂ ਇੱਕ ਬੇਨਤੀ ਕਰਾਂਗਾ, ਜਿਹੜੇ ਸਿੰਘ ਤੁਸੀਂ ਪਾਠ ਕਰਨ ਵਾਲੇ ਹੋ ਨਾ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਰੋਜ਼ ਪੜਿਆ ਕਰੋ। ਰੋਜ਼ ਮਿੰਟ ਸਾਰੇ 5 ਲੱਗਦੇ ਆ ਜੀ, 5-6 ਮਿੰਟ ਲੱਗਦੇ ਆ ਚਲੰਤ। ਤੇ ਜੇ 59 ਸ਼ਬਦ ਪੜ੍ਹ ਲਓ, ਸਾਰੇ ਬੋਲ ਕੇ ਪੜਾਂਗੇ ਤੇ ਸ਼ਲੋਕਾਂ ਤੇ ਸ਼ਬਦਾਂ ਵਿੱਚ ਟਾਈਮ ਲੱਗ ਜਾਊਗਾ 1.25 ਘੰਟਾ, ਇਹ ਤੋਂ ਵੱਧ ਨਹੀਂ ਲੱਗਦਾ। 59 ਸ਼ਬਦ 57 ਸ਼ਲੋਕ। ਪਰ ਜੇ ਸਾਰੇ ਰੋਜ਼ ਨਹੀਂ ਪੜ੍ਹ ਸਕਦੇ, ਮਹਾਰਾਜ ਦੀ ਬਾਣੀ ਦੇ ਗੁਟਕੇ ਵੱਖਰੇ ਮਿਲਦੇ ਆ ਜੀ। ਇਉਂ ਕਹਿ ਲਓ ਅੱਜ ਗੌੜੀ ਰਾਗ ਪੜ੍ਹ ਲਿਆ, ਉਸ ਤੋਂ ਅਗਲਾ ਪੜ੍ਹ ਲਿਆ। ਤੇ ਜੇ ਕੋਈ ਕਹੇ ਮੈਂ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਨਿਚੋੜ ਵੇਖਣਾ ਹੈ, ਬਸ ਉਹ ਜੈਜਾਵੰਤੀ ਰਾਗ ਦੇ 4 ਸ਼ਬਦ ਪੜ੍ਹ ਲਓ। ਰਾਮ ਸਿਮਰ ਬੀਤ ਜਾਏ ਜਿਹੜੇ ਸ਼ਬਦ ਨੇ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਦਾ ਜਦੋਂ ਹੁਣ ਮਨ ਦੀ ਗੱਲ ਚੱਲ ਰਹੀ ਸੀ, ਮੈਂ ਸਵੇਰੇ ਸ਼ਲੋਕ ਪੜ੍ਹਨਾ ਹੋ ਜੀ, ਮੈਂ ਜੋ ਸਟੇਜ ਤੇ ਕਹਿਣਾ ਉਹ ਸੱਚੀ ਮੁੱਚੀ ਕਰਨ ਦਾ ਯਤਨ ਕਰਨਾ। ਮਹਾਰਾਜ ਦਾ ਇੱਕ ਬਚਨ ਹੈ, ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ। ਵਾਹਿਗੁਰੂ ਕਹਿੰਦੇ ਬੜੇ ਹਰੇ ਲੈ, ਮਨ ਦਾ ਹੰਕਾਰ ਨਹੀਂ ਮਿਟਿਆ। ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਸਤਿਗੁਰੂ ਜੀ ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੁਈਤ, ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਪੀਤ। ਅਬ ਮੈਂ ਕੌਣ ਉਪਾਉ ਕਰੂੰ। ਵਾਹਿਗੁਰੂ ਜੀ ਹੁਣ ਮੈਂ ਕਿਵੇਂ ਆਪਣੇ ਆਪ ਨੂੰ ਬਚਾਵਾਂ। ਮੈਂ ਤਾਂ ਅੱਜ ਸੰਗਤ ਜੀ ਬੇਨਤੀ ਕਰ ਲੱਗਾ, ਜਿਸ ਦਿਨ ਵੀ ਮਨ ਬਣੇ ਵੀ ਆਤਮਿਕ ਸਾਧਨਾ ਕਰਨੀ ਹੈ, ਸਭ ਤੋਂ ਵੱਧ ਆਪਣੀਆਂ ਬੇਨਤੀਆਂ ਦੇ ਬਜਾਏ ਗੁਰੂ ਦੀ ਬੇਨਤੀ ਦੇ ਸ਼ਬਦ ਚੁਣ ਲਓ। ਹੁਣ ਮੈਂ ਕਹਾਂਗਾ ਪਤ ਭਾਵਨ ਮੇਰਾ ਮਨ ਟਿਕਾ ਦੇ, ਉਹ ਜਿਹੜੀ ਬਾਣੀ ਹੈ ਉਹ ਕਮਾਇਆ ਹੋਇਆ ਸ਼ਬਦ ਹੈ। ਤੇ ਜਦੋਂ ਅਸੀਂ ਇਹੀ ਕਹਾਂਗੇ ਅਬ ਮੈਂ ਕੌਣ ਉਪਾਉ ਕਰੂੰ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੂੰ। ਜਨਮ ਹਿੰਦੀ ਦੇ ਸ਼ਬਦ ਨੇ, ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਦਕ ਡਰੂੰ, ਮਨ ਬਚ ਕਰਮ ਹਰ ਗੁਣੀ ਗਾਏ, ਯਹ ਜੀ ਸੋਚ ਧਰੂੰ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ ਜੋ ਉਦਰ ਭਰੋਂ। ਵਾਹਿਗੁਰੂ ਜੀ ਮੈਂ ਪਸ਼ੂ ਹਾਂ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋਂ ਪਤ ਤਰੂੰ। ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ। ਮੇਰੇ ਸਰੀਰ ਵਿੱਚ ਜਮਾਂ ਦਾ ਭੈ ਹੈ, ਇੱਥੋਂ ਤੱਕ ਕਿ ਮੇਰੀ ਪਤ ਰੱਖ ਲੈ, ਮੇਰੀ ਇੱਜ਼ਤ ਰੱਖ ਲੈ। ਗੁਰਮੁਖੋ ਜਿੰਨੀ ਚੜ੍ਹਦੀ ਕਲਾ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਇੱਕ ਵਾਰੀ ਜਦੋਂ ਮੈਂ ਪਿੱਛੇ ਆਇਆ ਸਾਂ, ਤੁਸੀਂ ਮਹਾਰਾਜ ਦੀ ਜਨਮ ਸ਼ਤਾਬਦੀ ਮਨਾ ਰਹੇ ਸੀ ਨਾ ਜੀ, ਮੈਨੂੰ ਯਾਦ ਹੈ ਮੈਂ ਇੱਥੇ ਇੱਕ ਬੇਨਤੀ ਕੀਤੀ ਸੀ, ਜਿਸ ਬੰਦੇ ਦੇ ਸਾਰੇ ਬੂਹੇ ਬੰਦ ਹੋ ਜਾਣ ਨਾ ਜੀ, ਕਿਉਂਕਿ ਅਸੀਂ ਹਾਂ ਸੰਸਾਰੀ, ਹਰ ਬੰਦਾ ਆਪਣੀ ਦਰਦ ਲੈ ਕੇ ਅੰਦਰ ਬੈਠਾ ਹੋਇਆ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਪੀੜ ਤਾਂ ਸਾਰਿਆਂ ਨੂੰ ਜੀ, ਕੋਈ ਬੱਚਿਆਂ ਦੇ ਨਾ ਹੋਣ ਕਰਕੇ ਦੁਖੀ ਹੈ, ਕੋਈ ਬੱਚਿਆਂ ਦੇ ਹੋ ਕੇ ਕਾਬੂ ਕੋਈ ਨਹੀਂ ਤਾਂ ਦੁਖੀ ਹੈ। ਤੇ ਇੱਕ ਗੱਲ ਹੋਰ, ਕਦੀ ਵੀ ਕਿਸੇ ਦਾ ਮਜ਼ਾਕ ਮਤ ਉਡਾਓ, ਕਿਉਂਕਿ ਉਹ ਸਮਾਂ ਕੱਲ ਨੂੰ ਸਾਡੇ ਤੇ ਆਉਣ ਵਾਲਾ। ਜੋ ਬੀਜਾਂਗੇ ਉਹ ਵੱਢਣਾ ਹੀ ਪੈਣਾ। ਜਿਹਨੂੰ ਆਪਾਂ ਰਸ ਲੈ ਲੈ ਕੇ ਨਿੰਦਿਆ ਕਰਨੇ ਆ ਨਾ, ਇਹ ਚੇਤੇ ਰੱਖਿਓ, ਇਹ ਬੀਜ ਬੀਜਨੇ ਪਏ, ਕੱਲ ਭਰ ਕੇ ਦੇ ਕਿੱਕਰ ਦੇ ਕੰਡੇ ਨਿਕਲਣੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮੈਂ ਫਿਰ ਅਰਜ਼ ਕਰ ਲੱਗਾ ਕਿ ਉਹਨਾਂ ਦੇ ਆ 4 ਤੁਕਾਂ ਸਿੰਘੋ ਘੁੱਟ ਕੇ ਪੱਲੇ ਬੰਨ ਲਓ, ਜ਼ੁਬਾਨੀ ਚੇਤੇ ਕਰ ਲਓ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂ ਪਾਏ, ਕਹੋ ਨਾਨਕ ਅਬ ਓਟ ਹਰ ਗਾਜੋਂ ਹੋ ਸਹਾਏ। ਕਿੱਡੀ ਚੜ੍ਹਦੀ ਕਲਾ, ਬਲ ਹੋਵਾ ਬੰਧਨ ਛੁਟੇ, ਸਭ ਕੁਝ ਹੋ ਤੂ ਪਾਏ। ਗੁਰਮੁਖੋ ਮੈਂ ਤਾਂ ਕਹਿਣਾ, ਇਹਨੂੰ ਨੈਗੇਟਿਵ ਨਾਲ ਜਾਇਓ, ਕਛੂ ਨਾ ਹੋ ਤੂ ਪਾਏ, ਜਿੱਥੇ ਹਰ ਬੂਆ ਬੰਦ ਹੋ ਜਾਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੇਨਤੀ ਕਰ, ਸਭ ਕੁਝ ਹੋ ਤੂ ਪਾਏ, ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ। ਮੇਰੀ ਅਰਜ਼ ਹੈ
ਥੋੜਾ ਜਿਹਾ ਆਓ। ਮੈਂ ਫਿਰ ਬੇਨਤੀ ਕਰਾਂ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਜੋਰੀ, ਮੂੰਦ ਲਈਏ ਦਰਵਾਜ਼ੇ। ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ, ਜਿਸ ਮੁਲਕ 'ਚ ਰਹਿ ਰਹੇ ਹੋ ਕੰਨ ਨਹੀਂ ਬੰਦ ਕਰ ਸਕਦੇ। ਅਸੀਂ ਜੀਭ ਨੂੰ ਛੇਤੀ ਕਾਬੂ ਨਹੀਂ ਕਰ ਰਹੇ। ਕਿਵੇਂ ਕਰੀਏ? ਇੱਕ ਪਦਾ ਪੜੋ, ਮਨ ਬੜਾ ਚੰਗਾ ਹੈ। ਕਹਿੰਦੇ ਚਲੋ ਇਹਨੂੰ ਗਾਲਾਂ ਗੁਲਾਂ ਤੇ ਕਹਿ ਲਈ ਦੇ ਨਕਮ। ਇੱਥੋਂ ਤੱਕ ਮਹਾਰਾਜ ਨੇ ਕਿਹਾ, ਸੁਣ ਮਨ ਅੰਧੇ ਕੁੱਤੇ ਕੂੜਿਆਰ, ਕਿ ਡੱਬ ਸ਼ਬਦ ਵਰਤਿਆ, ਝਿੜਕਿਆ। ਸਵਾਨ ਪੂਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ, ਕੁੱਤੇ ਦੀ ਪਹੁੰਚ ਤੋਂ ਸਿੱਧੀ ਨਹੀਂ ਹੋਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੰਨਾ ਜ਼ੋਰ ਮਾਰਿਆ, ਪਰ ਫਿਰ ਵੀ ਨਾ ਪਚਕਾਰਿਆਂ ਪਚਕੂਰਿਆਂ ਇਹਦੇ ਤੋਂ ਬਣਾ ਮੈਲ ਨਹੀਂ ਸੜਨੀ। ਹੈ ਮੈਲਾ, ਇਹ ਆਪਣੀ ਮੈਲ ਨੂੰ ਆਪੇ ਖਾਏਗਾ। ਇੱਕ ਪਦਾ ਪੜੋ ਜੀ, ਆ 3 ਮੋਰੀਆਂ ਕਾਬੂ ਕਰ ਲਈ, ਬਾਕੀ ਸਭ ਠੀਕ ਹੈ। ਮਿਥਿਆ ਨਾਹੀ, ਨੌਵੀਂ ਅਸ਼ਟਪਦੀ ਨਾ, ਉਰਤਾਰ ਹੈ ਜੋ ਅੰਤਰਨਾਮਾ। ਮੈਂ ਕਹਿੰਦਾ ਨਾ ਸੁਖਮਨੀ ਸਾਹਿਬ ਰੋਜ਼ ਪੜਿਆ ਕਰੀਏ। ਉਰਤਾਰ ਹੈ ਜੋ ਅੰਤਰਨਾਮ, ਸਰਬ ਮੈਂ ਪੇਖ ਹੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਫਿਰ ਕਿਹੜਾ ਅਪਰਸ? ਜਿਹਨੂੰ ਛੂਵੇ ਵੀ ਨਾ, ਜਿਹਦਾ ਮਨ ਵਾਸ਼ਨਾ ਤੋਂ ਮੁਕਤ ਹੋ ਜਾਏ। ਮੈਂ ਫਿਰ ਬੇਨਤੀ, ਆਤਮ ਸਾਧਨਾ ਜਿਹਨੇ ਕਰਨੀ ਹੈ, 3 ਗੱਲਾਂ ਜੇ ਸਿਮਰਨ ਅਭਿਆਸ ਕਰਨਾ ਹੈ, ਮਿਥਿਆ ਨਾਹੀ, ਰਸਨਾ, ਪਰਸ। ਪਰ ਨਹੀਂ, ਇਸ ਤਰ੍ਹਾਂ ਨਹੀਂ, ਅਗਲੀ ਖਿੱਚ ਪੈਦਾ ਕਰਨੀ ਪਏਗੀ। ਇਹ ਬਿਮਾਰੀ ਹੈ, ਪਰ ਉਹ ਖਿੱਚ ਪੈਦਾ ਕਰਨੀ ਪੈਗੀ। ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਖਿੱਚ ਪੈਦਾ ਹੋਵੇਗੀ, ਝੂਠ ਨਹੀਂ ਬੋਲੇਗੀ, ਵਾਹਿਗੁਰੂ ਬੋਲੇਗੀ। ਮਿਥਿਆ ਨਾਹੀ, ਰਸਨਾ, ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤੇਰੇ ਆ ਰੂਪ ਨਾ ਪੇਖ ਹੈ ਨੇਤਰ। ਗੱਲਾਂ ਨਾਲ ਥੋੜਾ, ਸਾਧ ਕੀ ਟਹਿਲ ਸੰਤ ਸੰਗੀਤ। ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਇਹ 6 ਤੁਕਾਂ ਜੁੜਾਂਗੇ ਤੇ ਟੁੱਟਾਂਗੇ। ਮਿਥਿਆ ਨਾਹੀ, ਰਸਨਾ, ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੀਤ, ਕਰਨ ਨਾ ਸੁਣੈ। ਇਹ ਕਿਵੇਂ ਬਚੀਏ? ਕਹਿਣ ਲੱਗੇ ਸਭ ਤੇ ਜਾਣੈ ਆਪਸ ਕੋ ਮੰਦਾ। ਨਿਕੰਮਾ ਉਦੋਂ ਨਿੰਦਿਆ ਕਰਦਾ ਜਦੋਂ ਆਪਣੇ ਤੋਂ ਅੱਗੇ ਕੋਈ ਲੰਘਦਾ ਹੈ, ਤੇ ਜੇ ਇਹੀ ਮੰਨ ਲੈ ਮੈਂ ਸਭ ਤੋਂ ਮਾੜਾ, ਨਿੰਦਿਆ ਦਾ ਭੋਗ ਪੈ ਜਾਣਾ। ਫਿਰ ਇਹਨਾਂ ਤੁਕਾਂ ਨੂੰ ਪੜਿਓ, ਕਿਉਂਕਿ ਤੁਸੀਂ ਸੁਣਿਓ ਇੱਕ ਇੱਕ ਤੁਕ 'ਚ ਬਿਮਾਰੀ ਦਾ ਇਲਾਜ ਹੈ। ਮਿਥਿਆ ਨਾਹੀ, ਰਸਨਾ, ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰਾ ਰੂਪ ਨਾ ਪੇਖ, ਗੁਰ ਦਿਖਲਾਈ ਮੋਰੀ, ਪਰ ਤੇਰਾ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਅੱਗੇ ਕੀ ਹੈ? ਕੱਲੀ ਆਪਣੀ ਕਮਾਈ ਨਹੀਂ, ਸਾਧਨਾ ਦੇ ਨਾਲ ਨਾਲ ਕਿਰਪਾ ਮੰਗਣੀ। ਮੈਂ ਅਕਸਰ ਕਹਿੰਦਾ, ਜਿੰਨੇ ਤੁਹਾਡੇ 'ਚ ਬਹੁਤ ਬੰਦਗੀ ਵਾਲੇ ਬੈਠਿਆ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਿਣਾ, ਕਿਸੇ ਤੱਕ ਆਵਾਜ਼, ਜਿਹਦਾ ਦਿਲ ਕਰਦਾ ਵੀ ਅੱਜ ਸਾਧਨਾ ਕਰਨੀ ਹੈ, ਅੰਮ੍ਰਿਤ ਵੇਲੇ ਇੱਕ ਥਾਂ ਨਹੀਂ ਬਦਲਣੀ, ਤੇ ਦੇਗ ਬਣਾ ਕੇ ਅਰਦਾਸ ਕਰਕੇ ਬਹਿਣਾ। ਜਦੋਂ ਆਪਾਂ ਦੇਗ ਬਣਾ ਕੇ ਅਰਦਾਸ ਕਰਕੇ ਨਾ, ਸਤਿਗੁਰੂ ਜੀ ਅੱਜ ਹਿਰਦੇ ਦੀ ਸੇਜ ਤੇ ਤੁਸੀਂ ਬੈਠੋ, ਉਦੋਂ ਦੇਖਿਓ। ਇਹ ਸਾਡੀ ਕੁਝ ਕੁ ਕਿਤਾਬਾਂ ਨੇ ਸਾਧਨਾ ਕਰਨ ਵਾਸਤੇ। ਰਘਬੀਰ ਸਿੰਘ ਜੀ ਵੀਰ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਵੀਰ ਸਿੰਘ ਜੀ ਹੋਣੀ, ਇੱਕ ਭਜਨ ਬੰਦਗੀ ਦਾ ਪ੍ਰਤਾਪ ਕਿਤਾਬ, ਬੜੀ ਕੁਝ ਗੱਲਾਂ, ਪਰ ਮੈਨੂੰ ਚਾਅ ਲੱਗਦਾ ਉਹਨੂੰ ਪੜ੍ਹ ਕੇ ਨਾ, ਵੀ ਤੁਹਾਡਾ ਦਿਲ, ਮੈਂ ਕਹਿੰਦਾ ਉਹ ਕਿਤਾਬ ਜਿਹਨੂੰ ਪੜ੍ਹਦੇ ਆ, ਕਿਤਾਬ ਬੰਦ ਕੇ ਬਾਣੀ ਕਰਨ ਨੂੰ, ਪੜ੍ਹਨ ਨੂੰ ਦਿਲ ਕਰ ਜਾਏ, ਸਮਝੋ ਕਿਤਾਬ ਸਫਲ। ਹੁਣ ਅੱਗੇ ਕੀ ਹੋਇਆ? ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਨੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ। ਅੱਗੇ ਹਾਂ, ਮਨ ਮਾੜਾ ਨਹੀਂ, ਮਨ ਕੀ ਬਾਸਨਾ ਮਨ ਤੇ ਟਰੈ, ਜਿਹੜਾ ਮਨ ਅਵੈੜਾ ਸੀ, ਕੁੱਤਾ ਸੀ, ਕੋੜੀ ਸੀ, ਜਦੋਂ ਸ਼ਬਦ ਨੇ ਆਪਣੀ ਉਂਗਲ ਪਕੜਾਈ ਨਾ, ਉਸੇ ਮਨ ਨੇ ਉਹ ਮਾਰੀ ਕੱਢ ਕੇ ਮੈਲ ਬਾਹਰ। ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਮੇਰੀ ਫਿਰ ਬੇਨਤੀ ਹੈ, ਜੋ ਕਿਛ ਕੀਆ ਸੋ ਮਨ ਕੀਆ, ਇਸ ਮਨ ਨੇ ਸਭ ਕੁਝ ਕੀਤਾ। ਜੇ ਇਹ ਮਨ ਟਿਕ ਜਾਏ ਤਾਂ ਸਭ ਟਿਕ ਜਾਣਾ ਹੈ। 2-4 ਮਿੰਟ ਹੋਰ ਲਾਣੇ ਨੇ ਜੀ, ਸਮਾਂ ਤੁਹਾਡਾ ਬਹੁਤ ਹੈ। ਤੇ ਮੈਂ ਵੈਸੇ ਪ੍ਰਬੰਧਕ ਵੀਰਾਂ ਨੂੰ ਕਿਹਾ ਸੀ ਵੀ ਤੁਸੀਂ ਕੱਲ ਸਵੇਰੇ ਮੈਨੂੰ ਛੁੱਟੀ ਦਿਓ, ਕਿਉਂਕਿ ਕੱਲ ਸ਼ਾਮ ਨੂੰ ਬੁਲਾਰੇ ਆ ਜਾਣੇ ਬਹੁਤ, ਤੇ ਇਹ ਮੰਨੇ ਨਹੀਂ। ਵੈਸੇ ਫਿਰ ਮੈਂ ਫਿਰ ਵੀ ਇਹਨੂੰ ਬੇਨਤੀ ਕਰਾਂ, ਤੁਸੀਂ ਵਿਚਾਰ ਲਓ। ਸਵੇਰੇ ਆਪਾਂ ਹੁਕਮਨਾਮੇ ਦੀ ਕਥਾ ਕਰਾਂਗੇ। ਦੇਖੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ, ਮੈਂ ਉਦੋਂ ਵੀ ਕਿਹਾ ਸੀ, ਐਤਵਾਰ ਆਪਾਂ ਸਬਜੈਕਟ ਲਿਆ ਸੀ ਅੰਮ੍ਰਿਤ ਦਾ। ਆਪ ਨੂੰ ਪਤਾ ਹੋਣਾ, ਆਪਾਂ ਅੰਮ੍ਰਿਤ ਤੇ ਬੋਲੇ ਜੀ। ਹੁਣ ਭਾਈ ਸਾਹਿਬ ਬੋਲ ਕੇ ਗਏ, ਪੁੱਤਾ ਮਾਤਾ ਕੀ ਅਸੀਸ। ਹਾਂਜੀ, ਅੰਮ੍ਰਿਤ ਇੱਕ ਬੜੀ ਵੱਡੀ ਤਾਕਤ ਹੈ। ਪਰ ਅੱਜ ਮੈਂ ਫਿਰ ਬੇਨਤੀ ਕਰਾਂਗਾ, 5 ਪਿਆਰੇ ਜਿਹੜੇ ਅੰਮ੍ਰਿਤ ਛਕਾਉਣ ਵਾਲੇ ਹੋਣ, ਉਹਨਾਂ ਦਾ ਜੀਵਨ ਇੰਨਾ ਉੱਚਾ ਹੋਵੇ, ਇੰਨਾ ਉੱਚਾ ਹੋਵੇ।
ਅੰਮ੍ਰਿਤ ਸੰਚਾਰ ਵੇਲੇ ਪਾਪੀ ਤੋਂ ਪਾਪੀ ਬੰਦਾ ਵੀ ਜੇ ਝੋਲੀ ਅੱਡ ਕੇ ਆਏ ਉਹਦੇ ਅੰਦਰ ਨਾਮ ਚੱਲਣ ਲੱਗ, ਕਿਉਂਕਿ ਇਸ ਵੱਲ ਆਪਾਂ ਧਿਆਨ ਨਹੀਂ ਦਿੰਦੇ। ਆਪਾਂ ਸਮਝਦੇ 5 ਇਕੱਠੇ ਹੋ ਗਏ ਜੀ। ਨਹੀਂ ਪਿਆਰਿਓ, 5 ਵਿੱਚ ਗੁਰੂ ਗੋਬਿੰਦ ਸਿੰਘ ਨੇ ਵਰਤਣਾ, ਤੇ ਜਿਹਦੇ ਚ ਗੁਰੂ ਗੋਬਿੰਦ ਸਿੰਘ ਨੇ ਵਰਤਣਾ, ਸਵੇਰੇ ਨਿੰਦਿਆ ਕਰਕੇ ਆਇਆ ਵਰਤੂਗਾ, ਖਾਣਾ ਠੀਕ ਨਾ ਹੋਵੇ ਵਰਤੂਗਾ ਜੀ, ਅੱਖਾਂ ਦੀ ਦ੍ਰਿਸ਼ਟੀ ਠੀਕ ਨਾ ਹੋਵੇ ਵਰਤੂਗਾ। ਸੱਚੀ ਉਸ ਵਕਤ ਗੁਰੂ ਗੋਬਿੰਦ ਸਿੰਘ ਦਾ ਪੂਰਾ ਜਲਾਲ 5 ਚੋਂ, 5 ਦਾ ਜੀਵਨ ਹੋਣਾ ਬਹੁਤ ਉੱਚਾ ਹੈ। ਇਹ ਸਤਿਗੁਰੂ ਮਿਹਰ ਕਰਨ। ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ 5 ਬਾਣੀਆਂ ਪੜੀਆਂ ਜਾਂਦੀਆਂ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ 5 ਬਾਣੀਆਂ ਜਿਹੜੀਆਂ ਪੜੀਆਂ, ਇਹਨਾਂ 5 ਨੂੰ ਨਿਤਨੇਮ ਬਣਾ ਦਿੱਤਾ। ਜਿਹੜੀਆਂ 5 ਪੜੀਆਂ ਉਹ ਨਿਤਨੇਮ ਬਣਾ ਦਿੱਤਾ। ਗੁਰਮੁਖੋ ਉਸ ਦਿਨ ਅੰਮ੍ਰਿਤ ਸੰਚਾਰ ਹੋਇਆ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 9 ਮਹੀਨੇ ਤੋਂ ਵੱਧ ਇਕਾਂਤ ਦੀ ਉਹ ਸਾਧਨ ਹੈ ਜਿਹਦੇ 'ਚ ਸਾਰਾ ਤੇਜ ਪ੍ਰਤਾਪ ਸੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਜਾਂਦੇ ਹੋ, ਉਸ ਖੰਡੇ ਦੇ ਦਰਸ਼ਨ ਕੀਤੇ ਹੋਣੇ ਨੇ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕੀਤਾ। 7 ਦਰਬ ਦਾ ਨੀਰ ਸੀ, ਪਤਾਸੇ ਸਨ, ਗੁਰੂ ਗੋਬਿੰਦ ਸਿੰਘ ਜੀ ਸਨ। ਜੋ ਅੱਜ ਸਾਡੀ ਮਰਿਆਦਾ ਅਨੁਸਾਰ ਪਹਿਲੀ ਬਾਣੀ ਅਸੀਂ ਜਪਜੀ ਸਾਹਿਬ ਪੜ੍ਹਨੇ, ਨਿਤਨੇਮ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਇਹਦੇ ਵਿੱਚ ਪਿਛਲੇ ਦਿਨੀ ਮੈਂ ਕੱਲ ਪਰਸੋਂ ਸ਼ਾਇਦ ਕਰ ਰਿਹਾ ਸੀ, ਇੰਨੀਆਂ ਰਹਿਮਤਾਂ ਨੇ। ਗੁਰਮੁਖੋ ਸਾਡੇ ਤਕਰੀਬਨ ਜਿੰਨੇ ਕਮਾਈ ਵਾਲੇ ਮਹਾਂਪੁਰਸ਼ ਹੋਇਆ ਬਹੁਤ ਜ਼ਿਆਦਾ ਜਪਜੀ ਸਾਹਿਬ ਦਾ ਅਭਿਆਸ ਕਰਦੇ ਰਹੇ। ਦਾਸ ਨੇ ਤੇ ਉੱਤੇ ਕਿਹਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਪਜੀ ਸਾਹਿਬ ਆਪ ਪੜ੍ਹਦੇ ਹੁੰਦੇ ਸਨ ਕਰਤਾਰਪੁਰ ਅੰਮ੍ਰਿਤ ਵੇਲੇ। ਅੰਤਲੇ ਸਮੇਂ ਜਪਜੀ ਸਾਹਿਬ ਪੜਿਆ। ਗੁਰੂ ਅਰਜਨ ਦੇਵ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ 5 ਸਿੱਖਾਂ ਨੂੰ ਕਿਹਾ ਜਪਜੀ ਸਾਹਿਬ ਪੜੋ। ਬਾਬਾ ਬੁੱਢਾ ਸਾਹਿਬ ਜੀ ਨੇ ਅੰਤਲੇ ਸਮੇਂ ਜਪਜੀ ਸਾਹਿਬ ਪੜਿਆ। ਭਾਈ ਗੁਰਦਾਸ ਸਾਹਿਬ ਜੀ ਨੇ ਅੰਤਲੇ ਸਮੇਂ ਜਪਜੀ ਸਾਹਿਬ ਪੜਿਆ। ਭਾਈ ਮਤੀ ਦਾਸ ਦੇ ਸੀਸ ਤੇ ਆਰਾ ਸੀ, ਜਪਜੀ ਸਾਹਿਬ ਪੜਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਹੋਣ ਤੋਂ ਪਹਿਲਾਂ ਇਸ਼ਨਾਨ ਕਰਕੇ ਬੋਰਡ ਦੇ ਥੱਲੇ ਬੈਠ ਕੇ ਉੱਚੀ ਆਵਾਜ਼ ਵੀ ਜਪਜੀ ਸਾਹਿਬ ਪੜਿਆ। ਤੇ ਅੱਜ ਵੀ ਸੀਸਗੰਜ ਜਦੋਂ ਸੁਰਤ ਟਿਕਾ ਕੇ ਜਪਜੀ ਸਾਹਿਬ ਪੜੀਦਾ ਨਾ ਜੀ, ਸੁਰਤ ਟਿਕਾ ਕੇ, ਸੱਚੀ ਬੜਾ। ਜਦੋਂ ਵੀ ਆਪ ਜੀ ਦਿੱਲੀ ਜਾਓਗੇ ਨਾ, ਸੀਸਗੰਜ ਜ਼ਰੂਰ ਜਾਇਓ। ਆਪਾਂ ਇਹ ਨਹੀਂ ਸਮਝਣਾ ਆਪਾਂ 2025 ਚ ਗਏ ਆ। ਇਹ ਸਾਰੀ ਕਾਲ ਬਾਣੀ ਕਾਲ ਦੇ ਪਰਦੇ ਨੂੰ ਪਾੜ ਦਿੰਦੀ ਹੈ। ਕਾਲ ਦਾ ਪਰਦਾ ਨਹੀਂ ਚੱਲਣਾ ਉੱਥੇ। ਅਸਾਂ 25 ਦੀ ਬਜਾਏ 1675 ਵੱਲ ਸੁੱਤ ਜਾਈਏ। ਖਾਂ ਥੋੜਾ ਜਿਹਾ ਬਣਾਉਣਾ ਪੈਂਦਾ ਢਾਂਚਾ, ਵੀ ਮਹਾਰਾਜ ਬੈਠੇ ਆ ਤੇ ਜਪਜੀ ਸਾਹਿਬ ਦੀ ਆਵਾਜ਼ ਹੁੰਦੀ ਪਈ ਹੈ। ਸਿਰਫ ਇੰਨੇ ਫੁਰਨਾ ਬਣਾ ਕੇ ਜਪਜੀ ਦੀ ਆਵਾਜ਼ ਹੁੰਦੀ ਪਈ ਹੈ। ਗੁਰਮੁਖੋਂ ਨਾਲ ਸੁਰਤ ਨਾਲ ਜਪਜੀ ਸਾਹਿਬ ਸ਼ੁਰੂ ਕਰ ਦਈਏ। ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹਿਆ ਜਪਜੀ ਸਾਹਿਬ ਅੱਜ ਵੀ ਉਸ ਥਾਂ ਉੱਤੇ ਸੁਰਤ ਨੂੰ ਇਕੱਠਿਆਂ ਕਰਕੇ ਰੱਖ ਦਿੰਦਾ। ਸਤਿਗੁਰਾਂ ਨੇ ਪਹਿਲੀ ਬਾਣੀ ਜਿਹੜੀ ਪੜ੍ਹੀ ਉਹ ਜਪਜੀ ਸਾਹਿਬ ਪੜ੍ਹੀ। ਬ੍ਰਹਮ ਦਾ ਸਰੂਪ ਕੀ ਹੈ, ਵਾਹਿਗੁਰੂ ਜੀ ਕੌਣ ਨੇ, ਉਹ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਪਜੀ ਸਾਹਿਬ ਸ਼ੁਰੂ ਹੋ ਗਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬੋਲ ਕੇ ਜਪਜੀ ਸਾਹਿਬ, ਤੇ ਮੈਂ ਆਪ ਨੂੰ ਬੇਨਤੀ ਕੀਤੀ, ਜਪਜੀ ਸਾਹਿਬ ਦੀ ਬਾਣੀ ਸਭ ਤੋਂ ਮਹਿੰਗੀ ਕਥਾ ਇਹਦੀ ਹੈ। ਕਹਿਣਾ ਸੌਖਾ, ਕੱਲ ਵੀ ਆਪਾਂ ਸ਼ਾਇਦ ਗੱਲ ਕੀਤੀ, ਸਭ ਤੋਂ ਮਹਿੰਗੀ। 7 ਸੁਹਾਣ ਸਦਾ ਮਨ ਚਾਓ ਇਹਦੇ ਵਿੱਚ ਹੈ। 5 ਪ੍ਰਵਾਨ 5 ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੈ ਸੋਹੈ ਦਰ ਰਾਜਾਨ। ਪੌੜੀ ਦਰ ਪੌੜੀ, ਇੱਕ ਇੱਕ ਪੌੜੀ ਪਿਆਰਿਓ। ਗਾਉਣ ਦੀ ਪੌੜੀ ਵੱਖਰੀ, ਸੁਣ ਦੀ ਪੌੜੀ ਵੱਖਰੀ, ਮੰਨਣ ਦੀ ਪੌੜੀ ਵੱਖਰੀ। ਜਿਨ੍ਹਾਂ ਮੰਨ ਲਿਆ ਉਹਨਾਂ ਦੀ ਵੱਖਰੀ। ਪਰ ਰੱਬ ਦੀ ਬਣਾਈ ਸ੍ਰਿਸ਼ਟੀ ਵਿੱਚ, ਸ੍ਰਿਸ਼ਟੀ ਦਾ ਕਦੋਂ ਸਭ ਕੁਝ ਹੋਇਆ, ਇੱਕ ਇੱਕ ਸ਼ਬਦ ਮਹਾਰਾਜ ਇੱਥੋਂ ਤੱਕ ਅਮੁੱਲ ਗੁਣ ਅਮੁੱਲ ਵਪਾਰ। ਮੈਂ ਕਹਿੰਦਾ ਪਾਰਾਵਾਰੀ ਕੋਈ ਨਹੀਂ। ਤੇ ਉਸ ਦਿਨ ਮੈਂ ਕਿਹਾ ਸੀ ਜਪਜੀ ਸਾਹਿਬ ਦੀ 38ਵੀਂ ਪੌੜੀ, ਸ਼ਾਇਦ ਕੱਲ ਪਰਸੋਂ ਵੀ ਕਿਹਾ ਸੀ, ਉਹ ਖਾਲਸੇ ਦਾ ਦੈਵੀ ਜੀਵਨ ਹੈ, ਉਹ ਇਹਦਾ ਆਤਮਿਕ ਜੀਵਨ ਹੈ। ਅਖੀਰ ਤੇ ਸਮਾਪਤੀ ਮਹਾਰਾਜ ਨੇ ਕੀਤੀ ਕਿ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ। ਨਾਲ ਪਿਆਰਿਓ ਜਪਜੀ ਸਾਹਿਬ ਜਦੋਂ ਪੜਿਆ ਗਿਆ, ਉਸ ਅੰਮ੍ਰਿਤ ਬੰਦੀ ਪਹਿਲੀ ਬਖਸ਼ ਜਪ ਹੈ। ਉਸ ਤੋਂ ਬਾਅਦ ਹਜ਼ੂਰ ਨੇ ਜਾਪ ਪੜਿਆ। ਜਾਪ ਸਾਹਿਬ
ਪੌਂਟਾ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਜੀ। ਅੰਮ੍ਰਿਤ ਸੰਚਾਰ ਵੇਲੇ ਵਿਦਵਾਨ ਕਹਿੰਦੇ ਆ ਸਿੱਖ ਜਾਪ ਸਾਹਿਬ ਪੜ੍ਹਦੇ ਹੁੰਦੇ ਸਨ। ਹੁਣ ਜਦੋਂ ਆਪਾਂ ਜਾਪ ਸਾਹਿਬ ਪੜ੍ਹਨੇ ਆ, ਜਿਹੜਾ ਮੂਲ ਮੰਤਰ ਵਿੱਚ ਵਾਹਿਗੁਰੂ ਜੀ ਦਾ ਸਵਰੂਪ ਗੁਣ ਦੱਸੇ ਨੇ, ਉਹ ਜਾਪ ਸਾਹਿਬ ਦੇ ਛਪੇ ਛੰਦ ਵੀ ਦੱਸੇ ਨੇ। ਦੋਨਾਂ ਦੇ ਅਰਥ ਇੱਕੋ ਨੇ, ਲਫ਼ਜ਼ਾਂ ਵਿੱਚ ਫਰਕ ਹੈ। ਗੁਰਦੇਵ ਜੋ ਮੂਲ ਮੰਤਰ ਦੱਸਿਆ, ਉਹ ਜਾਪ ਸਾਹਿਬ ਦੇ ਪਹਿਲਾ ਛੰਦ ਤੇ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਕੋਈ ਤੇਰੇ ਨਾਮ ਨੂੰ ਬਿਆਨ ਨਹੀਂ ਕਰ ਸਕਦਾ। ਆਮ ਤੌਰ ਤੇ ਸੰਸਰਨਾਮਾ ਹੁੰਦਾ ਜੀ। ਸੰਸਰਨਾਮੇ ਦਾ ਅਰਥ ਹੁੰਦਾ ਹੈ ਪਰਮਾਤਮਾ ਦਾ 1000 ਨਾਮ, ਪਰ ਜਾਪ ਸਾਹਿਬ ਸੰਸਰਨਾਮਾ ਨਹੀਂ। ਇਹਦੇ ਵਿੱਚ ਤੁਸੀਂ ਗਿਣ ਕੇ ਦੇਖਿਓ 1101 ਵਾਰ ਅਕਾਲ ਦੇ ਸੁੱਤ ਨੇ ਆਪਣੇ ਬਾਪੂ ਅਕਾਲ ਦੀ ਸਿਫਤ ਕੀਤੀ ਹੈ। ਪਰ ਇਸ ਜਾਪ ਸਾਹਿਬ ਵਿੱਚ ਕਰਤਾਰ ਦੇ ਨਾਮ ਵਿਰੋਧਾਭਾਸੀ ਨੇ। ਇਹਨੂੰ ਫਿਰ ਸੁਣਿਓ ਧਿਆਨ ਨਾਲ। 4 ਸ਼ਬਦ ਨੇ ਨਮਸਕਾਰ ਲਈ, ਨਮਸਤਵੰ, ਨਮਸਤੰ, ਨਮਸਤਸਤ ਤੇ ਨਮੋ। ਇਹੀ 4 ਸ਼ਬਦ ਆ ਰਹੇ ਨਾ ਜੀ। ਨਮਸਤੰ, ਨਮਸਤਵੰ, ਨਮਸਤਸਤ, ਨਮੋ। ਨਮਸਕਾਰ ਇੱਕ ਭਗਤੀ ਹੈ ਨਵਦਾ ਭਗਤੀ ਵਿੱਚੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਨੂੰ, ਮੈਂ ਕਹਿੰਦਾ ਕਿ ਜਦੋਂ ਜਾਪ ਸਾਹਿਬ ਹਜ਼ੂਰ ਪੜ੍ਹਦੇ ਹੋਣਗੇ, ਇਹ ਤਾਂ ਪੰਜਾਂ ਨੂੰ ਪਤਾ ਹੋਣਾ ਜੀ ਉੱਥੇ ਕੀ ਖੇਡ ਵਾਪਰੀ ਜਦੋਂ ਹਜ਼ੂਰ ਪੂਰੇ ਜਲਾਲ ਚ ਜਾਪ ਸਾਹਿਬ ਪੜ੍ਹਦੇ ਹੋਣਗੇ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਵੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਭੰਜੇ। ਪਿਆਰਿਓ, ਕਦੀ ਨਾ ਇਸ ਤਰ੍ਹਾਂ ਪੜ੍ਹ ਕੇ ਦੇਖੀਏ ਗੁਰੂ ਗੋਬਿੰਦ ਸਿੰਘ ਨੂੰ ਸੁਣਾਣਾ। ਅੱਜ ਜਾਪ ਸਾਹਿਬ ਚ ਇੰਨੀ ਵੱਡੀ ਤਾਕਤ ਹੈ ਜੀ। ਮੈਂ ਇੱਕ ਵਾਰੀ ਬੜੀ ਪੁਰਾਣਾ ਇੱਕ ਗੁਰਮਤਿ ਪ੍ਰਕਾਸ਼ ਚ ਪੜ੍ਹਿਆ ਸੀ, ਮੇਰੇ ਕੋਲ ਹੈ ਨਹੀਂ ਪਰ ਮੈਨੂੰ ਜੇਨ ਚ ਚੇਤੇ ਹੈ। ਕਹਿੰਦੇ ਨੇ ਜਦੋਂ ਮਹਾਰਾਜ ਜੰਗ ਦਾ ਅਭਿਆਸ ਕਰਾਉਂਦੇ ਸਨ, ਜੀਵਨ ਸਿੰਘ ਗਏ ਨੇ ਬਾਹਰ, ਕਹਿੰਦੇ ਉਦੋਂ 22 ਦੇ 22 ਛੰਦ ਨਗਾਰਾ ਉਸ ਛੰਦ ਦੀ ਚਾਲ ਤੇ ਵਜਾਇਆ ਜਾਂਦਾ ਸੀ, ਤੇ ਜਿਹੜਾ ਸਿੰਘ ਸੀ ਉਸੇ ਛੰਦ ਦੀ ਚਾਲ ਬਦਲਦਾ ਸੀ। ਜਾਪ ਸਾਹਿਬ ਸਿੰਘ ਯੁੱਧ ਕਰਦੇ ਜਾਪ ਸਾਹਿਬ ਵਰਦੇ ਸਨ, ਤੇ ਕਹਿੰਦੇ ਨਾਲ ਨਾਲ ਸ਼ਸਤਰਾਂ ਦਾ ਅਭਿਆਸ ਕਰਦੇ ਸਨ। ਹੁਣ ਤੁਸੀਂ ਦੇਖੋ, ਇੱਕ ਪੱਖ ਨਹੀਂ ਰੱਖਿਆ ਜਾ ਸਕਦਾ। ਹੁਣ ਇਸ ਵਕਤ ਹਨੇਰਾ ਹੋ ਗਿਆ, ਹਨੇਰੇ ਦਾ ਵਜੂਦ ਨਹੀਂ। ਜੇ ਵਜੂਦ ਨਾ ਹੁੰਦਾ ਕਿਉਂ ਜਾਗਦੀ ਪਈ ਹੈ? ਗੁਰਦੇਵ ਨੇ ਰੱਬ ਦੇ ਇਸ ਪੱਖ ਨੂੰ ਵੀ ਲਿਆ। ਨਮੋ ਅੰਧਕਾਰੇ, ਨਮੋ ਤੇਜ ਤੇਜੇ। ਚਾਨਣ ਵੀ ਤੂੰ ਹੈ ਤੇ ਹਨੇਰਾ ਵੀ ਤੂੰ ਹੈ, ਮਾਰਨ ਵਾਲਾ ਵੀ ਤੂੰ ਹੈ ਤੇ ਬਚਾਉਣ ਵਾਲਾ ਵੀ ਤੂੰ ਹੈ। ਇੱਥੋਂ ਤੱਕ ਚੰਗੇ ਕਰਮ ਵੀ ਤੂੰ ਕਰਨੇ, ਦੂਜੇ ਪਾਸੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਮਾੜੇ ਕਰਮਾਂ ਵੱਲ ਵੀ ਤੂੰ ਹੈ। ਮੈਂ ਬੇਨਤੀ ਕਰਾਂ, ਪੂਰਬ ਤੇ ਪੱਛਮ ਦੀ ਬੋਲੀ ਦੀ ਸੰਕੀਰਨਤਾ ਨੂੰ ਜਾਪ ਸਾਹਿਬ ਨੇ ਤੋੜ ਦਿੱਤਾ। ਸੰਸਕ੍ਰਿਤ ਵਾਲਾ ਕਹਿੰਦਾ ਹੈ ਅਰਬੀ ਮਲੇਸ਼ ਭਾਖਾ ਹੈ, ਇਹ ਕਹਿੰਦਾ ਹੈ ਇਹ ਕਾਫਰਾਂ ਦੀ ਬੋਲੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਅਰਬੀ ਤੇ ਸੰਸਕ੍ਰਿਤ ਦੋਵੇਂ ਇਕੱਠੇ ਕਰ ਦਿੱਤੇ। ਮੈਂ ਇੱਕ ਸ਼ਬਦ ਵਰਤਾਂਗਾ, ਸਮਸਤੁਲ ਨਿਵਾਸ ਹੈ। ਇਹ ਵੋਕੈਬਲਰੀ ਕਿਤੋਂ ਨਹੀਂ ਮਿਲਦੀ। ਸਮਸਤ ਦਾ ਅਰਥ ਹੈ ਸਾਰੇ। ਉਲ ਸ਼ਬਦ ਜਿਹੜਾ ਹੈ ਇਹ ਅਰਬੀ ਦਾ, ਸਮਸਤ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦਾ ਹੈ। ਸਮਸਤੁਲ ਨਿਵਾਸ ਹੈ। ਇੱਕ ਹੋਰ ਬੇਨਤੀ, ਜਦੋਂ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਜਿੰਨੀ ਮੈਂ ਫਿਰ ਬੇਨਤੀ ਕੀਤੀ, ਪਿਆਰਿਓ ਇਹਦਾ ਨਿਤਨੇਮ ਨਾ ਛੱਡੋ। ਬੜਾ ਬੁਰਾ ਹਾਲ ਹੋ ਗਿਆ ਸਾਡੇ ਲੋਕਾਂ ਦਾ। ਲੋਕੀ ਨਿਤਨੇਮ ਛੱਡ ਕੇ ਭੱਜ ਗਏ ਸਾਡੇ ਕਥਾ ਸੁਣ ਕੇ ਲੋਕਾਂ ਦੀ। ਜਾਪ ਸਾਹਿਬ ਵਾਹਿਗੁਰੂ ਜੀ ਦੀ ਹਜ਼ੂਰੀ ਹੈ, ਅਕਾਲ ਪੁਰਖ ਦੀ ਮੌਜੂਦਗੀ ਹੈ। ਜਦੋਂ ਆਪ ਪੜ੍ਹਦੇ ਹੋ ਕਿ ਜ਼ਾਹਰ ਜ਼ਹੂਰ ਹੈ ਦਾ ਮਤਲਬ ਕਿ ਪ੍ਰੈਜੈਂਟ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨੁਲ ਚਿਰਾਗ ਹੈ। ਪਿਆਰਿਓ, ਕਿੱਡਾ ਵੱਡਾ ਆਪਾਂ ਕਹਿੰਦੇ ਨਰਕ ਤੋਂ ਡਰ ਰਿਹਾ। ਮਹਾਰਾਜ ਕਹਿੰਦੇ ਨਮੋ ਨਰਕ ਨਾਸ਼ੇ ਸदैवं ਪ੍ਰਕਾਸ਼ੇ। ਕਵਿਤਾ ਦੇ 9 ਰਸ ਨੇ ਜੀ, ਤੇ ਜਿਹੜਾ ਤੁਸੀਂ ਹਰ ਬੋਲ ਮਨਾ ਛੰਦ ਪੜ੍ਹਦੇ ਹੋ, ਇਸ ਵਿੱਚ 7 ਰਸ ਇੱਕੋ ਛੰਦ 'ਚ ਨੇ। ਕਰੁਣਾ ਰਸ ਹੈ, ਅਦਭੁਤ ਰਸ ਹੈ, ਭਿਆਨਕ ਰਸ ਹੈ। ਮਹਾਰਾਜ ਨੇ ਜਾਪ ਸਾਹਿਬ, ਮੈਂ ਬੇਨਤੀ ਕਰਾਂ, ਇੱਕ ਬਚਨ ਪੜ੍ਹਦੇ ਹਾਂ
ਅਖੀਰ ਤੇ ਕਹਿਣ ਲੱਗੇ ਜਿਹੜਾ ਜਾਪ ਸਾਹਿਬ ਪੜ੍ਹੇਗਾ ਉਹਦੇ ਦੋਨਾਂ ਕਾਲਾਂ ਦੀ ਖਾਤਮਾ ਹੋ ਜਾਏਗਾ, ਉਹਦਾ ਜਨਮ ਤੇ ਮਰਨ ਕੱਟਿਆ ਜਾਏਗਾ, ਉਹਦਾ ਦੁੱਖ ਤੇ ਸੁੱਖ ਕੱਟਿਆ ਜਾਏਗਾ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯੰਭਮ ਸੁਭੰਗ ਸਰਬਦਾ ਸਰਬ ਜੁਗਤੇ, ਦੋ ਕਾਲੰਗ ਪਰਨਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਵਿਪੂਤੇ। ਸਦਾ ਅੰਗ ਸੰਗ ਰਹਿਣ ਵਾਲਾ ਹੈ। ਤੀਸਰੀ ਬਾਣੀ ਗੁਰਦੇਵ ਨੇ ਅਕਾਲ ਉਸਤਤ ਦੀ ਲਈ। ਮੈਂ ਸਟੇਜ ਤੇ ਨਹੀਂ ਕਹਿਣਾ, ਪਰ ਹਜ਼ੂਰ ਸਾਹਿਬ ਬਾਣੀਆਂ ਬਹੁਤ ਪੜੀਆਂ ਜਾਂਦੀਆਂ ਨੇ ਜੀ, ਪਰ ਮੈਂ ਫਿਰ ਵੀ ਪੰਥ ਦੀ ਇੱਕ ਸੁਰਤਾ ਨੂੰ ਤੇ ਏਕਤਾ ਨੂੰ ਮੁੱਖ ਰੱਖਦਿਆਂ ਕਦੀ ਉਹ ਗੱਲ ਨਾ ਕਰੋ ਜਿਹੜੀ ਪਵਾੜਾ ਪਾਉਂਦੀ ਹੋਵੇ। ਇਹਨੂੰ ਸਮਝਣਾ ਚਾਹੀਦਾ ਸਾਨੂੰ। ਜਿਹੜੇ ਜੀ ਕਹਿੰਦੇ ਸੱਚ ਬੋਲਣਾ ਚਾਹੀਦਾ, ਆਪਣੇ ਨਿਆਣਿਆਂ ਦਾ ਸੱਚ ਸਾਰੇ ਲੋਕਾਂ ਨੂੰ ਸੁਣਾਉਂਦੇ ਆ, ਪਰਦੇ ਪਾਉਂਦੇ ਆ ਨਾ। ਇਹ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਹੈ। ਜਦੋਂ ਆਪਾਂ ਅਕਾਲ ਉਸਤਤ ਪੜ੍ਹਦੇ ਆ ਜੀ, ਸਰਬ ਅਕਾਲ ਪੁਰਖ ਕੀ ਰਛਾ ਹਮਨੇ, ਇਹ ਜਿਹੜਾ ਸਵਈਏ ਨੇ ਚਲੋ ਗੁਟਕੇ 'ਚ ਲਿਖ ਦਿੱਤਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਏ ਪ੍ਰਸਾਦ ਸਵਈਏ, ਪਰ ਉੱਥੇ ਚੱਲਦੀ ਬਾਣੀ 'ਚ ਹੈ ਤੋਏ ਪ੍ਰਸਾਦ। ਉੱਥੇ ਪਾਤਸ਼ਾਹੀ ਦਸਵੀਂ ਨੇ ਅਕਾਲ ਉਸਤਤ ਦੀ ਬਾਣੀ ਹੈ ਨਾ, ਤੇ ਉੱਤੇ ਇਹਨੂੰ ਅਕਾਲ ਉਸਤਤ ਦੀ ਪਹਿਲਾ ਸ਼ਬਦ ਹੈ ਅਕਾਲ ਪੁਰਖ ਕੀ ਰਛਾ ਹਮਨੇ। ਤੇ ਜਦੋਂ ਬਾਣੀ ਸਮਾਪਤ ਹੁੰਦੀ ਹੈ ਤੇ ਇਹਦੇ ਅਖੀਰ 'ਚ ਲਿਖਿਆ ਉਸਤਤ ਵਰਨੰਗ, ਤੇ ਸਾਡੇ ਬਜ਼ੁਰਗਾਂ ਨੇ ਅਕਾਲ ਸ਼ਬਦ ਪਹਿਲਾ ਲਿਆ, ਉਸਤਤ ਪਿਛਲਾ ਲਿਆ, ਇਸ ਬਾਣੀ ਦਾ ਸਰਲੇਖ ਬਣਾ ਦਿੱਤਾ ਅਕਾਲ ਉਸਤਤ। ਤੇ ਕੋਈ ਸ਼ੱਕ ਨਹੀਂ, ਇਹ ਜਿਸ ਬੰਦੇ ਨੇ ਦਵੈਤ ਤੇ ਅਦਵੈਤ ਸਰਬ ਵਿਆਪਕ ਰੱਬ ਦੀ ਝਲਕ ਹਰ ਇੱਕ ਚ ਪਾਣੀ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਦੀ ਅਕਾਲ ਉਸਤਤ ਜ਼ਰੂਰ ਪੜ੍ਹੇ। ਮਹਾਰਾਜ ਬੜੇ ਸ਼ਬਦ ਵਰਤਦੇ ਆ, ਨਿਰਜੁਨ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਮਹਾਂ ਕੇ ਦਾਤਾ महादान को, बांग के बंगाली फिरंग के फिरंगा वाली दिल्ली के दिलवाली, तेरी आज्ञा में चलत गए रो के रोहेले मांग देश के मंगेले वीर, बंसी बदले पाप उनको मल, गोखा गुन गावे चीन मचीन के शीस न आवे। किड्डी वड्डी उडारी मारदे पे, कहूं को की कहानी, कहूं राजा कहूं रानी, कहूं नर को प्रकार हो। महाराज ने शब्द वरते। मैं आपनू बेनती करा, हजूर ने 10 सवैये लै, इन्हां नू इस करके असीं कहने अमृत सवैये, सरलेख कोई नहीं हैगा अमृत सवैये। साडे बजुर्ग कहंदे सन सुधा सवैये, इहदा मतलब सी ये ओ 10 सवैये ने ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਸੰਚਾਰ ਵੇਲੇ ਪੜ੍ਹੇ ਸਨ। ਇਹਨਾਂ ਸਵਈਆਂ 'ਚ ਕੀ ਨਹੀਂ ਰਹਿਣ ਦਿੱਤਾ ਜੀ, ਕੁਝ ਰਹਿਣ ਦਿੱਤਾ। ਮਹਾਰਾਜ ਇੱਕੋ ਗੱਲ ਤੇ ਜ਼ੋਰ ਜਾਈ ਜਾਂਦੇ ਨੇ, ਭਗਤੀ ਤੋਂ ਬਿਨਾ ਕੁਝ ਨਹੀਂ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ, ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ, ਮਤ ਕੋ ਨਾ ਦੇਖਿਤ प्राणपति के श्री भगवान की पाए, कृपा हूं ते एक रति बिन एक रत्ती के, एक रति बिन एक रत्ती के। ਇਹਦਾ ਮਤਲਬ ਜਿੰਨੇ ਮਰਜੀ ਡੇਰੇਦਾਰ ਹੋਣ, ਬੋਧੀ ਹੋਣ, ਜੈਨੀ ਹੋਣ, ਸਰੇਵੜੇ ਹੋਣ, ਜਿਹਦਾ ਅੰਦਰ ਰੱਬ ਦੇ ਰੰਗ 'ਚ ਨਹੀਂ ਰੱਤਿਆ, ਬਿਲਕੁਲ ਰੱਤੀ ਦਾ ਵੀ ਨਹੀਂ, ਕੌਡੀ ਦਾ ਜੀ ਕਹਿ ਲਓ। ਇੱਕ ਰੱਤੀ ਬਿਨ ਇੱਕ ਰੱਤੀ ਕੇ, ਜਿਹੜੇ ਕਹਿੰਦੇ ਅਸੀਂ ਸਾਰੀ ਦੁਨੀਆ ਨੂੰ ਜਿੱਤਣਾ ਤੇ ਸਿਰਫ ਇਹੀ ਕਹਿਣ ਵੀ ਰਾਜ ਭਾਗੀ ਸਾਰੀ ਦੁਨੀਆ। महाराज कहते जे बंदगी कोई नहीं तो अखीर ते जमा दे घर जाएगा। जीत फिर सब देश दिशान को, बाजत ढोल मृदंग नगारे, गुंजित गुड़ गजान के सुंदर खिंसत है राज हजारे, भूत भविक भवान के भूपत, कौन गने नी जात बिचारे, सिरपत सिर भगवान भजे बिन अंत को अंत के धाम सुधारे। वाहिगुरू किड्डे शब्द ने आपां कथा कीती, तुहानूं पता होना। इत्थे मैं बेनती करा, मैनूं अजे भुलदियां नहीं यादां। जदों अखीर ते पहुंचे, सतगुरां ने हुक्का दे के क्या, पखंड नूं छड्ड दिओ, मुहब्बत करो। कहा भयो जो दो लोचन मूंद कह, बैठ रहे हो बक ध्यान लगायो, नाथ फिर लिए 7 समुद्रन लोग गयो, परलोक गवायो, बास कियो बख्यान सो बैठ के, ऐसे ऐसे सो बैस बतायो, साच कहूं। केड़े सुन लो शराबक सुध वाले, केड़े सुन लो जीत बिरा सब देश जान को, केड़े सुन लो माते मतंग, केड़े सुन लो तीर्थ नान दया दवदान। सारियां नूं क्या मेरी गल सुन लो, जिन्हां दा मैं जिक्र कीता है। साच कहूं सुन लिहो सब है, जिन प्रेम कियो तिनी प्रभ पायो। इदों बाद मैं उस दिन सवैया आपां पढ़िया सी, जेड़े कर्म कांडी बन के कोई पत्थर पूजदा है, कोई बुत्तां नूं पूजदा है, कोई वर्त रखदा है, महाराज ने कहा नहीं वो भले पुरुषो, अमृतधारी बनना है ना, इस कूर किरिया दे नेड़े नहीं जाना। उस तो बाद महाराज ने चौपाई साहिब लाई जी। चौपाई साहिब परमात्मा सामने बेनती है, हमरी करो हाथ दे रक्षा, पूर्ण होए चित की इच्छा। हथ दे के साड़ी रखवाली करो,
मेरे अंदर दी इच्छा पूरी हो जाए। हमरी करो हाथ दा रक्षा, पूर्ण होए चित्त की इच्छा। की इच्छा? तब चरणन मन रहे हमारा। मेरी इच्छा है वे तेरे चरना च मेरा मन टिक्या रहे। तब चरणन मन रहे हमारा, अपना जान करो प्रतिपारा। हमरे दुष्ट सबे तुम कावो, आप हाथ दे मोहे बचावो। अगे जी, आहा सुखी बसै मोरो परवारा। वाहिगुरु मेरा परिवार सुखी वसे। गुरमुखो परिवार च बच्चे ने ना, महल ने। अगे क्लीयर करता मेरा परिवार की, कहने लगे सुखी बसै मोरो परिवारा। सेवक सिख सबे करतारा। आ करतार नूं मनण वाले ਜਿਹੜੇ सिख सेवक ने मेरा परिवार है। वाहिगुरु मेरे परिवार नूं कदी तत्ती वाह ना लगे। कि महाराज दे सामने बेनती है, सुखी बसै मोरो परिवारा। सेवक सिख सबे करतारा। मोर अच्छा निज करदे करिए, सब बैन को आस करिए। मार पूर्ण होए हमारी आशा। की जी? तोर भजन की रह प्यासा। तुम्हें छाड़ कोई अबर न त्याऊं, जो बर चाहूं सो तुम ते पाऊं। सेवक सिख हमारे तारियां, चुन चुन शतर हमारे मारियां। देखो जो तुसीं पढ़ने आ इत्थों तक कहन लगे तुहानूं अकाल दे लड़ लाया है। देवी देवते मत पूजो, बाकी सब नूं काल खा गया। काल पाए ब्रह्मा अवतरा, काल पाए शिवजी अवतरा, काल पाए कर विष्णु प्रकाशा। सकल काल का क्या तमाशा। महाराज किनों तुसीं मनदे हो? कहन लगे आदम ते कै अवतारा, सोई गुरु समझो हमारा। ते महाराज जिन्हों तुसीं कह रहे हो आद अंत, किन्ना कुछ सिमरन। कहने लगे एक बार जिन तुम्हें संवारा, काल पांस ते ताएं उभारा। जिन्नर नाम तिहारो कहा, दार दुष्ट दोख ते रहा। खड़ग केत, खड़ग केत कृपाण धारी। वाहिगुरु जी मैं तेरी शरण च आया। खड़ग केत मैं शरण तिहारी, आप हाथ दे लो उबारी। सर्व ठौर, सर्व ठौर सारियां थावां ते मेरी मदद करी। खालसा जी अमृत दे विच ये रहमत भरी हुई है। सर्व ठौर में हो सहाई, दुष्ट दोख ते लियो बचाई। मैं बेनती करा, सुने गुंगयो याय सरसना पावी। सुने मूड़ चितलाय चतुरता आवी। दुख दर्द भौ निकट ना तिन नर के रहे। हो जो जाकी एक बार चौपई को कहे। मेरी बेनती, चार बाणियां तो बाद आ गया आनंद। थोड़ा सिर मैनू पता है भी लत्तां लुत्तां थक गईयां होणीਆਂ ने, तो मैनू पता नहीं भी 1.5-2 घंटे मास्टर चंगे सन। 45 मिनट तो बाद मास्टर नहीं वजदा क्लास च। इन्ना कोई बंदा सुन सकता है, इन्ना कोई बह सकता है। पर मैनू पता भी हुण मैनू अखीर ते टाइम भाई साहब ने कहता भी इन्हां दा ही है ना। देखो आनंद जिहड़ा ना आंदा, आनंद शब्द, एक तो ये शब्द ही बड़े कमाल दा आनंद। मैं उस दिन विआह ते बोलदे क्या, आनंद शब्द दा विपरीत शब्द कोई नहीं जी। आनंद दा उल्ट कुछ हो ही नहीं सकता। सुख दा विपरीत दुख है। ये आपां कथा कीती उस दिन। मैं जान तां ही कहना वा भी ये ना कोई समझे मैं दोबारा दोहरा रहा वां। सुख दा विपरीत दुख है, हरख दा विपरीत सोग है, उस्तत दा विपरीत नंदा है, जन्म दा विपरीत मौत है, मान दा विपरीत अपमान है। पर याद रखियो आनंद शब्द दा विपरीत कोई नहीं। जिन्हों आनंद आ गया ना, ये आपां ते इंद्रियां दे रस नूं आनंद कहने, आनंद थोड़ा, वो तो वासना है जी। आनंद सतगुरां ने पंजवीं बाणी जिहड़ी पढ़ी वो आनंद साहिब जिहड़ी साडी अज मर्यादा अनुसार असीं पढ़ने। हालांकि तवारीखी ग्रंथ कहंदे ने बाबा आनंद जी दे जन्म वेले हजूर ने ये बाणी उचारण की, पर आनंद एक प्रकरण है। इत्थों तक कि 12 माह विच 12 महीनों की कमाई पिछों आनंद पैदा होंदा है। चेत गोविंद आराध्य है, हाँ होवे आनंद घना, जो होया नहीं होवे आनंद घना। संत जना मिल पाईए रसां दा नाम भणा, ते 12वां महीना है फलगुण आनंद उपार जना हर सज्जन प्रगटी आए। मैं अर्ज करांगा जिहड़ा आनंद साहिब कोई पक्ष है इहदे नहीं जिहड़ा नहीं हैगा। पर आनंद की डेफिनेशन की है, मैं कोश विच पढ़ांगा खुशी, मैं सच्ची लो मैं खुशी कर देनी। इत्थों तक कि जिवें असीं कहने ना आनंद साहिब असीं कहने ना, गुरु ग्रंथ साहिब च जिथे परमात्मा दे अनेकां नाम ने, उत्थे एक नाम है आनंदी साहिब। आनंदी साहिब नाम हुंदा है। सदा आनंद आनंदी साहिब गुण निधान नित नित जापीए। आनंदी साहिब आनंद दा मालक है वो, क्योंकि उहदे घर च रोना रोना, मैं तां ही ते रोना धोना नहीं उहदे घर च। तेरा घर आनंद वधाई तुद कर, उत्थे कोई वैन नहीं पांदा मर गया हाय, उहदे घर च आनंद है। मैं फिर बेनती करांगा, कल भी सिर्फ तिथ है नाद विनोद कोट
ਆਨੰਦ ਸਾਹਿਬ ਕਿੱਥੋਂ ਮਿਲਦਾ ਹੈ ਜੀ? ਆਨੰਦ ਕਿੱਥੋਂ ਮਿਲਦਾ ਹੈ? ਕਿਸੇ ਵੀ ਦੁਨਿਆਵੀ ਇੰਦਰੀਆ ਦੇ ਰਸ 'ਚ ਅੱਜ ਤੱਕ ਆਨੰਦ ਨਹੀਂ। ਆਨੰਦ ਦਾ ਦਾਤਾ ਕੇਵਲ ਸਤਿਗੁਰੂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਸਤਿਗੁਰੂ ਆਨੰਦ ਨਾਲ ਸਹਿਜ ਲੈ ਕੇ ਆਉਂਦਾ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਜਿੱਥੇ ਆਨੰਦ ਆ ਜਾਏ ਉੱਥੇ ਅੰਦਰ ਕੀਰਤਨ ਸ਼ੁਰੂ ਹੋ ਜਾਂਦਾ। ਮੈਂ ਤਾਂ ਤੁਹਾਨੂੰ ਕਿਹਾ ਵੀ ਮੈਂ ਇਹਦੇ ਅਰਥ ਬਾਹਰ ਮੁਖੀ ਨਹੀਂ ਕਰਨੇ। ਖੁਸ਼ੀ ਜਿਹਦੇ ਅੰਦਰ ਕੀਰਤਨ ਸ਼ੁਰੂ ਹੋ ਜਾਏ, ਸਾਜ਼ਾਂ ਤੋਂ ਬਿਨਾ ਕੀਰਤਨ ਚੱਲੇ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਕਿਹੜਾ? ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਇਆ ਨਾ ਜੀ। ਥੋੜੇ ਫਿਰ ਇੱਕੋ ਬੇਨਤੀ ਕਰਨੀ ਹੋਰ, ਆਨੰਦ ਕੀ ਹੈ? ਗੁਰੂ ਰਾਮ ਆਨੰਦ ਸਾਹਿਬ ਵਿੱਚ 3 ਪਾਠ ਹੁੰਦੇ ਨੇ, ਆਨੰਦ, ਆਨੰਦ ਤੇ ਆਨੰਦ। ਤੇ ਮੇਰੀ ਬੇਨਤੀ ਅਖੀਰ ਵਾਲਾ ਆਨੰਦ ਹੀ ਪੜ੍ਹਨਾ ਚਾਹੀਦਾ ਜੀ। ਟਿੱਪੀ ਜਿਹੜੀ ਉਹ ਦੀਰਘ ਮਾਤਰਾ ਹੈ। ਆਨੰਦ ਸੁਣੋ ਵਡਭਾਗਿਓ ਹੈ। ਆਨੰਦ ਭਇਆ। ਦੂਜਾ ਇੱਕ ਪਾਠ ਹੁੰਦਾ ਆਨੰਦ, ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਭਇਆ ਜਾਣਿਆ। ਹੁਣ ਇਸ ਪੌੜੀ ਵਿੱਚ ਆਨੰਦ ਦੀ ਡੈਫੀਨੇਸ਼ਨ ਹੈ। ਉੱਤੇ ਸਰਲੇਖ ਜ਼ਰੂਰ ਹੈ, ਰਾਮਕਲੀ ਮਹੱਲਾ ਤੀਜਾ। ਆਨੰਦ ਇਸ ਪੌੜੀ 'ਚ ਹੈ ਕੀ ਆਨੰਦ? ਕਰ ਕਿਰਪਾ ਕਿਲ ਵੀ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਹਿ ਸਵਾਰਿਆ। ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ। ਇਹ ਆਨੰਦ ਪਿਆ ਹੈ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਹੁਣ ਅਸੀਂ ਤਿੰਨਾਂ ਦੀ ਗੱਲ ਕੀਤੀ ਨਾ ਜੀ, ਰਸਨਾ ਦੀ, ਇਹ ਅੱਖਾਂ ਦੀ ਤੇ ਕੰਨਾਂ ਦੀ। ਆਨੰਦ ਸਾਹਿਬ ਵਿੱਚ ਤਿੰਨਾਂ ਦੀ ਗੱਲ ਕੀਤੀ। ਇਹ ਰਸਨਾ ਤੂੰ ਅਨਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਇਹ ਸਰਵਣ ਮੇਰਿਓ ਸਾਚਾ ਸੁਣਨ ਨੂੰ ਪਠਾਏ, ਇੱਕ ਤੋ ਲਾਂਗੇ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ। ਫਿਰ ਸਮੁੱਚੇ ਸਰੀਰ ਨੂੰ ਕਹਿ ਦਿੱਤਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਅਖੀਰ ਤੇ ਪਹੁੰਚ ਕੇ ਨਾ ਇਹ ਸਾਚਾ ਸੋਹਿਲਾ। ਆਨੰਦ ਸਾਹਿਬ ਸੋਹਿਲਾ ਹੈ, ਖੁਸ਼ੀ ਦਾ ਗੀਤ ਹੈ। ਸਾਚਾ ਘਰ ਗਾਵੋ। ਅਖੀਰ ਤੇ ਕਹਿਣ ਲੱਗੇ ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ। ਆਖ ਹੈ ਖਾਲਸੇ ਦੀ ਆਖਰੀ ਮੰਜ਼ਲ। ਸੱਚ ਤੁਹਾਨੂੰ ਬੇਨਤੀ ਕਰਾਂ, ਆਨੰਦ ਸਾਹਿਬ ਦੀ 40ਵੀਂ ਪੌੜੀ ਇਹ ਮੰਜ਼ਿਲ ਹੈ। ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਅੱਗੇ ਜੀ, ਵਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਆਨੰਦ ਸਾਹਿਬ ਦੀ ਸਾਰੀ ਬਾਣੀ ਦਾ ਨਿਚੋੜ 40ਵੀਂ ਪੌੜੀ 'ਚ ਹੈ। ਵੱਡਿਆਂ ਭਾਗਾਂ ਵਾਲਿਓ ਆਨੰਦ ਸੁਣੋ, ਸਾਰੇ ਮਨੋਰਥ ਪੂਰੇ ਹੋ ਗਏ, ਦੁੱਖ ਰੋਗ ਸੰਤਾਪ ਉਤਰ ਗਏ, ਹਰ ਚੀਜ਼ ਮਿਲ ਗਈ। ਤੇ ਵਾਜੇ ਅਨਹਦ ਤੁਰੇ, ਉਹ ਆਵਾਜ਼ ਜਿਹੜੀ ਨਿਰੰਤਰ ਸਿਮਰਨ ਦੀ ਅੰਦਰ ਚੱਲ ਪਈ। ਗੁਰਮੁਖੋ, ਇਸੇ ਅੰਮ੍ਰਿਤ ਦੀ ਮੈਂ ਸਿਰਫ ਇੱਕੋ ਉਦਾਹਰਨ ਦਿਆਂ। ਨਾਦਰ ਆਇਆ, ਉਹਨੇ ਹਿੰਦੁਸਤਾਨ ਦੀ ਬੱਸ ਕਰਾ ਦਿੱਤੀ। ਜਦੋਂ ਉਹ ਆਉਂਦਾ ਹੈ, ਮੁਹੰਮਦ ਸ਼ਾਹ ਰੰਗੀਲਾ ਜਿਹਦੇ ਬਾਰੇ ਕਿਹਾ ਜਾਂਦਾ ਸੀ ਅਭੀ ਦਿੱਲੀ ਦੂਰ ਹੈ, ਅਯਾਸ਼ ਜਿਹਾ ਬੰਦਾ ਸੀ। ਇਹਨੇ ਦਿੱਲੀ 'ਚ ਮੁਹੰਮਦ ਸ਼ਾਹ ਰੰਗੀਲੇ ਨੂੰ ਹਰਾ ਦਿੱਤਾ। ਮੁਹੰਮਦ ਸ਼ਾਹ ਰੰਗੀਲੇ ਨੇ ਕਿਹਾ ਵੀ ਮੈਂ ਆਪਣੀ ਬੇਟੀ ਦਾ ਨਿਕਾਹ ਤੇਰੇ ਬੇਟੇ ਨਾਸਿਰ ਨਾਲ ਕਰ ਦੇਣਾ। ਨਾਦਰ ਦਾ ਪੁੱਤਰ ਸੀ ਨਾਸਿਰ, ਵਿਆਹ ਹੋ ਗਿਆ ਜੀ। ਤੇ ਨਾਸਿਰ ਜਿਹੜਾ ਨਾਦਰ ਦਾ ਬੇਟਾ ਗਿਆ ਹਰਮ 'ਚ, ਜਿੱਥੇ ਉਹ ਬੀਬੀ ਦੀਆਂ ਉਹਦੀ ਧੀ ਦੀਆਂ ਸਹੇਲੀਆਂ ਬੈਠੀਆਂ ਸਨ। ਉਹਨਾਂ ਨੇ ਮਜ਼ਾਕ 'ਚ ਪੁੱਛ ਲਿਆ ਵੇ ਆਪਣਾ ਕੁਰਸੀਨਾਮਾ ਦੱਸ। ਨਾਸਿਰ ਨੂੰ ਪੁੱਛਦੀਆਂ ਨੇ ਤੇਰਾ ਕੁਰਸੀਨਾਮਾ ਕੀ ਹੈ? ਉਹਦਾ ਮੂੰਹ ਲਟਕ ਗਿਆ, ਕਿਉਂਕਿ ਨਾਦਰ ਜਿਹੜਾ ਭੇਡਾਂ ਚਾਰਦਾ ਹੁੰਦਾ ਸੀ, ਗਡਰੀਆ ਸੀ। ਇਹ ਹਾਲਤ ਸੀ ਭਾਰਤ ਦੀ, ਭੇਡਾਂ ਚਾਰਨ ਵਾਲਾ ਸੀ ਬੰਦਾ ਜੀ। ਉਹਨਾਂ ਜਾਣ ਬੁੱਝ ਕੇ ਟਾਂ ਚਲਾਈ, ਤੇਰਾ ਕੁਰਸੀਨਾਮਾ ਕੀ ਹੈ? ਮੂੰਹ ਲਟਕਾ ਕੇ ਆ ਗਿਆ।
ਨਾਦਰ ਨੇ ਪੁੱਛਿਆ ਵੀ ਤੇਰਾ ਵਿਆਹ ਹੋਇਆ ਹੈ, ਨਿਕਾਹ ਹੋਇਆ ਹੈ, ਤੇਰਾ ਚਿਹਰਾ ਕਿਉਂ ਲੱਥਾ ਹੈ? ਕਹਿੰਦਾ ਅੱਬਾ ਜਾਨ ਮੇਰੇ ਤੋਂ ਨਾ ਪੁੱਛਿਆ ਕੁਰਸੀਨਾਮਾ ਕੀ ਹੈ। ਕਹਿੰਦਾ ਤੂੰ ਕੀ ਦੱਸਿਆ? ਕਹਿੰਦਾ ਮੈਂ ਕੀ ਦੱਸਦਾ। ਕਹਿੰਦੇ ਨੇ ਨਾਦਰ ਨੇ ਤਲਵਾਰ ਕੱਢ ਲਈ, ਲਿਸ਼ਕ ਦੀ ਤਲਵਾਰ ਕੱਢ ਕੇ ਕਹਿੰਦਾ ਜਾ ਕੇ ਬੋਲ ਲਫ਼ਜ਼ ਮਨਮ ਨਾਸਿਰ, ਫਾਰਸੀ ਮਨਮ ਨਾਸਿਰ ਵਾ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ। ਇਹਦੇ ਪੰਜਾਬੀ ਚ ਅਰਥ ਨੇ ਮਨਮ ਨਾਸਿਰ, ਮੇਰਾ ਨਾਮ ਨਾਸਿਰ ਹੈ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਨਾਦਰ ਪਿਸਰੇ ਸ਼ਮਸ਼ੀਰ, ਮੇਰੇ ਪਿਓ ਦਾ ਕੁਰਸੀਨਾਮਾ ਤਲਵਾਰ ਹੈ। ਅਸੀਂ ਤਲਵਾਰ ਚੋਂ ਮੇਰਾ ਪਿਓ ਨਿਕਲਿਆ। ਯਾਦ ਰੱਖਿਓ, ਜਿਹੜਾ ਦਿੱਲੀ ਚ ਕਹਿੰਦਾ ਸੀ ਮੇਰਾ ਕੁਰਸੀਨਾਮਾ ਤਲਵਾਰ, ਜਦੋਂ ਪੰਜਾਬ ਚ ਲੰਘਿਆ ਧੀਆਂ ਬਹੁ ਬੇਟੀਆਂ ਨੂੰ ਛਡਾਇਆ, ਐ ਹੌਲਾ ਕਰ ਦਿੱਤਾ। ਲਾਹੌਰ ਰਾਤ ਪੁੱਛਦਾ ਕੌਣ ਨੇ? ਯਾਦ ਰੱਖਿਓ ਇਹ ਕੌਣ ਨੇ? ਫਿਰ ਜ਼ਕਰੀਏ ਨੇ ਕਿਹਾ ਸੀ ਇਹ ਉਹ ਨੇ ਜਿਨ੍ਹਾਂ ਦਾ ਜਨਮ ਖੰਡੇ ਬਾਟੇ ਵਿੱਚੋਂ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ, ਗਿਆਨੀ ਗਿਆਨ ਸਿੰਘ ਲਿਖਦੇ ਆ, ਨਾਦਰ ਪੁੱਛਦਾ ਕੌਣ ਨੇ? ਉਹ ਤੋਂ ਫਿਰ ਜ਼ਕਰੀਆ ਬੋਲਦਾ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇनको आबे हयात दियो है। आबे हाथ अर्थ है अमृत। मुर्शद इनका वली भयो है, इनको आबे हयात दियो है, गजब असर तिसका हम देखा। नादर असी हरानी जन के दे तमाशे देखे, गजब असर तिसका हम देखा, बुझ दिल होवत शेर बशेखा। ਜਿਹੜੇ ਬੰਦੇ ਸਾਡੇ ਅੱਗੇ ਹੱਥ ਜੋੜਦੇ ਨੇ ਸਾਨੂੰ ਬਚਾ ਲਓ ਬਚਾ ਲਓ, ਬੋਦੀਆਂ ਵਾਲੇ ਦੂਜੇ ਤੀਜੇ, ਰਹਿਮ ਕਰੋ ਰਹਿਮ ਕਰੋ, ਕਹਿੰਦਾ ਜਦੋਂ ਅੰਮ੍ਰਿਤ ਛਕ ਕੇ ਨਿਕਲਦੇ ਨੇ ਜਿਹੜੇ ਜੁੜੇ ਹੋਏ ਹੱਥ ਨੇ ਉਹ ਕਿਰਪਾਨ ਦੇ ਮੁੱਠੇ ਉੱਤੇ ਹੁੰਦੇ ਆ। ਕਹਿੰਦਾ ਮੈਂ ਅਸਰ ਦੇਖਿਆ। ਮੁਰਸ਼ਿਦ ਇਨਕਾ ਵਲੀ ਭਇਓ ਹੈ, ਇनको ਆਬੇ ਹयात ਦਿਓ ਹੈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਝਦਿਲ ਹੋਵਤ ਸ਼ੇਰ ਬਸ਼ੇਖਾ। ਕਹਿੰਦਾ ਇਹਨੂੰ ਮੇਰਾ ਭੈ ਨਹੀਂ? ਕਹਿੰਦਾ ਤੂੰ ਛੱਡੇ ਤਾਂ ਮੌਤ ਦੇ ਫਰਿਸ਼ਤੇ ਦਾ ਭੈ ਨਹੀਂ ਮੰਨਦੇ। गजब असर तिसका हम देखा, बुझदिल होवत शेर बशेखा, कान ना किसू किए राखत। कहना शहनशाह खुदी को पाखत। दिल्ली ते बैठे छाड़े जिन्हों पुछया कहना असीं बादशाह हाँ, शहनशाह खुदी को भाशक। ते बाकी जिहड़ी जनता है कहन लगे अवर सबन को जीस 83, मानत आप ताई अविनाशी। कहना बाकी सब 84 का गेड़ा सी दा अविनाशी हाँ। मैं आप नूं बेनती करा, ये अमृत की शक्ति है, अमृत की ताकत है। पर मैं फिर उस गल ते आवांगा, खालसा जी बाहर दीयां गल्लां दी बजाए जिहदे मन दे बाटे विच रोज बाणी दा खंडा खड़केगा वो चढ़दी कला जाए। जिहड़े नाल अमृत संचार होया उही अमृत दी बाणी दित्ती। मेरे तो बोलदियां बेअंत भुल्लां होईयां ने, पर मैं फिर उस विषय ते आवांगा कि आ मन जो कुछ कीता मन ने कीता है। मन कानू शब्द तो बिना काबू नहीं आ सकदा। सब दा धन्नवाद जी। ਤੇ ਮੈਂ ਫਿਰ ਵੀ ਪ੍ਰਬੰਧਕ ਵੀਰਾਂ ਨੂੰ ਕਹਾਂਗਾ ਵੀ ਤੁਸੀਂ ਸਵੇਰੇ ਕਥਾ ਕਰਾ ਲਓ, ਨਹੀਂ ਸ਼ਾਮ ਨੂੰ ਚਲੋ ਆਪਾਂ ਕੱਲ ਨੂੰ ਫਿਰ ਜੀ ਇਕੱਠੇ ਹੋਵਾਂਗੇ। ਗੁਰੂ ਸਾਹਿਬ ਮਿਹਰ ਕਰਨ ਸਵੇਰੇ ਨਾ ਹੁਕਮਨਾਮੇ ਦੀ ਕਥਾ। ਮੇਰੀ ਇੱਛਾ ਹੁੰਦੀ ਹੈ, ਵੇਖੋ ਤੁਸੀਂ ਇੰਨਾ ਸੋਹਣੇ ਸਮਾਗਮ ਕਰਦੇ ਹੋ ਨਾ, ਅੰਮ੍ਰਿਤ ਵੇਲਾ ਤੇ ਕਿਸੇ ਗੁਰਦੁਆਰੇ 'ਚ ਨਹੀਂ ਮਿਲਦਾ ਜੀ, ਸ਼ਾਮ ਵਾਲੀ ਨੇ। ਤੇ ਚਾਹੀਦਾ ਇਹਨਾਂ ਦਿਨਾਂ ਵਿੱਚ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਦਾ ਕੀਰਤਨ ਹੋਵੇ, ਸ਼ਬਦ ਵਿਚਾਰ ਹੋਵੇ, ਜਿਹੜਾ ਹੁਕਮਨਾਮਾ ਆਇਆ ਹੁੰਦਾ। ਸਵੇਰੇ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਦੀਆਂ ਸਿਫਤਾਂ ਕਰਾਂਗੇ ਜੀ। ਕੱਲ੍ਹ ਨੂੰ ਮੇਰੀ ਇੱਛਾ ਹੈ, ਅੰਮ੍ਰਿਤ ਦਾਤੇ ਨੇ ਰਹਿਤ ਸਾਨੂੰ ਦਿੱਤੀ, ਰਹਿਤ ਦੇ ਦਾਤਾ ਵੀ ਕੋਲ, ਕਿਉਂਕਿ ਲੜੀਵਾਰ ਕਥਾ ਨਹੀਂ ਕਰਾਂਗੇ, ਉਸ ਹਿਸਾਬ ਨਾਲ ਆਪਾਂ ਵਿਚਾਰ ਕਰ ਲਾਂਗੇ। ਆਓ ਜੀ ਨਾਮ ਜਪ ਲਈਏ ਥੋੜ੍ਹਾ ਜਿਹਾ ਜੀ। ਕਰੋ ਕਿਰਪਾ ਸਾਰੇ ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਸਾਰੇ ਉਚਾਰਨ ਕਰੋ ਜੀ। ਪਹਿਲਾਂ ਦਾਸ ਸਿੰਘ ਫਿਰ ਬੀਬੀਆਂ ਭੈਣਾਂ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ 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 ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ
ਵਾਹਿਗੁਰੂ 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 ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਚ ਬਾਣੀ ਦਾ ਪਾਠ ਕਰਦਿਆਂ ਅਰਥ ਕਰਦਿਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੀਆਂ ਸਿਫਤਾਂ ਕਰਦਿਆਂ ਆਪ ਜੀ ਦੇ ਬੱਚਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਮੈਂ ਪ੍ਰਬੰਧਕ ਵੀਰਾਂ ਦਾ, ਸੈਕਟਰੀ ਸਾਹਿਬਾਨ ਸਭ ਦਾ ਧੰਨਵਾਦੀ ਹਾਂ ਕਿ ਬਹੁਤ ਸੋਹਣਾ ਤੁਸੀਂ ਸਹਿਯੋਗ ਬਖਸ਼ਿਆ। ਕੱਲ੍ਹ ਨੂੰ ਸਵੇਰੇ ਫਿਰ ਆਸਾ ਕੀ ਵਾਰ ਤੋਂ ਬਾਅਦ ਹੁਕਮਨਾਮੇ ਦੀ ਵਿਚਾਰ ਆਪਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਆਓ ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਨੂੰ ਸਵੇਰੇ 6 ਤੋਂ 8 ਵਜੇ ਤੱਕ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ। ਉਸ ਤੋਂ ਉਪਰੰਤ ਭਾਈ ਸਾਹਿਬ ਜੀ 1 ਘੰਟਾ ਕਥਾ ਕਰਨਗੇ ਅਤੇ ਦੀਵਾਨ ਸੱਜਣਗੇ। ਕੱਲ੍ਹ ਦੇ ਸ਼ਾਮ ਦੇ ਵੀ ਦੀਵਾਨ ਹਨ ਅਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ। ਆਓ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾ ਵਿਸਾਰਣਾ। ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੀ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ। ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ठाकुर तुम पै अरदास दियो पिंड सब तेरी रास तुम हम बारिक तेरे तुमरी कृपा महसूख कनेरे कोई न जाने ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆਏ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵਾ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ ਭਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸੰਗਤਾਂ ਦੀ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਜੀਓ ਵੈਸਾਖੀ ਪੁਰਬ ਨੂੰ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ
ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ 26ਵਾਂ ਨਗਰ ਕੀਰਤਨ ਨੂੰ ਸਮਰਪਿਤ ਪਿਛਲੇ ਕਈ ਦਿਨਾਂ ਤੋਂ ਸੱਚੇ ਪਾਤਸ਼ਾਹ ਗੁਰਦੁਆਰਾ ਪ੍ਰਬੰਧਕ ਕਮੇਟੀ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੱਚੇ ਪਾਤਸ਼ਾਹ ਗੁਰਮਤਿ ਸਮਾਗਮ ਚੱਲ ਰਹੇ ਨੇ। ਇਸੇ ਕੜੀ ਤਹਿਤ ਸ਼ਾਮ ਦੇ ਸੁੰਦਰ ਦੀਵਾਨ ਸਜੇ ਦੀਵਾਨ ਵਿੱਚ ਪਾਵਨ ਗੁਰਬਾਣੀ ਦਾ ਪਾਤਸ਼ਾਹ ਜੀ ਸੋਦਰ ਰਹਿਰਾ ਸਾਹਿਬ ਜੀ ਦਾ ਜਾਪ ਹੋਇਆ ਉਪਰੰਤ ਸ਼ਬਦ ਕੀਰਤਨ ਆਰਤੀ ਹੋਈ। ਉਸ ਤੋਂ ਉਪਰੰਤ ਭਾਈ ਸਾਹਿਬ ਜੀ ਵੱਲੋਂ ਗੁਰਮਤਿ ਵਿਚਾਰਾਂ ਤੇ ਕਵੀਸ਼ਰੀ ਰੰਗ ਵਿੱਚ ਕਵੀਸ਼ਰ ਸਿੰਘਾਂ ਨੇ ਗੁਰ ਇਤਿਹਾਸ ਸਰਵਣ ਕਰਵਾਇਆ ਹੈ। ਮੇਰ ਕਰਨੀ, ਦਇਆ ਕਰਨੀ, ਤਰਸ ਕਰਨਾ, ਸਾਰੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਪ੍ਰਵਾਨ ਕਰਨੀ। ਧੰਨ ਧੰਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ, ਸੋਹਾ ਬੰਕ ਦਵਾਰ ਸਗਲਾ ਬਨ ਹਰਾ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਐਸੇ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਮੀਰੀ ਪੀਰੀ ਦੇ ਮਾਲਕ ਸ਼ਹਿਨਸ਼ਾਹ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰਿਆ। ਨਾਲ ਦੇ ਨਾਲ ਸਮੁੱਚੀਆਂ ਸੰਗਤਾਂ ਵੱਲੋਂ ਗੁਰਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਮਿਹਰ ਕਰਨੀ, ਦਇਆ ਕਰਨੀ, ਸੰਗਤਾਂ ਦੀਆਂ ਹਾਜ਼ਰੀਆਂ ਪਾਵਨ ਚਰਨਾਂ ਵਿੱਚ ਕਬੂਲ ਕਰਨੀਆਂ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਰੱਖਣੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਮਹਾਨ ਸੇਵਾ ਕੀਤੀ ਗ੍ਰੋਸਰੀ ਦੇ ਰੂਪ ਵਿੱਚ, ਮਾਇਆ ਦੇ ਰੂਪ ਵਿੱਚ, ਸਾਰਿਆਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਥਾਂ ਪਰ ਥਾਂ ਪ੍ਰਵਾਨ ਕਰਨੀਆਂ। ਸਤਿਗੁਰੂ ਕਾਕਾ ਸ਼ੁਭੇਗ ਸਿੰਘ ਜੀ ਨੂੰ ਦਰੋਂ ਕਰੋਂ ਦੇਹ ਰੋਗਤਾ, ਤੰਦਰੁਸਤੀ, ਸਿਹਤ ਜਾਬੀ ਬਖਸ਼ਿਸ਼ ਕਰਨੀ। ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ। ਦੋਖਨ ਕੋ ਨਾਸ ਵਾਲੀਆਂ ਰਹਿਮਤਾਂ ਵਰਤਾਉਣੀਆਂ। ਬੇਟੇ ਨੂੰ ਸਿਹਤ ਜਾਬੀਆਂ, ਤੰਦਰੁਸਤੀਆਂ ਬਖਸ਼ਣੀਆਂ। ਆਪ ਜੀ ਦੇ ਹਾਜ਼ੂਰ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਹੋਇਆ। ਭੁੱਲ ਚੁੱਕ ਦੀ ਮੁਆਫੀ ਬਖਸ਼ਣੀ। ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਆਪਣੇ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਪ੍ਰਬੰਧਕਾਂ, ਦਾਸਰਿਆਂ, ਸੰਗਤਾਂ ਨੂੰ ਨਿਹਾਲ ਨਿਹਾਲ ਕਰੋ। ਸੁਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਏਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਵੋ ਚਾਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲेंगे, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ। ਚਾਰੇ ਕੁੰਟ ਸਲਾਮ ਕਰਹਿੰਗੇ, ਘਰ ਘਰ ਸਿਫਤ ਤੁਮਾਰੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨਾ। ਕਹੋ ਨਾਨਕ ਹਰ ਭਜ ਬਨਾ, ਜਿਹ ਬਿਧ ਜਲ ਕਹੋ ਮੀਨਾ। ਨਾਮ ਰੂਪ ਭਇਓ ਸਾਧ ਸੰਗ, ਭਵ ਨਿਧ ਪਾਰ ਪਰਾ। ਆਪਿਓ ਪਿਓ ਗਤ ਥਿਓ ਭਰਮਾ, ਕਹੋ ਨਾਨਕ ਅਜਰ ਜਰਾ। ਦਇਆ ਮਇਆ ਕਿਰਪਾ ਠਾਕੁਰ ਕੀ, ਸਹੀ ਸੰਤ ਸੁਭਾਈ। ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ। ਸੋ ਕਹੋ ਢਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ। ਦੀਜਹਿ ਪ੍ਰਾਨ ਅਕੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਚਰਨ ਗਹੋ ਬਕੋ ਸ਼ੁਭ ਰਸਨਾ। ਦੀਜਹਿ ਪ੍ਰਾਨ ਅਕੋਰ ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤ ਬਹੁ ਤੁਮਰੀ ਓਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤ ਬਹੁ ਤੁਮਰੀ ਓਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।